ਬਹੁਤ ਵਾਰ ਅਸੀਂ ਕਹਿੰਦੇ ਆ ਇੰਸ਼ੋਰੈਂਸ ਜਦੋਂ ਅਸੀਂ ਵੀ ਪਹਿਲਾਂ ਇਹਨਾਂ ਮੁਲਕਾਂ 'ਚ ਆਏ ਸੀ ਤੇ ਸਾਨੂੰ ਇੰਨੀ ਨੌਲੇਜ ਨਹੀਂ ਸੀ ਕਿਉਂਕਿ ਇੱਕ ਲੈਂਗੁਏਜ ਦੀ ਗੱਲ ਹੁੰਦੀ ਆ ਤੇ ਦੂਜਾ ਅਸੀਂ ਸੋਚਦੇ ਸੀ ਕਿ ਇੰਸ਼ੋਰੈਂਸ ਕਾਦੇ ਲਈ ਲੈਣੀ ਆ। ਮੈਂ ਟਰੈਵਲ ਕਰਨ ਜਾਣਾ, ਬਸ ਮਾੜਾ ਜਿਹਾ ਬਾਰਡਰ ਪਾਰ ਕਰਨ ਜਾਣਾ ਆ, ਮੈਂ ਅੱਧੇ 2 ਘੰਟਿਆਂ 'ਚ ਮੁੜੇ ਆਉਣਾ, ਮੈਨੂੰ ਇੰਸ਼ੋਰੈਂਸ ਦੀ ਲੋੜ ਨਹੀਂ। ਪਰ ਕਹਿੰਦੇ ਪਲ ਦਾ ਭਰੋਸਾ ਨਹੀਂਗਾ, ਜਿੰਨੀਆਂ ਜ਼ਿਆਦੀਆਂ ਕਾਰਾਂ ਆ ਉਨੇ ਹੀ ਜ਼ਿਆਦੇ ਅਨਟ੍ਰੇਨਡ ਜਿਹੜੇ ਡਰਾਈਵਰ ਵੀ ਸੜਕਾਂ ਤੇ ਫਿਰ ਰਹੇ ਆ। ਬਹੁਤੇ ਲੋਕ ਮੈਨੂੰ ਇਹ ਕਹਿੰਦੇ ਕਿ ਬਹੁਤ ਸਹੀ ਤਰੀਕੇ ਨਾਲ ਤੇ ਬੜੇ ਸੌਖੇ ਤਰੀਕੇ ਨਾਲ ਸਮਝਾ ਦਿੰਦੇ ਆ ਕਿ ਕਿਹੜੀ ਇੰਸ਼ੋਰੈਂਸ ਲੈਣੀ ਹੈ, ਕਿਵੇਂ ਇੰਸ਼ੋਰੈਂਸ ਲੈਣੀ ਹੈ। ਕਹਿਣ ਦਾ ਮਤਲਬ ਕੋਈ ਲਾਇਰ, ਕੋਈ ਡਾਕਟਰ ਜੇ ਇੱਥੇ ਕੋਈ ਮੂਵ ਹੁੰਦੇ ਨੇ, ਕੋਈ ਵਰਕ ਪਰਮਿਟ ਤੇ ਆਉਂਦੇ ਨੇ, ਉਹਨਾਂ ਨੂੰ ਉਹ $1 ਮਿਲੀਅਨ ਤੱਕ, ਜਿਹੜੇ ਕੋਈ ਸਕਿਲਡ ਪ੍ਰੋਫੈਸ਼ਨਲਸ ਨੇ ਉਹਨਾਂ ਨੂੰ $1 ਮਿਲੀਅਨ ਤੱਕ ਜਿਹੜੇ ਕਹਿੰਦੇ ਲਾਈਫ ਇੰਸ਼ੋਰੈਂਸ ਅਸੀਂ ਆਰਾਮ ਨਾਲ ਦੇਵਾਂਗੇ। ਇੰਸ਼ੋਰੈਂਸ ਫਿਰ ਜਦੋਂ ਇੱਕ ਵਾਰੀ ਤੁਹਾਡੀ ਹੋ ਜਾਂਦੀ ਹੈ, ਉਸ ਤੋਂ ਬਾਅਦ ਤੁਹਾਡੇ ਕੋਲ ਜਦ ਤੱਕ ਤੁਸੀਂ ਪੇਮੈਂਟ ਦੇ ਰਹੇ ਹੋ ਜੀ ਇੰਸ਼ੋਰੈਂਸ ਦੀਆਂ, ਤਦ ਤੱਕ ਤੁਹਾਡੇ ਕੋਲ ਇੰਸ਼ੋਰੈਂਸ ਕਵਰੇਜ ਹੈਗੀ ਹੈ। ਸੋ ਜੇ ਹੁਣ ਤੁਸੀਂ ਕਿਸੇ ਰੀਜ਼ਨ ਕਰਕੇ ਵਰਕ ਪਰਮਿਟ ਨਹੀਂ ਲੱਗਿਆ ਤੁਹਾਡਾ, ਤੁਸੀਂ ਕੋਈ ਹੋਰ ਅਪਲਾਈ ਕੀਤਾ ਹੋਇਆ ਪਰ ਤੁਸੀਂ ਪਹਿਲਾਂ ਇੰਸ਼ੋਰੈਂਸ ਲੈ ਚੁੱਕੇ ਹੋ, ਤੁਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹੋ, ਤੁਹਾਡੀ ਕਵਰੇਜ ਉਦਾਂ ਹੀ ਚੱਲ ਰਹੀ ਹੈ ਜੀ, ਕਵਰੇਜ ਨੂੰ ਕੁਝ ਨਹੀਂ ਹੋਣ ਲੱਗਾ। ਜਦੋਂ ਹੁਣ ਵਰਕ ਪਰਮਿਟ ਤੇ ਆ 5 ਲੱਖ ਤੋਂ $1 ਮਿਲੀਅਨ ਤੱਕ ਤੁਹਾਡੇ ਕੋਲ ਅਵੇਲੇਬਿਲਿਟੀ ਹੈ। ਪਰ ਜੇ ਕੋਈ PR ਆ, ਉਹ ਜਿੰਨੇ ਮਰਜ਼ੀ ਦੀ ਇੰਸ਼ੋਰੈਂਸ ਕਰਾ ਸਕਦੇ ਹੋ ਬੇਸਡ ਔਨ ਵੀ ਤੁਹਾਡੀ ਲਾਇਬਿਲਿਟੀ ਜਿਹੜੀ ਹੈ ਉਹ ਜਸਟੀਫਾਈ ਕਰੇ ਵੀ ਹਾਂ ਸਾਨੂੰ ਇਹਨਾਂ ਲੋਨ ਚਾਹੀਦਾ ਹੈ। ਇਹ ਪਿਛਲੇ ਕੁਝ ਸਮੇਂ ਤੋਂ ਸਾਡੇ ਸਾਹਮਣੇ ਵੀ ਆ ਰਿਹਾ, ਲੋਕੀ ਨਿੱਕੀਆਂ ਗੱਲਾਂ ਲੁਕੋ ਲੈਂਦੇ ਆ। ਕਿਸੇ ਦੀ ਕੋਈ ਹੈਲਥ ਦੀ ਕੰਡੀਸ਼ਨ ਥੋੜੀ ਜਿਹੀ ਜ਼ਿਆਦਾ ਵਰਸ ਆ, ਉਹ ਸੋਚ ਲੈਂਦੇ ਇੰਸ਼ੋਰੈਂਸ 'ਚ ਫਰਕ ਪੈਣਾ, ਉਹ ਦੱਸਦੇ ਨਹੀਂਗੇ। ਪਰ ਜਦੋਂ ਇੱਥੇ ਆ ਕੇ ਫਿਰ ਕੰਪਲਿਕੇਸ਼ਨਸ ਹੁੰਦੀ ਆ, ਫਿਰ ਉਹ ਪਛਤਾਉਂਦੇ ਆ। ਕਈ ਵਾਰੀ ਮੈਨੂੰ ਕਾਲ ਆਉਂਦੇ ਬਲਜਿੰਦਰ ਜੀ, ਕਹਿਣਗੇ ਮਾੜੀ ਮੋਟੀ ਦਵਾਈ ਹੈ ਜੀ, BP ਦੀ ਖਾਂਦੇ ਆ, ਮਾੜੀ ਮੋਟੀ ਦਵਾਈ ਹੈ ਸ਼ੂਗਰ ਦੀ ਖਾਂਦੇ ਆ। ਸੋ ਦੇਖੋ ਗੱਲ ਇਹ ਹੁੰਦੀ ਹੈ, ਦਵਾਈ ਚਲੋ ਹੋ ਸਕਦਾ ਵਾਕਈ ਮਾੜੀ ਮੋਟੀ ਹੋਵੇ ਵੀ ਉਹ ਕਦੀ ਖਾ ਲਈ ਕਦੀ ਨਹੀਂ ਖਾਈ, ਪਰ ਉਹ ਤੁਹਾਡੀ ਇੱਕ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਹੈ। ਜੇ ਆਪਾਂ ਉਹ ਚੀਜ਼ ਡਾਇਗਨੋਸ ਆਪਾਂ ਪਹਿਲਾਂ ਡਿਸਕਲੋਜ਼ ਨਹੀਂ ਕਰਦੇ, ਉਹ ਇੱਥੇ ਆ ਕੇ ਡਾਇਗਨੋਸ ਹੋ ਗਈ ਜੀ, ਤੁਸੀਂ ਡਿਸਕਲੋਜ਼ ਕੀਤੀ ਨਹੀਂ, ਉਸ ਤੋਂ ਬਾਅਦ ਫਿਰ ਕੰਪਨੀਆਂ ਜਿਹੜੀਆਂ ਨੇ ਤੁਹਾਨੂੰ ਡਿਨਾਈ ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਬਿਜ਼ਨਸ ਕਨੈਕਟ ਸ਼ੋਅ ਵਿੱਚ। ਤੁਹਾਡੇ ਨਾਲ ਸਾਥ ਮੇਰਾ ਹਰ ਵੀਰਵਾਰ ਸ਼ਾਮ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦਾ ਤੇ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੀ ਬਿਜ਼ਨਸ ਕਮਿਊਨਿਟੀ ਦੇ ਵਿੱਚੋਂ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰੀਏ ਜਿਨ੍ਹਾਂ ਕੋਲੋਂ ਅਸੀਂ ਬਹੁਤ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਸਕੀਏ। ਤੁਸੀਂ ਜਾਣਦੇ ਹੋ ਕਿ ਪੰਜਾਬੀਆਂ ਨੇ ਹਰ ਇੱਕ ਬਿਜ਼ਨਸ ਦੇ ਵਿੱਚ ਮੱਲਾਂ ਮਾਰੀਆਂ। ਸੋ ਪੰਜਾਬੀਆਂ ਦੀ ਬੱਲੇ ਬੱਲੇ ਵਿਦੇਸ਼ਾਂ ਦੇ ਵਿੱਚ ਵੀ ਆ, ਕਿਸੇ ਵੀ ਕੰਟਰੀ ਦੀ ਗੱਲ ਕਰ ਲਈਏ ਤੇ ਜਦੋਂ ਅਸੀਂ ਆਪਣੇ ਸ਼ਹਿਰ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਨਵੇਂ ਪਰਿਵਾਰ ਸਾਡੇ ਸ਼ਹਿਰ ਦੇ ਵਿੱਚ ਆ ਰਹੇ ਨੇ ਤੇ ਬਹੁਤ ਸਾਰੇ ਆਪਣੀਆਂ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਦੀਆਂ ਫਾਈਲਾਂ ਕਦ ਪ੍ਰੋਸੈਸਿੰਗ ਹੋਣਗੀਆਂ, ਕਦ ਉਹ ਇਹਨਾਂ ਮੁਲਕਾਂ 'ਚ ਆਉਣਗੇ। ਪਰ ਆਉਣ ਤੋਂ ਪਹਿਲਾਂ ਬਹੁਤ ਸਾਰੇ ਇਹੋ ਜਿਹੇ ਜ਼ਰੂਰੀ ਕੰਮ ਹੁੰਦੇ ਜਿਹੜੇ ਸਾਨੂੰ ਕਰਨੇ ਚਾਹੀਦੇ ਆ ਕਿਸੇ ਵੀ ਮੁਲਕ ਨੂੰ ਅਸੀਂ ਟਰੈਵਲ ਕਰਦੇ ਹਾਂ। ਸੋ ਗੱਲ ਆਉਂਦੀ ਹੈ ਇੰਸ਼ੋਰੈਂਸ ਦੀ ਤੇ ਬਹੁਤ ਵਾਰ ਅਸੀਂ ਕਹਿੰਦੇ ਆ ਇੰਸ਼ੋਰੈਂਸ ਜਦੋਂ ਅਸੀਂ ਵੀ ਪਹਿਲਾਂ ਇਹਨਾਂ ਮੁਲਕਾਂ 'ਚ ਆਏ ਸੀ ਤੇ ਸਾਨੂੰ ਇੰਨੀ ਨੌਲੇਜ ਨਹੀਂ ਸੀ ਕਿਉਂਕਿ ਇੱਕ ਲੈਂਗੁਏਜ ਦੀ ਗੱਲ ਹੁੰਦੀ ਆ ਤੇ ਦੂਜਾ ਅਸੀਂ ਸੋਚਦੇ ਸੀ ਕਿ ਇੰਸ਼ੋਰੈਂਸ ਕਾਦੇ ਲਈ ਲੈਣੀ ਆ। ਪਰ ਇਹਨਾਂ ਮੁਲਕਾਂ ਦੇ ਵਿੱਚ ਇੰਸ਼ੋਰੈਂਸ ਲੈਣੀ ਬਹੁਤ ਹੀ ਜ਼ਰੂਰੀ ਆ ਕਿਉਂਕਿ ਸਾਡੀਆਂ ਜਿਹੜੀਆਂ ਜ਼ਰੂਰਤਾਂ ਆ ਉਹ ਸਾਡੀਆਂ ਪੇ ਚੈੱਕ ਤੇ ਡਿਪੈਂਡ ਕਰਦੀਆਂ। ਰੱਬ ਨਾ ਕਰੇ ਕਿਸੇ ਦੇ ਸੱਟ ਚੋਟ ਲੱਗ ਜਾਂਦੀ ਜਾਂ ਕੋਈ ਪਰਿਵਾਰ ਦਾ ਜੀ ਚਲੇ ਜਾਂਦਾ ਤੇ ਉਹ ਪਿੱਛੋਂ ਪਰਿਵਾਰ ਦਾ ਬਹੁਤ ਵੱਡਾ ਆਸਰਾ ਹੁੰਦਾ ਜਿਹੜਾ ਇੰਸ਼ੋਰੈਂਸ ਆ। ਸੋ ਹਰ ਇੱਕ ਨੂੰ ਇੰਸ਼ੋਰੈਂਸ ਲੈਣੀ ਚਾਹੀਦੀ, ਪਰ ਕਿਵੇਂ ਲੈਣੀ ਚਾਹੀਦੀ, ਕਿਹੜੀ ਲੈਣੀ ਚਾਹੀਦੀ ਇੰਸ਼ੋਰੈਂਸ, ਕਿਹੜੀ ਤੁਹਾਡੇ ਲਈ ਬੈਟਰ ਇੰਸ਼ੋਰੈਂਸ ਆ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਮੇਰੇ ਕੰਮ ਤੇ ਇੰਸ਼ੋਰੈਂਸ ਹੈਗੀ ਹੈ, ਮੈਨੂੰ ਲੋੜ ਨਹੀਂ ਇੰਸ਼ੋਰੈਂਸ ਲੈਣ ਦੀ, ਮੈਂ ਟਰੈਵਲ ਕਰਨ ਜਾਣਾ, ਬਸ ਮਾੜਾ ਜਿਹਾ ਬਾਰਡਰ ਪਾਰ ਕਰਨ ਜਾਣਾ ਆ, ਮੈਂ ਅੱਧੇ 2 ਘੰਟਿਆਂ 'ਚ ਮੁੜੇ ਆਉਣਾ, ਮੈਨੂੰ ਇੰਸ਼ੋਰੈਂਸ ਦੀ ਲੋੜ ਨਹੀਂ। ਪਰ ਕਹਿੰਦੇ ਪਲ ਦਾ ਭਰੋਸਾ ਨਹੀਂਗਾ, ਜਿੰਨੀਆਂ ਜ਼ਿਆਦੀਆਂ ਕਾਰਾਂ ਆ ਉਨੇ ਹੀ ਜ਼ਿਆਦੇ ਅਨਟ੍ਰੇਨਡ ਜਿਹੜੇ ਡਰਾਈਵਰ ਵੀ ਸੜਕਾਂ ਤੇ ਫਿਰ ਰਹੇ ਆ। ਤੁਸੀਂ ਜਿੰਨੇ ਵੀ ਮਰਜ਼ੀ ਸੁਲਝੇ ਹੋਏ ਹੋ, ਬੜੇ ਲੰਬੇ ਸਮੇਂ ਤੋਂ ਗੱਡੀ ਚਲਾਉਂਦੇ ਹੋ, ਪਰ ਕਿਸੇ ਹੋਰ ਨੇ ਗਲਤੀ ਕਰ ਲਈ, ਉਹਦਾ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ। ਕਈ ਵਾਰੀ ਘੜੀ ਦਾ ਖੁੰਝਿਆ ਬੰਦਾ ਕੋਹਾਂ ਤੇ ਜਾ ਪੈਂਦਾ। ਸੋ ਇਹੋ ਜਿਹੀਆਂ ਗੱਲਾਂ ਤੋਂ ਖਿਆਲ ਰੱਖਣ ਦੀ ਲੋੜ ਆ। ਤੇ ਜਦੋਂ ਇੰਸ਼ੋਰੈਂਸ ਇੰਡਸਟਰੀ ਦੀ ਗੱਲ ਕਰਦੇ ਆ ਤੇ ਪਲਾਨ ਇੰਸ਼ੋਰੈਂਸ ਇੱਕ ਅਜਿਹਾ ਨਾਂ ਆ, ਕੋਈ ਵੀ ਇੰਸ਼ੋਰੈਂਸ ਦੀ ਤੁਸੀਂ ਪਲਾਨ ਕਰਦੇ ਹੋ ਤੇ ਪਲਾਨ ਇੰਸ਼ੋਰੈਂਸ ਦੀ ਵੈਬਸਾਈਟ ਤੇ ਜਾ ਸਕਦੇ ਹੋ। ਉੱਥੇ ਜਾ ਕੇ ਤੁਸੀਂ ਆਪਣੀ ਕਿਹੜੀ ਇੰਸ਼ੋਰੈਂਸ ਤੁਹਾਨੂੰ ਆ, ਤੁਹਾਡੀ ਪੇਮੈਂਟ ਕਿੰਨੀ ਆ, ਕੀ ਆ, ਉਹ ਸਾਰਾ ਆਪ ਵੀ ਫਿਗਰ ਕਰ ਸਕਦੇ ਆ। ਇਹਨਾਂ ਦਾ ਐਪ ਬਣਿਆ ਹੈਗਾ, ਤੁਸੀਂ ਉੱਥੇ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਆ। ਪਰ ਸਾਨੂੰ ਬੜਾ ਚੰਗਾ ਲੱਗਦਾ ਜਦੋਂ ਅਮਰਿੰਦਰ ਸਿੰਘ ਨੱਡਾ ਸਾਡੇ ਸਟੂਡੀਓ 'ਚ ਆਉਂਦੇ ਆ, ਆਪਣਾ ਸਮਾਂ ਕੱਢ ਕੇ
ਤੇ ਬਹੁਤ ਸਾਰੀ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਦੇ ਆ। ਅੱਜ ਫਿਰ ਸਾਡੇ ਸਟੂਡੀਓ 'ਚ ਆਏ ਹੋਏ ਨੇ, ਆਓ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਇਹਨਾਂ ਦੇ ਕੋਲੋਂ ਇਨਫੋਰਮੇਸ਼ਨ ਲੈਂਦੇ ਆ। ਅਮਰਿੰਦਰ ਜੀ, ਜੀ ਆਇਆਂ ਨੂੰ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਜਿੰਦਰ ਜੀ ਤੇ ਸਾਰੇ ਸਾਂਝਾ ਟੀਵੀ ਦੇ ਵਿਊਅਰਸ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਅਮਰਿੰਦਰ, ਤੁਸੀਂ ਹਮੇਸ਼ਾ ਟਾਈਮ ਕੱਢਦੇ ਹੋ ਜਦੋਂ ਇੰਸ਼ੋਰੈਂਸ ਦੀ ਗੱਲ ਆਉਂਦੀ ਆ। ਤੇ ਮੈਨੂੰ ਬਹੁਤ ਵਾਰ ਤੁਹਾਨੂੰ ਹੋਰ ਪਲੇਟਫਾਰਮ ਤੇ ਵੀ ਜਦੋਂ ਸੁਣੀਦਾ, ਰੇਡੀਓ ਦੀ ਗੱਲ ਕਰੀਏ ਜਾਂ ਟੈਲੀਵਿਜ਼ਨ ਤੇ ਤੁਸੀਂ ਸਾਡੇ ਨਾਲ ਵੀ ਆਉਂਦੇ ਹੋ, ਹਾਂਜੀ, ਬਹੁਤੇ ਲੋਕ ਮੈਨੂੰ ਇਹ ਕਹਿੰਦੇ ਕਿ ਬਹੁਤ ਸਹੀ ਤਰੀਕੇ ਨਾਲ ਤੇ ਬੜੇ ਸੌਖੇ ਤਰੀਕੇ ਨਾਲ ਸਮਝਾ ਦਿੰਦੇ ਆ ਕਿ ਕਿਹੜੀ ਇੰਸ਼ੋਰੈਂਸ ਲੈਣੀ ਹੈ, ਕਿਵੇਂ ਇੰਸ਼ੋਰੈਂਸ ਲੈਣੀ ਹੈ। ਮਿਹਰਬਾਨੀ ਜੀ। ਦੇਖੋ, ਜਦੋਂ ਤੁਸੀਂ ਕੋਈ ਵੀ ਕੰਮ ਪ੍ਰੋਪਰਲੀ ਕਰਦੇ ਹੋ ਜੀ, ਪੈਸ਼ਨ ਨਾਲ ਕਰਦੇ ਹੋ, ਫੁੱਲ ਟਾਈਮ ਤੁਸੀਂ ਕੰਮ ਕਰਦੇ ਹੋ, ਫਿਰ ਤੁਹਾਨੂੰ ਉਨੀ ਨੌਲੇਜ ਹੋ ਜਾਂਦੀ ਜੀ ਇਸ ਪ੍ਰੋਡਕਟ ਦੀ, ਰਾਈਟ। ਤੇ ਜਦੋਂ ਫਿਰ ਸਵੇਰ ਤੋਂ ਲੈ ਕੇ ਰਾਤ ਤੱਕ ਜੀ ਇਹੀ ਚੀਜ਼ ਦੀ ਗੱਲਾਂ ਕਰਨੀਆਂ, ਇਹੀ ਸਮਝਾਉਣਾ, ਸੋ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਜਿਹਦੇ ਨਾਲ ਵੀ ਗੱਲ ਕਰੀਏ, ਚਾਹੇ ਕੋਈ ਵੀ ਪ੍ਰੋਡਕਟ ਹੈ ਇੰਸ਼ੋਰੈਂਸ ਰਿਲੇਟਡ, ਵੀ ਬੰਦੇ ਨੂੰ ਇੰਨੀ ਕੁ ਇਨਫੋਰਮੇਸ਼ਨ ਦੇ ਦਿੱਤੀ ਹੈ ਜੀ ਵੀ ਉਹ ਅੱਗੇ ਲੋਕਾਂ ਨੂੰ ਸਮਝਾਉਣ ਜੋਗੇ ਹੋ ਜਾਂਦੇ ਆ। ਤੇ ਉਹੀ ਸ਼ੁਰੂ ਪਹਿਲੇ ਦਿਨ ਤੋਂ ਇਸੇ ਬੇਸ ਤੇ ਕੀਤਾ ਸੀਗਾ ਜੀ, ਤੇ ਹੁਣ ਵੀ ਉਦਾਂ ਹੀ ਚੱਲ ਰਿਹਾ ਜੀ। ਬਹੁਤ ਵਧੀਆ, ਚੰਗੀ ਗੱਲ ਹੈ ਜਦੋਂ ਤੁਹਾਡਾ ਕਲਾਇੰਟ ਖੁਸ਼ ਆ। ਤੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਹੁਣ ਇੰਸ਼ੋਰੈਂਸ ਇੰਡਸਟਰੀ 'ਚ ਕੀ ਹੋ ਰਿਹਾ, ਕੁਝ ਨਵਾਂ ਕੁਝ ਆਇਆ ਹੈਗਾ? ਕਿਉਂਕਿ ਬੇਸਿਕਲੀ ਜਦੋਂ ਅਸੀਂ ਗੱਲ ਕਰਦੇ ਹਾਂ ਕਹਿੰਦਾ ਇੰਸ਼ੋਰੈਂਸ ਹੈ, ਇੰਸ਼ੋਰੈਂਸ 'ਚ ਕੀ ਨਵਾਂ ਆਇਆ ਹੋਣਾ, ਪਰ ਤੁਹਾਡੇ ਕੋਲ ਕੁਝ ਨਾ ਕੁਝ ਹਮੇਸ਼ਾ ਹੁੰਦਾ, ਸੋ ਦੱਸੋ ਕੀ ਨਵੀਂ ਆਇਆ ਹੈਗਾ? ਹਾਂਜੀ, ਬਿਲਕੁਲ ਜੀ। ਦੇਖੋ, ਇੰਸ਼ੋਰੈਂਸ ਕੰਪਨੀਆਂ ਜੀ ਹਮੇਸ਼ਾ ਕੁਝ ਨਾ ਕੁਝ ਨਵਾਂ ਪ੍ਰੋਡਕਟ ਲੈ ਕੇ ਆਉਂਦੀਆਂ ਨੇ ਜਾਂ ਕੋਈ ਨਾ ਕੋਈ ਮਾਰਕੀਟ ਨੂੰ ਟਾਰਗੇਟ ਕਰਦੇ ਆ ਜੀ। ਹੁਣ ਜਦੋਂ ਆਪਾਂ ਗੱਲ ਕਰਦੇ ਆ ਜੀ, ਇੱਥੇ ਆਪਣੇ ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਖਾਸ ਕਰਕੇ BC ਜਾਂ ਸਰੀ ਦੀ ਗੱਲ ਕਰਦੇ ਆ, ਬਹੁਤ ਸਾਰੇ ਲੋਕੀ ਵਰਕ ਪਰਮਿਟ ਤੇ ਇੱਥੇ ਆਉਂਦੇ ਆ ਜੀ। ਸੋ ਹੁਣ ਕਾਫੀ ਕੰਪਨੀਆਂ ਟਾਰਗੇਟ ਕਰ ਰਹੀਆਂ ਜੀ ਵੀ ਵਰਕ ਪਰਮਿਟ ਵਾਲਿਆਂ ਨੂੰ ਕਿੱਦਾਂ ਉਹਨਾਂ ਨੂੰ ਲਾਈਫ ਇੰਸ਼ੋਰੈਂਸ ਦਈਏ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਈਏ। ਪਰ ਨਾਲ ਦੀ ਨਾਲ ਉਹਨਾਂ ਨੇ ਕੀਤਾ, ਪਹਿਲਾਂ ਸੀਗਾ ਵੀ $5 ਲੱਖ ਤੱਕ ਜਿਹੜੀਆਂ ਮੋਸਟਲੀ ਕੰਪਨੀਆਂ ਉਹਨਾਂ ਨੂੰ ਦੇ ਦਿੰਦੀਆਂ ਸੀ ਜੀ ਇੰਸ਼ੋਰੈਂਸ। ਪਰ ਹੁਣ ਇੱਕ ਕੰਪਨੀ ਜੀ ਕਹਿੰਦੀ ਵੀ ਜੇ ਕੋਈ ਸਕਿਲਡ ਪ੍ਰੋਫੈਸ਼ਨਲਸ ਨੇ, ਕਹਿਣ ਦਾ ਮਤਲਬ ਕੋਈ ਲਾਇਰ, ਕੋਈ ਡਾਕਟਰ, ਜੇ ਇੱਥੇ ਕੋਈ ਮੂਵ ਹੁੰਦੇ ਨੇ, ਵਰਕ ਪਰਮਿਟ ਤੇ ਆਉਂਦੇ ਨੇ, ਉਹਨਾਂ ਨੂੰ ਉਹ $1 ਮਿਲੀਅਨ ਤੱਕ, ਜਿਹੜੇ ਕੋਈ ਸਕਿਲਡ ਪ੍ਰੋਫੈਸ਼ਨਲਸ ਨੇ ਉਹਨਾਂ ਨੂੰ $1 ਮਿਲੀਅਨ ਤੱਕ ਜਿਹੜੇ ਕਹਿੰਦੇ ਲਾਈਫ ਇੰਸ਼ੋਰੈਂਸ ਅਸੀਂ ਆਰਾਮ ਨਾਲ ਦੇਵਾਂਗੇ, ਕੋਈ ਕਿੰਤੂ ਪਰੰਤੂ ਨਹੀਂ ਹੈਗਾ ਉਹਦੇ ਉੱਤੇ। ਸੋ ਇਹ ਇੱਕ ਨਵੀਂ, ਜਿੱਦਾਂ ਕਹਿ ਲਓ ਜੀ, ਜਦੋਂ ਇਦਾਂ ਕੋਈ ਕੰਪਨੀ ਸ਼ੁਰੂ ਕਰਦੀ ਹੈ, ਉਹਨੂੰ ਦੇਖਾ ਦੇਖੀ ਜੀ ਹੁਣ ਹੋਰ ਕੰਪਨੀਆਂ ਨੇ ਵੀ ਉਹੀ ਪ੍ਰੋਡਕਟ ਦੇਣੇ ਸ਼ੁਰੂ ਕਰ ਦੇਣੇ ਆ। ਸੋ ਇਹਦੇ ਨਾਲ ਜਿਹੜੇ ਹੁਣ ਵਰਕ ਪਰਮਿਟ ਤੇ ਆਏ ਹੋਏ ਨੇ ਜੀ, ਚਾਹੇ ਉਹਨਾਂ ਕੋਲ ਕੋਈ ਲੋਨ ਲਾਇਬਿਲਿਟੀਜ਼ ਹਜੇ ਨਹੀਂ ਹੈਗੀਆਂ, ਪਰ ਤੁਹਾਨੂੰ ਵੀ ਪਤਾ ਜੀ ਵੀ ਸਾਰਿਆਂ ਦਾ ਅਲਟੀਮੇਟ ਗੋਲ ਇਹੀ ਹੈ ਵੀ ਪਹਿਲਾਂ ਵਰਕ ਪਰਮਿਟ, ਫਿਰ PR, ਫਿਰ ਪੱਕੇ ਕੈਨੇਡਾ ਵਾਲੇ ਨੇ। ਬਿਲਕੁਲ ਜੀ। ਸੋ ਉਸ ਗੱਲ ਨੂੰ ਆਪਾਂ ਦੇਖਦੇ ਹਾਂ ਜੀ। ਸੋ ਜਿੰਨੀ ਅਰਲੀ ਏਜ, ਜਦੋਂ ਵੀ ਤੁਸੀਂ ਇੱਥੇ ਆਏ ਹੋ, ਉਦੋਂ ਹੀ ਆ ਕੇ ਹੁਣ ਤੁਹਾਡੇ ਕੋਲ ਆਪਸ਼ਨ ਹੈਗੀ ਹੈ ਜੀ ਜਿਹੜੀ ਲਾਈਫ ਇੰਸ਼ੋਰੈਂਸ ਹੈ, ਤੁਸੀਂ $5 ਲੱਖ ਤੋਂ ਲੈ ਕੇ $1 ਮਿਲੀਅਨ ਤੱਕ ਤੁਹਾਨੂੰ ਆਰਾਮ ਨਾਲ ਕੰਪਨੀਆਂ, ਸਾਰੀਆਂ ਮੇਜਰ ਕੰਪਨੀਆਂ ਨਾਲੇ ਪ੍ਰੋਵਾਈਡ ਕਰਾ ਰਹੀਆਂ ਨੇ। ਬਸ ਉਹਦੇ 'ਚ ਇੱਕ ਚੀਜ਼ ਜਿਹੜੀ ਮੇਨ ਧਿਆਨ 'ਚ ਰੱਖਣ ਦੀ ਹੈ ਵੀ ਤੁਹਾਡਾ ਜਿਹੜਾ ਵਰਕ ਪਰਮਿਟ ਆ ਜੀ ਉਹ ਵੈਲਿਡ ਹੋਵੇ 6 ਮਹੀਨੇ ਲਈ ਘੱਟੋ ਘੱਟ। ਤੇ ਬਾਕੀ ਜੇ ਤੁਸੀਂ ਪ੍ਰੋਫੈਸ਼ਨਲ ਹੋ ਜੀ, ਜਿੱਦਾਂ ਕੋਈ ਲਾਇਰ, ਡਾਕਟਰ, ਕੋਈ ਇੱਦਾਂ ਦੇ ਆਏ ਨੇ, ਡੈਫੀਨਿਟਲੀ ਉਹਨਾਂ ਨੂੰ ਤਾਂ $1 ਮਿਲੀਅਨ ਤੱਕ ਵੀ ਆਰਾਮ ਨਾਲ ਹੋ ਸਕਦੀ ਹੈ ਜੀ। ਕਈ ਵਾਰੀ ਇੰਜ ਹੁੰਦਾ ਅਮਰਿੰਦਰ ਜੀ, ਹੁਣ ਕਿਸੇ ਦਾ ਵਰਕ ਪਰਮਿਟ 6 ਮੰਥ ਦੇ ਲਈ ਵੈਲਿਡ ਆ, ਹਾਂਜੀ, ਹੁਣ ਉਹਨਾਂ ਨੇ ਇੰਸ਼ੋਰੈਂਸ ਲੈ ਲਈ ਆ, ਆਫਟਰ 6 ਮੰਥ ਸਮ ਰੀਜ਼ਨ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਆ, ਨਹੀਂ ਅੱਗੇ ਮਿਲਿਆ ਜਾਂ ਉਹਨਾਂ ਨੂੰ ਇਸ਼ੂ ਨਹੀਂ ਹੋਇਆ, ਕੋਈ ਇਹੋ ਜਿਹਾ ਕਾਰਨ ਹੋ ਗਿਆ, ਇਸ ਕੇਸ ਵਿੱਚ ਫਿਰ ਕੀ ਹੁੰਦਾ ਉਹਨਾਂ ਦਾ? ਦੇਖੋ ਜੀ, ਇੰਸ਼ੋਰੈਂਸ ਫਿਰ ਜਦੋਂ ਇੱਕ ਵਾਰੀ ਤੁਹਾਡੀ ਹੋ ਜਾਂਦੀ ਹੈ, ਉਸ ਤੋਂ ਬਾਅਦ ਤੁਹਾਡੇ ਕੋਲ ਜਦ ਤੱਕ ਤੁਸੀਂ ਪੇਮੈਂਟ ਦੇ ਰਹੇ ਹੋ ਜੀ ਇੰਸ਼ੋਰੈਂਸ ਦੀਆਂ, ਤਦ ਤੱਕ ਤੁਹਾਡੇ ਕੋਲ ਇੰਸ਼ੋਰੈਂਸ ਕਵਰੇਜ ਹੈਗੀ ਹੈ। ਸੋ ਜੇ ਹੁਣ ਤੁਸੀਂ ਕਿਸੇ ਰੀਜ਼ਨ ਕਰਕੇ ਵਰਕ ਪਰਮਿਟ ਨਹੀਂ ਲੱਗਿਆ ਤੁਹਾਡਾ, ਤੁਸੀਂ ਕੋਈ ਹੋਰ ਅਪਲਾਈ ਕੀਤਾ ਹੋਇਆ, ਪਰ ਤੁਸੀਂ ਪਹਿਲਾਂ ਇੰਸ਼ੋਰੈਂਸ ਲੈ ਚੁੱਕੇ ਹੋ, ਤੁਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹੋ, ਤੁਹਾਡੀ ਕਵਰੇਜ ਉਦਾਂ ਹੀ ਚੱਲ ਰਹੀ ਹੈ ਜੀ, ਕਵਰੇਜ ਨੂੰ ਕੁਝ ਨਹੀਂ ਹੋਣ ਲੱਗਾ। ਕਵਰੇਜ ਉਦੋਂ ਹੀ ਬੰਦ ਹੋਣੀ ਹੈ ਜਦੋਂ ਤੁਸੀਂ ਪੈਸੇ ਦੇਣੇ ਬੰਦ ਕਰ ਦਿਓ, ਜਦੋਂ ਪੇਮੈਂਟ ਬੰਦ ਕਰ ਦਿੱਤੀ। ਸੋ ਇਹ ਵੀ ਇੱਕ ਬਹੁਤ ਵਧੀਆ ਚੀਜ਼ ਹੈ ਜੀ, ਕਿਉਂਕਿ ਇੰਸ਼ੋਰੈਂਸ ਕੋਈ ਕੰਟਰੈਕਟ ਨਹੀਂ ਹੈਗਾ। ਸੋ ਇਹ ਵੀ ਨਹੀਂ, ਕਈ ਵਾਰੀ ਬੰਦੇ ਸੋਚਦੇ ਆ, ਮੇਰੇ ਕੋਲ ਕਈ ਵਾਰੀ ਕਾਲ ਆਉਂਦੀਆਂ ਜੀ ਵੀ ਓਕੇ ਜੇ ਮੈਂ 10 ਸਾਲ ਦੀ ਜਾਂ 20 ਸਾਲ ਦੀ ਇੰਸ਼ੋਰੈਂਸ ਕਰਾ ਲਈ ਜੀ ਜਾਂ 30 ਸਾਲ ਦੀ, ਫਿਰ ਮੈਂ ਵੱਜਿਆ ਗਿਆ ਵੀ ਮੈਨੂੰ ਇਹਨੇ ਹਰੇਕ ਰੱਖਣੀ ਹੀ ਪੈਣੀ ਹੈ ਨਹੀਂ ਦੇਰ ਦੀ। ਸੋ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ। ਇੰਸ਼ੋਰੈਂਸ ਦੇ ਵਿੱਚ ਤੁਹਾਡੇ ਕੋਲੇ ਆਪਸ਼ਨਸ ਹੈਗੀਆਂ ਨੇ। ਜਦ ਤੱਕ ਤੁਸੀਂ ਮਨੀ ਕੰਪਨੀ ਨੂੰ ਦਿਓਗੇ ਤਦ ਤੱਕ ਜਿਹੜੀ ਕੰਪਨੀ ਆਬਲੀਗੇਟਡ ਹੈ ਜੀ ਉਹਨਾਂ ਨੇ ਤੁਹਾਨੂੰ ਸਰਵਿਸ ਦੇਣੀ ਹੈ। ਜਦੋਂ ਤੁਸੀਂ ਕਹਿੰਦੇ ਵੀ ਨਹੀਂ ਮੈਂ ਹੁਣ ਨਹੀਂ ਰੱਖਣੀ ਇੰਸ਼ੋਰੈਂਸ, ਜਦੋਂ ਮਰਜ਼ੀ ਘਟਾ ਸਕਦੇ ਹੋ, ਤੇ ਤੁਹਾਨੂੰ ਕੋਈ ਕੰਟਰੈਕਟ ਨਹੀਂ, ਕੋਈ ਇਦਾਂ ਦੀ ਬੰਦਸ਼ ਨਹੀਂ ਹੁੰਦੀ ਜੀ। ਹੁਣ ਜਿਹਨੇ ਵਰਕ ਪਰਮਿਟ ਤੇ ਆ, ਤੁਸੀਂ ਕਿਹਾ ਕਿ ਉਹ ਮਿਲੀਅਨ ਤੱਕ ਵੀ ਲੈ ਸਕਦੇ ਹੈਗੇ ਆ, 5 ਲੱਖ ਤੋਂ ਹੁਣ ਮਿਲੀਅਨ ਤੱਕ ਲੈ ਸਕਦੇ ਆ। ਮੰਨ ਲਓ ਕਿਸੇ ਨੇ ਮਿਲੀਅਨ ਦੀ ਲੈ ਲਈ ਇੰਸ਼ੋਰੈਂਸ ਆਪਣੀ, ਵਰਕ ਪਰਮਿਟ ਤੇ ਸੀ, ਹੁਣ ਉਹ PR ਹੋ ਗਿਆ, ਤੇ ਉਹਦੇ ਕੋਲ ਆਪਸ਼ਨਸ ਹੁੰਦੀਆਂ ਕਿ ਉਹ ਆਪਣੀ ਇਸ ਇੰਸ਼ੋਰੈਂਸ ਨੂੰ ਹੋਰ ਵਧਾ ਕੇ ਅੱਗੇ 2 ਮਿਲੀਅਨ ਜਾਂ 3 ਮਿਲੀਅਨ ਜਾਂ 5 ਮਿਲੀਅਨ ਵੀ ਕਰ ਸਕਦਾ? ਬਿਲਕੁਲ ਕਰ ਸਕਦੇ ਜੀ। ਦੇਖੋ ਅਗੇਨ, ਜਦੋਂ PR ਹੋ ਜੀ ਤੁਸੀਂ ਜਾਂ ਕੈਨੇਡੀਅਨ ਹੋ ਜਾਂਦੇ ਆਪਾਂ, ਉਦੋਂ ਤੁਹਾਡੇ ਤੇ ਕੋਈ ਕੈਪ ਨਹੀਂ ਹੈਗਾ ਉਸ ਤਰੀਕੇ ਦਾ, ਠੀਕ ਹੈ ਜੀ। ਪਰ ਉਸ ਤੋਂ ਬਾਅਦ ਫਿਰ ਵੀ ਕੰਪਨੀਆਂ ਦੇਖਦੀਆਂ ਜੀ ਵੀ ਤੁਹਾਡੀ ਜ਼ਰੂਰਤ ਕੀ ਹੈ। ਹੁਣ ਜੇ ਆਪਣੀ ਲਾਇਬਿਲਿਟੀਜ਼ ਹੈਗੀਆਂ ਨੇ, ਵੀ ਜੇ ਆਪਾਂ ਜਸਟੀਫਾਈ ਕਰਦੇ ਹਾਂ ਵੀ ਓਕੇ ਮੇਰਾ 5 ਮਿਲੀਅਨ ਦੀ ਆ ਪ੍ਰੋਪਰਟੀ ਹੈ ਜਾਂ ਕੋਈ ਘਰ ਨੇ ਜਾਂ ਕੁਝ ਬਿਜ਼ਨਸ ਆ, ਡੈਫੀਨਿਟਲੀ ਉਸ ਚੀਜ਼ ਨੂੰ ਤੁਸੀਂ ਪ੍ਰੋਟੈਕਟ ਕਰਨ ਵਾਸਤੇ ਤੁਹਾਨੂੰ ਕੰਪਨੀ ਦੇ ਸਕਦੀ ਹੈ। ਪਰ ਜੇ ਹੁਣ ਆਪਣੀ ਲਾਇਬਿਲਿਟੀਜ਼ ਨਹੀਂ ਹੈਗੀਆਂ ਜੀ, ਤੇ ਆਪਾਂ ਕਹੀਏ ਵੀ ਨਹੀਂ ਸਾਡੀ ਹੁਣ ਲਾਇਬਿਲਿਟੀ ਤਾਂ ਹੈ ਨਹੀਂ ਕਿ 5 ਲੱਖ ਦੀ ਹੈ, ਪਰ ਸਾਨੂੰ $5 ਮਿਲੀਅਨ ਦੀ ਇੰਸ਼ੋਰੈਂਸ ਚਾਹੀਦੀ ਹੈ, ਫਿਰ ਕੰਪਨੀ ਪੁੱਛ ਸਕਦੀ ਹੈ ਵੀ ਓਕੇ ਤੁਹਾਨੂੰ ਇੰਨੀ ਇੰਸ਼ੋਰੈਂਸ ਕਿਉਂ ਚਾਹੀਦੀ ਹੈ। ਸੋ ਬਿਲਕੁਲ ਜਦੋਂ ਹੁਣ ਵਰਕ ਪਰਮਿਟ ਤੇ ਆ, 5 ਲੱਖ ਤੋਂ $1 ਮਿਲੀਅਨ ਤੱਕ ਤੁਹਾਡੇ ਕੋਲ ਅਵੇਲੇਬਿਲਿਟੀ ਹੈ। ਪਰ ਜੇ ਕੋਈ PR ਆ,
ਉਹ ਜਿੰਨੇ ਮਰਜ਼ੀ ਦੀ ਇੰਸ਼ੋਰੈਂਸ ਕਰਾ ਸਕਦੇ ਹੋ ਬੇਸਡ ਔਨ ਵੀ ਤੁਹਾਡੀ ਲਾਇਬਿਲਿਟੀ ਜਿਹੜੀ ਹੈ ਉਹ ਜਸਟੀਫਾਈ ਕਰੇ ਵੀ ਹਾਂ ਸਾਨੂੰ ਇਹਨਾਂ ਲੋਨ ਚਾਹੀਦਾ ਹੈ ਜੀ। ਜਦੋਂ ਅਸੀਂ ਸੁਪਰ ਵੀਜ਼ੇ ਦੀ ਗੱਲ ਕਰਦੇ ਹਾਂ, ਸੋ ਐਨੀ ਅਪਡੇਟ ਔਨ ਸੁਪਰ ਵੀਜ਼ੇ ਤੇ ਆਈ ਹੈ, ਇਹਦੀ ਪ੍ਰੋਸੈਸਿੰਗ ਟਾਈਮ ਵਿੱਚ ਕੋਈ ਚੇਂਜਸ, ਇੰਸ਼ੋਰੈਂਸ ਵਿੱਚ ਕੋਈ ਚੇਂਜਸ ਆਈਆਂ ਹੈਗੀਆਂ? ਹਾਂਜੀ, ਸੁਪਰ ਵੀਜ਼ੇ ਦੀ ਜਦੋਂ ਵੀ ਗੱਲ ਕਰਦੇ ਹਾਂ ਜੀ, ਜਿਹੜਾ ਇੱਕ ਮੇਨ ਕੁਐਸਚਨ ਹਮੇਸ਼ਾ ਮੈਨੂੰ ਆਉਂਦਾ ਜੀ ਵੀ ਓਕੇ ਇਹਦੀ ਕੋਈ ਆਪਣੀ ਉਹ ਤਾਂ ਨਹੀਂ ਚੇਂਜ ਤਾਂ ਨਹੀਂ ਹੋਗੀ ਜੀ, ਕਵਰੇਜ ਦੇ ਅਮਾਊਂਟ ਤਾਂ ਨਹੀਂ ਕੋਈ ਚੇਂਜ ਹੋਗੀ, ਰਿਕੁਆਇਰਮੈਂਟ ਤਾਂ ਨਹੀਂ ਚੇਂਜ ਹੋਗੀ। ਕੋਈ ਵੀ ਰਿਕੁਆਇਰਮੈਂਟ ਚੇਂਜ ਨਹੀਂ ਹੋਈ ਜੀ। ਸੋ $1 ਲੱਖ ਤੱਕ $1 ਲੱਖ ਜਿਹੜੀ ਹੈ ਜੀ ਉਹ ਅੱਜ ਵੀ ਉਹੀ ਸੇਮ ਰਿਕੁਆਇਰਮੈਂਟ ਆ, ਪਰ ਨਾਲ ਦੀ ਨਾਲ ਇਹ ਵੀ ਨਹੀਂਗਾ ਵੀ ਸਿਰਫ 1 ਲੱਖ ਦੀ ਹੋਈ ਕਰਾਣੀ ਹੈ। ਇਹ ਵੀ ਮੈਂ ਨਾਲ ਦੀ ਨਾਲ ਕਲੀਅਰ ਕਰ ਦਵਾਂ, ਹੁਣ ਬਹੁਤ ਸਾਰੇ ਲੋਕੀ ਜਿਹੜੇ ਆ ਰਹੇ ਆ ਜੀ ਉਹ $1 ਲੱਖ ਤੋਂ ਜ਼ਿਆਦਾ ਕਰਵਾ ਰਹੇ ਆ। ਹੁਣੇ ਰੀਸੈਂਟਲੀ ਇੱਕ ਕੇਸ ਹੋਇਆ ਸੀਗਾ ਜੀ, ਰੋਜ਼ ਹੀ ਖਬਰਾਂ ਦੇ ਵਿੱਚ ਆਉਂਦੇ ਹੀ ਰਹਿੰਦੇ ਨੇ, ਉਹਨਾਂ ਦਾ ਜਿਹੜਾ ਮੈਡੀਕਲ ਐਮਰਜੈਂਸੀ ਦਾ ਖਰਚਾ $2.5 ਲੱਖ ਤੱਕ ਚਲਾ ਗਿਆ। ਹੁਣ ਉਹ ਵਿਚਾਰੇ $1 ਲੱਖ ਦੀ ਕਵਰੇਜ ਸੀਗੀ ਉਹਨਾਂ ਕੋਲੇ, ਪਰ ਉਹ ਹੁਣ $1.5 ਲੱਖ ਜਿਹੜਾ ਉੱਪਰਲਾ ਉਹ ਕਿੱਥੋਂ ਕਵਰ ਕਰਨਾ ਸੀਗਾ। ਸੋ ਅਗੇਨ, ਜੇ ਤੁਹਾਨੂੰ ਪਹਿਲਾਂ ਤੋਂ ਲੱਗਦਾ ਆ ਵੀ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਜਿਨ੍ਹਾਂ ਨੂੰ ਬੁਲਾ ਰਹੇ ਹੋ, ਜੇ ਉਹਨਾਂ ਦੀ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ, ਜਿੰਨੀ ਮੈਕਸਿਮਮ ਕਵਰੇਜ ਤੁਸੀਂ ਕਰਵਾ ਸਕਦੇ ਹੋ, ਕੰਪਨੀਆਂ $1 ਲੱਖ, $1.5 ਲੱਖ, $2 ਲੱਖ, $3 ਲੱਖ ਤੱਕ ਤੁਹਾਨੂੰ ਆਰਾਮ ਨਾਲ ਜਿਹੜੀ ਹੈ ਤੁਹਾਡੇ ਕੋਲ ਸੁਪਰ ਵੀਜ਼ਾ ਜਾਂ ਵਿਜ਼ਟਰ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਸੋ ਅਗੇਨ $500-700 ਪਿੱਛੇ ਆਪਾਂ ਉਹ ਚੀਜ਼ ਨੂੰ ਨਾ ਦੇਖੋ, ਕਿਉਂਕਿ ਜਦੋਂ ਇੱਥੇ ਹਜ਼ਾਰਾਂ ਲੱਖਾਂ 'ਚ ਖਰਚਾ ਜਾਂਦਾ ਜੀ ਉਦੋਂ ਪ੍ਰੋਬਲਮ ਆਉਂਦੀ ਹੈ। ਕਿਉਂਕਿ ਮੈਨੂੰ ਹੁਣ ਕਾਲ ਆਈ ਸੀ ਜੀ ਉਹਨਾਂ ਦੀ, ਉਹ ਕਹਿੰਦੇ ਵੀ ਤੁਸੀਂ ਰੇਡੀਓ ਤੋਂ ਵੀ ਜਾਂਦੇ ਹੋ ਜੀ, ਟੀਵੀ ਤੇ ਵੀ ਜਾਂਦੇ ਹੋ, ਵੀ ਪਲੀਜ਼ ਸਾਡੀ ਵੀ ਹੈਲਪ ਕਰੋ। ਮੈਂ ਕਿਹਾ ਜ਼ਰੂਰ ਮੈਂ ਉਹਨਾਂ ਨਾਲ ਗੱਲ ਕਰੂੰਗਾ, ਪਰ ਹੁਣ ਇਦਾਂ ਲਾਈਕ ਜੇ ਸਾਰੇ ਕਰਨ ਲੱਗ ਗਏ ਤੇ ਇਟਸ ਗੋਣਾ ਬੀ ਵੈਰੀ ਹਾਰਡ, ਰਾਈਟ। ਸੋ ਅਗੇਨ ਆਪਣੇ ਆਪ ਨੂੰ ਪਹਿਲਾਂ ਤੋਂ ਪ੍ਰੋਟੈਕਟ ਜ਼ਰੂਰ ਕਰੋ। ਸਿਰਫ 1 ਲੱਖ ਉਹ ਤਾਂ ਮਿਨੀਮਮ ਰਿਕੁਆਇਰਮੈਂਟ ਤਾਂ ਹੈ ਹੀ ਹੈ, ਪਰ ਜੇ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੈ ਵੀ ਸਾਡੀ ਹੈਲਥ ਦੇ ਵਿੱਚ ਕੋਈ ਇਸ਼ੂ ਹੈਗੇ ਨੇ, ਜਾਂ ਮੇਰੇ ਪੇਰੈਂਟਸ ਨੂੰ ਹੋ ਸਕਦਾ ਵੀ ਉਹਨਾਂ ਨੂੰ ਪਹਿਲਾਂ ਤੋਂ ਪਤਾ ਆ ਵੀ ਉਹਨਾਂ ਦੀ ਹੈਲਥ ਇੰਨੀ ਠੀਕ ਨਹੀਂ ਰਹਿੰਦੀ, ਇੱਥੇ ਜਿਹੜਾ ਹਸਪੀਟਲਾਈਜੇਸ਼ਨ ਦਾ ਖਰਚਾ ਹੈ ਜੀ ਉਹ ਬਹੁਤ ਜ਼ਿਆਦਾ ਆ। ਸੋ ਇਸ ਕਰਕੇ ਆਪਣੀ ਪ੍ਰੋਟੈਕਸ਼ਨ ਜਿੰਨੀ ਮੈਕਸਿਮਮ ਤੋਂ ਮੈਕਸਿਮਮ ਕਰਵਾ ਸਕਦੇ ਹੋ। ਨਾਲੇ ਬਲਜਿੰਦਰ ਜੀ ਹੁਣ ਤਾਂ ਉਦਾਂ ਹੀ ਸੌਖਾ ਹੋ ਗਿਆ ਵੀ ਮੰਥਲੀ ਆਪਸ਼ਨ ਪੇਮੈਂਟਸ ਹੈਗੀਆਂ ਨੇ। ਸੋ ਇਹ ਵੀ ਨਹੀਂਗਾ ਵੀ ਜੇ ਹੁਣ ਕਿਸੇ ਦਾ $3000-4000 ਆ ਵੀ ਅਪ ਫਰੰਟ ਦੇਣਾ, ਉਹ ਮਹੀਨੇ ਦੀਆਂ ਕਿਸ਼ਤਾਂ ਬਣ ਜਾਂਦੀਆਂ ਤੁਹਾਡੀਆਂ। ਅੱਛਾ, ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਕਿ 1 ਲੱਖ ਤੇ ਹੈਗਾ ਹੀ ਹੈਗਾ ਆ, ਉਹ ਤਾਂ ਲੈਣੀ ਪੈਣੀ ਆ, ਤੇ ਉਹਦੀ ਪੇਮੈਂਟ ਕਿੰਨੀ ਕੁ ਬਣ ਜਾਂਦੀ ਹੈਗੀ ਮੰਥਲੀ ਜੇ ਅਸੀਂ ਗੱਲ ਕਰੀਏ ਸੁਪਰ ਵੀਜ਼ੇ ਦੀ? ਹਾਂਜੀ, ਹੁਣ ਅਗੇਨ ਡਿਪੈਂਡਿੰਗ ਅਪਨ ਏਜ ਦੇ ਬੇਸਿਸ ਤੇ ਹੈਲਥ ਦੇ ਬੇਸਿਸ ਤੇ ਹੈ ਜੀ। ਫੋਰ ਐਗਜ਼ਾਮਪਲ ਜੇ ਕੋਈ ਹੁਣ ਆਇਆ ਜੀ ਆਪਣਾ 60 ਸਾਲ ਤੋਂ ਥੱਲੇ ਨੇ, ਠੀਕ ਹੈ ਜੀ, 40 ਤੋਂ ਲੈ ਕੇ 60 ਈਅਰ ਦੇ ਵਿੱਚ ਨੇ, ਕੋਈ ਹੈਲਥ ਕੰਡੀਸ਼ਨ ਨਹੀਂ ਹੈਗੀ ਜੀ ਉਹਨਾਂ ਨੂੰ, ਉਹਨਾਂ ਦੀ ਜਿਹੜੀ ਮੰਥਲੀ ਕਾਸਟ ਹੈ ਜੀ ਉਹ $90-92 ਪਰ ਮੰਥ ਹੈ, ਠੀਕ ਹੈ। ਸੁਪਰ ਵੀਜ਼ਾ ਦੀ ਪੂਰੇ ਸਾਲ ਦੀ ਕਵਰੇਜ ਨਾਲੇ $1 ਲੱਖ ਦੀ ਕਵਰੇਜ ਪਰ ਪਰਸਨ। ਸੋ ਇਦਾਂ ਹੀ ਜਿੱਦਾਂ ਅਲੱਗ-ਅਲੱਗ ਤੁਹਾਡੀ ਬੇਸਡ ਔਨ ਤੁਹਾਡੀ ਹੈਲਥ ਕੰਡੀਸ਼ਨ, ਤੁਸੀਂ ਕਿਹੜੀ ਕੰਪਨੀ ਨਾਲ ਡੀਲ ਕਰਦੇ ਹੋ, ਤੁਸੀਂ ਇੱਕ ਗੋਲੀ ਖਾਂਦੇ ਹੋ, ਜਾਂ ਤੁਹਾਨੂੰ BP ਦੀ ਤੁਸੀਂ 2 ਗੋਲੀਆਂ ਖਾਂਦੇ ਹੋ, ਜਾਂ ਤੁਹਾਨੂੰ ਡਾਇਬਟੀਜ਼ ਆ, ਜਾਂ ਤੁਹਾਡੀ ਕੋਈ ਸਰਜਰੀ ਹੋਈ ਹੈ। ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਬੇਸ ਤੇ ਤੁਹਾਡਾ ਜਿਹੜੇ ਪਲਾਨ ਨੇ ਜੀ ਉਹ ਡਿਜ਼ਾਈਨ ਹੁੰਦੇ ਆ। ਸੋ ਜ਼ਰੂਰ ਇੱਕ ਵਾਰੀ ਆਪਣੇ ਐਡਵਾਈਜ਼ਰ ਨਾਲ ਬੈਠੋ, ਚੰਗੀ ਤਰ੍ਹਾਂ ਸਮਝੋ, ਮੰਥਲੀ ਪਲਾਨ ਦਾ ਜ਼ਰੂਰ ਫਾਇਦਾ ਲਓ। ਤੇ ਜਿੱਦਾਂ ਆਪਾਂ ਗੱਲ ਕੀਤੀ ਪ੍ਰੋਸੈਸਿੰਗ ਟਾਈਮ ਜੀ, ਹਜੇ ਵੀ ਪ੍ਰੋਸੈਸਿੰਗ ਟਾਈਮ ਜੀ ਇਹ ਫਲਕਚੁਏਟ ਹੁੰਦਾ ਰਹਿੰਦਾ ਆ। ਕਈ ਵਾਰੀ ਉਹ 2 ਮਹੀਨੇ ਦਿਖਾ ਦਿੰਦਾ, ਕਈ ਵਾਰੀ 3 ਮਹੀਨੇ ਦਿਖਾ ਦਿੰਦਾ, ਪਰ ਤੁਸੀਂ ਲੈ ਕੇ ਚੱਲੋ ਵੀ ਐਵਰੇਜ 2 ਤੋਂ 3 ਮਹੀਨੇ ਤਾਂ ਕਿਤੇ ਨਹੀਂ ਗਏ ਜੀ ਇਸ ਵੇਲੇ ਜਿਹੜੇ ਕੋਈ ਵੀ ਸੁਪਰ ਵੀਜ਼ਾ ਐਪਲੀਕੇਸ਼ਨ ਕਰਕੇ। ਸੋ ਜੇ ਕੋਈ ਵੀ ਵਿਚਾਰ ਕਰ ਰਿਹਾ, ਡੈਫੀਨਿਟਲੀ ਪ੍ਰੋਗਰਾਮ ਤੋਂ ਬਾਅਦ ਮੈਨੂੰ ਕਾਲ ਕਰ ਸਕਦਾ, ਉਹਨਾਂ ਨੂੰ ਚੰਗੀ ਤਰ੍ਹਾਂ ਗਾਈਡ ਵੀ ਕੀਤਾ ਜਾ ਸਕਦਾ, ਮੰਥਲੀ ਪੇਮੈਂਟ ਪਲਾਨਸ ਬਾਰੇ ਵੀ ਸਮਝਾਇਆ ਜਾ ਸਕਦਾ, ਤੇ ਕਿਹੜਾ ਪਲਾਨ ਉਹਨਾਂ ਵਾਸਤੇ ਫਿੱਟ ਹੋਊਗਾ, ਕਸਟਮ ਉਹਨਾਂ ਵਾਸਤੇ ਡਿਜ਼ਾਈਨ ਵੀ ਕੀਤਾ ਜਾ ਸਕਦਾ ਜੀ। ਤੇ ਜਦੋਂ ਅਸੀਂ ਸੁਪਰ ਵੀਜ਼ੇ ਦੀ ਗੱਲ ਕਰਦੇ ਹਾਂ, ਮੋਸਟਲੀ ਲੋਕੀ ਇਹ ਪਿਛਲੇ ਕੁਝ ਸਮੇਂ ਤੋਂ ਸਾਡੇ ਸਾਹਮਣੇ ਵੀ ਆ ਰਿਹਾ, ਲੋਕੀ ਨਿੱਕੀਆਂ ਗੱਲਾਂ ਲੁਕੋ ਲੈਂਦੇ ਆ। ਕਿਸੇ ਦੀ ਕੋਈ ਹੈਲਥ ਦੀ ਕੰਡੀਸ਼ਨ ਥੋੜੀ ਜਿਹੀ ਜ਼ਿਆਦਾ ਵਰਸ ਆ, ਉਹ ਸੋਚ ਲੈਂਦੇ ਇੰਸ਼ੋਰੈਂਸ 'ਚ ਫਰਕ ਪੈਣਾ, ਉਹ ਦੱਸਦੇ ਨੇਗੇ, ਪਰ ਜਦੋਂ ਇੱਥੇ ਆ ਕੇ ਫਿਰ ਕੰਪਲਿਕੇਸ਼ਨਸ ਹੁੰਦੀਆਂ ਫਿਰ ਉਹ ਪਛਤਾਉਂਦੇ ਆ। ਸੋ ਹਰ ਇੱਕ ਬਿਮਾਰੀ ਦੱਸਣੀ ਚਾਹੀਦੀ ਹੈ, ਪੂਰਾ ਮੈਡੀਕਲ ਜਿਹੜੀ ਹਿਸਟਰੀ ਆ ਦੱਸਣੀ ਚਾਹੀਦੀ ਹੈ। ਕਈ ਵਾਰੀ ਹੁਣ ਕਹਿੰਦੇ ਆ ਕਿ ਮੇਰੀ ਇਹ ਬਿਮਾਰੀ ਤਾਂ ਥੋੜੇ ਟਾਈਮ ਲਿਆ, ਮੈਨੂੰ ਆਪੇ ਹੀ ਹਟ ਜਾਂਦੀ, ਆਪੇ ਹੀ ਹੋ ਜਾਂਦੀ ਆ ਨਾ। ਸੋ ਜਦੋਂ ਇੱਥੇ ਆ ਕੇ ਹੋ ਜਾਂਦੀ ਆ ਫਿਰ ਉਹਦਾ ਸਾਨੂੰ ਕਈ ਵਾਰੀ ਬਹੁਤ ਜ਼ਿਆਦਾ ਖਮਿਆਜਾ ਭੁਗਤਣਾ ਪੈਂਦਾ। ਸੋ ਇਹ ਜਿਹੜੀ ਹੈਲਥ ਦਾ ਹੈਗਾ ਆ, ਇਹ ਟੋਟਲ ਕੁਝ ਵੀ ਲੁਕਾਉਣਾ ਨਹੀਂ ਚਾਹੀਦਾ। ਸੋ ਇਹ ਤੁਸੀਂ ਕਲਾਇੰਟਸ ਨੂੰ ਗਾਈਡ ਕਰਦੇ ਆ ਹਮੇਸ਼ਾ? ਐਬਸੋਲੂਟਲੀ ਜੀ। ਦੇਖੋ ਕਈ ਵਾਰੀ ਮੈਨੂੰ ਕਾਲ ਆਉਂਦੇ ਬਲਜਿੰਦਰ ਜੀ, ਕਹਿਣਗੇ ਮਾੜੀ ਮੋਟੀ ਦਵਾਈ ਹੈ ਜੀ, BP ਦੀ ਖਾਂਦੇ ਆ, ਮਾੜੀ ਮੋਟੀ ਦਵਾਈ ਹੈ ਸ਼ੂਗਰ ਦੀ ਖਾਂਦੇ ਆ। ਸੋ ਦੇਖੋ ਗੱਲ ਇਹ ਹੁੰਦੀ ਹੈ, ਦਵਾਈ ਚਲੋ ਹੋ ਸਕਦਾ ਵਾਕਈ ਮਾੜੀ ਮੋਟੀ ਹੋਵੇ ਵੀ ਉਹ ਕਦੀ ਖਾ ਲਈ ਕਦੀ ਨਹੀਂ ਖਾਈ, ਪਰ ਉਹ ਤੁਹਾਡੀ ਇੱਕ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਹੈ, ਰਾਈਟ। ਤੁਹਾਨੂੰ ਉਹਨਾਂ ਨੇ ਗੋਲੀ ਦਿੱਤੀ ਹੈ, ਉਹ ਤੁਸੀਂ ਆਪਣੀ ਚੋਇਸ ਨਾਲ, ਹੁਣ ਬੰਦਾ ਕਹਿੰਦਾ ਵੀ ਮੈਂ ਖਾਣੀ ਹੈ ਕਿ ਨਹੀਂ ਖਾਣੀ, ਤੁਹਾਡੀ ਆਪਦੀ ਮਰਜ਼ੀ ਹੈ। ਪਰ ਕੱਲ ਨੂੰ ਇੱਥੇ ਆ ਕੇ ਜੇ ਹੁਣ ਤੁਹਾਡਾ ਕੋਈ BP ਸ਼ੂਟ ਕਰ ਜਾਂਦਾ, ਜਾਂ ਕੋਈ ਤੁਹਾਨੂੰ ਡਾਇਬਟੀਜ਼ ਕਰਕੇ ਕੋਈ ਇਸ਼ੂ ਕੰਸਰਨ ਆ ਜਾਂਦੇ ਆ, ਜੇ ਆਪਾਂ ਉਹ ਚੀਜ਼ ਡਾਇਗਨੋਸ ਆਪਾਂ ਪਹਿਲਾਂ ਡਿਸਕਲੋਜ਼ ਨਹੀਂ ਕਰਦੇ, ਉਹ ਇੱਥੇ ਆ ਕੇ ਡਾਇਗਨੋਸ ਹੋ ਗਈ ਜੀ, ਤੁਸੀਂ ਡਿਸਕਲੋਜ਼ ਕੀਤੀ ਨਹੀਂ, ਉਸ ਤੋਂ ਬਾਅਦ ਫਿਰ ਕੰਪਨੀਆਂ ਜਿਹੜੀਆਂ ਨੇ ਤੁਹਾਨੂੰ ਡਿਨਾਈ ਕਰ ਸਕਦੀਆਂ ਨੇ ਤੁਹਾਡਾ ਕਲੇਮ। ਸੋ ਕੋਈ ਵੀ ਚੀਜ਼ ਆ, ਦੇਖੋ ਜੀ ਉਹ ਕਹਿੰਦੇ ਵੀ ਇੰਸ਼ੋਰੈਂਸ ਵਾਲਿਆਂ ਤੋਂ ਕੋਈ ਚੀਜ਼ ਲੁਕਾਉਣ ਦੀ ਲੋੜ ਨਹੀਂ, ਨਾ ਡਾਕਟਰ ਤੋਂ, ਨਾ ਇੰਸ਼ੋਰੈਂਸ ਨਾ ਡਾਕਟਰ ਤੋਂ, ਨਾ ਇੰਸ਼ੋਰੈਂਸ ਵਾਲੇ ਤੋਂ, ਨਾ ਵਕੀਲ ਤੋਂ। ਲੁਕੋ ਕੇ ਨਾ ਰੱਖੋ, ਦੱਸ ਕੇ ਜ਼ਰੂਰ। ਬਿਲਕੁਲ ਪ੍ਰੋਪਰਲੀ ਸਾਰਾ ਕੁਝ ਤੁਸੀਂ ਡਿਸਕਲੋਜ਼ ਕਰੋ। ਦੇਖੋ ਫਰਕ ਕੀ ਪੈਣਾ ਜੀ, ਬਾਹਲਾ ਤੋਂ ਬਾਹਲਾ $200, $300, $400 ਦਾ ਫਰਕ ਪੈ ਜਾਂਦਾ, ਪਰ ਉਹ ਜਿਹੜੀ ਤੁਹਾਡੀ
ਪੀਸ ਆਫ ਮਾਈਂਡ ਹੈ ਜੀ, ਉਹਦੀ ਕੋਈ ਵੈਲਿਊ ਨਹੀਂ ਹੁੰਦੀ। ਕੱਲ ਨੂੰ ਜੋ ਤੁਹਾਨੂੰ ਪਤਾ ਵੀ ਪ੍ਰੋਪਰ ਕੰਮ ਕਰਕੇ ਮੈਂ ਇੱਥੇ ਬੁਲਾਇਆ ਨੇ, ਵੀ ਹੁਣ ਕੰਪਨੀ ਡਿਨਾਈ ਨਹੀਂ ਕਰ ਸਕਦੀ ਵੀ ਮੈਂ ਸਾਰਾ ਕੁਝ ਦੱਸਿਆ ਵੀ ਇਹਨਾਂ ਨੂੰ ਆ ਬੀਪੀ ਵੀ ਸੀ, ਇਹਨਾਂ ਨੂੰ ਸ਼ੂਗਰ ਵੀ ਸੀ। ਕਈ ਕੰਪਨੀਆਂ ਤਾਂ ਇੱਦਾਂ ਦੀ ਬਲਜਿੰਦਰ ਜੀ ਉਹ ਕਹਿੰਦੀਆਂ ਵੀ ਡਜ਼ਨਟ ਮੈਟਰ ਜਿਹੜੀ ਮਰਜ਼ੀ ਤੁਹਾਨੂੰ ਕੰਡੀਸ਼ਨ ਹੋਵੇ, ਜੋ ਮਰਜ਼ੀ ਤੁਹਾਡੇ ਕੋਲ ਹੋਵੇ, ਪਰ ਉਹ ਸਟੇਬਲ ਹੋਣੀ ਚਾਹੀਦੀ ਹੈ ਵੀ 120 ਦਿਨ ਤੁਸੀਂ ਆਉਣ ਤੋਂ ਪਹਿਲਾਂ ਤੁਹਾਡੀ ਉਹ ਕੰਡੀਸ਼ਨ ਸਟੇਬਲ ਹੋਣੀ ਚਾਹੀਦੀ ਹੈ। ਅਸੀਂ ਸਾਰਾ ਕੁਝ ਹੀ ਕਵਰ ਕਰ ਲਾਂਗੇ ਜਿਹੜੀ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈ। ਸੋ ਅਗੇਨ ਆਪਣੇ ਐਡਵਾਈਜ਼ਰ ਨਾਲ ਬੈਠ ਕੇ ਦੇਖੋ ਵੀ ਕਿਹੜੀ ਕੰਪਨੀ ਤੁਹਾਡੇ ਵਾਸਤੇ, ਜੇ ਕੋਈ ਖਾਸ ਕਰਕੇ ਜੇ ਕਿਸੇ ਨੂੰ ਮੈਡੀਕਲ ਕੰਡੀਸ਼ਨ ਆ, ਵੀ ਕਿਹੜੀ ਕੰਪਨੀ ਤੁਹਾਡੇ ਵਾਸਤੇ ਫਿੱਟ ਬੈਠੇਗੀ। ਅੱਛਾ ਅਮਰਿੰਦਰ, ਤੁਸੀਂ ਹੁਣ ਅਕਸਰ ਲੋਕਾਂ ਨਾਲ ਡੀਲ ਕਰਦੇ ਰਹਿੰਦੇ ਹੋ, ਹਾਂਜੀ। ਕਿੰਨੇ ਕੁ ਲੋਕ ਆ ਜਿਹੜੇ ਤੁਹਾਡੇ ਕੋਲ ਇਨ ਪਰਸਨ ਜਾਂ ਫੋਨ ਤੇ ਚੰਗਾ ਟਾਈਮ ਲਾ ਕੇ ਇਹ ਸਾਰੇ ਸਵਾਲ ਜਿਹੜੇ ਤੁਸੀਂ ਦੱਸੇ ਆ ਇਹ ਸਾਰੇ ਪੁੱਛਦੇ ਆ, ਤੇ ਕਿੰਨੇ ਕੁ ਉਹ ਲੋਕ ਆ ਜਿਹੜੇ ਬਸ ਸਿਰਫ ਇਹ ਕਹਿੰਦੇ ਆ ਕਿ ਬੇਬੇ ਨੇ ਆਉਣਾ ਆ, ਇੰਸ਼ੋਰੈਂਸ ਕਰ ਦਿਓ, ਬੇਬੇ ਠੀਕ ਆ, ਫਿੱਟ ਐਂਡ ਫਾਈਨ ਆ, ਤੁਸੀਂ ਇੰਸ਼ੋਰੈਂਸ ਕਰ ਦਿਓ ਬਸ। ਸੋ ਕਿਵੇਂ ਦੇ ਲੋਕਾਂ ਨਾਲ ਐਕਸਪੀਰੀਅੰਸ ਹੁੰਦਾ ਰਹਿੰਦਾ ਤੁਹਾਡਾ? ਹਾਂਜੀ ਬਿਲਕੁਲ ਜੀ, ਮੈਂ ਕਹੂੰਗਾ 50-50% ਹੈ ਜੀ। ਕਈ ਵਾਰੀ ਜਿਹੜੇ ਲੋਕੀ ਨੇ ਉਹ ਕਈ ਬਹੁਤ ਹੋਮਵਰਕ ਕਰਕੇ ਆਉਂਦੇ ਜੀ, ਉਹ ਪਹਿਲਾਂ ਹੀ ਉਹਨਾਂ ਨੇ ਹੋਰਾਂ ਨੂੰ ਵੀ ਕਾਲ ਕੀਤੀ ਹੁੰਦੀ ਹੈ, ਫਿਰ ਕਹਿੰਦੇ ਵੀ ਤੁਹਾਨੂੰ ਵੀ ਸੁਣਿਆ ਸੀਗਾ ਜੀ, ਸੋਚਿਆ ਵੀ ਤੁਹਾਡੇ ਤੋਂ ਸੈਕੰਡ ਓਪੀਨੀਅਨ ਲੈ ਲਈਏ। ਸੋ ਉਹਨਾਂ ਨੂੰ ਦੇਖ, ਪਰ ਆਪਣਾ ਗੋਲ ਇਹ ਹੈ ਜੀ ਪਲਾਨ ਇੰਸ਼ੋਰੈਂਸ ਦੇ ਉੱਤੇ ਕਿ ਮੈਂ ਹਰੇਕ ਨੂੰ, ਚਾਹੇ ਉਹਨਾਂ ਨੇ ਪੁੱਛਿਆ ਹੋਵੇ ਚਾਹੇ ਨਾ ਪੁੱਛਿਆ ਹੋਵੇ, ਆਪਾਂ A to Z ਸਾਰਾ ਸਮਝਾਉਣਾ ਜੀ। ਮੈਂ ਉਹਨਾਂ ਤੋਂ ਪੁੱਛਣਾ ਹੀ ਹੈ, ਚਾਹੇ ਉਹਨਾਂ ਨੂੰ ਚੰਗਾ ਲੱਗੇ ਚਾਹੇ ਮਾੜਾ ਲੱਗੇ। ਉਹ ਕਹਿੰਦੇ ਵੀ ਤੁਸੀਂ ਇੰਸ਼ੋਰੈਂਸ ਕਰ ਦਿਓ, ਮੈਂ ਇਹ ਕਰ ਦਿੰਦੇ ਆ, ਪਹਿਲਾਂ ਮੈਨੂੰ ਆਹ ਕੁਐਸਚਨ ਦੇ ਆਨਸਰ ਦੱਸੋ, ਪਹਿਲਾਂ ਦੱਸੋ ਵੀ ਇਹਨਾਂ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਹੈ। ਜਿੱਦਾਂ ਮੈਂ ਦੱਸਿਆ ਜੀ, ਬਹੁਤ ਵਾਰੀ ਲੋਕੀ ਕਹਿੰਦੇ ਆ ਮਾੜੀ ਮੋਟੀ, ਮਾੜੀ ਮੋਟੀ ਦਵਾਈ ਹੈ ਜੀ ਇਹਦੀ, ਮਾੜੀ ਮੋਟੀ ਉਹ ਵਾਲੀ ਹੈ। ਸੋ ਉਹ ਚੀਜ਼ਾਂ ਬਿਲਕੁਲ ਕਲੈਰੀਫਾਈ ਕਰਕੇ ਫਿਰ ਉਹਨਾਂ ਨੂੰ ਮੈਂ ਪਲਾਨ ਡਿਜ਼ਾਈਨ ਕਰਦਾ ਜੀ। ਕੋਈ ਰਸ਼ ਵਾਲਾ ਕੰਮ ਨਹੀਂ, ਕਿਉਂਕਿ ਦੇਖੋ ਪਲਾਨ ਡਿਜ਼ਾਈਨ ਕਰਨਾ ਜਾਂ ਕਿਸੇ ਨੂੰ ਇੰਸ਼ੋਰੈਂਸ ਦੇਣੀ ਜਾਂ ਵੇਚਣੀ ਬਹੁਤ ਸੌਖਾ ਕੰਮ ਹੈ, ਪਰ ਜਦੋਂ ਕੱਲ ਨੂੰ ਕਲੇਮ ਹੁੰਦਾ ਜੀ, ਉਸ ਵੇਲੇ ਜਦੋਂ ਫਿਰ ਤੁਹਾਨੂੰ ਪਤਾ ਲੱਗਦਾ ਵੀ ਜੇ ਤੁਸੀਂ ਗਲਤ ਪ੍ਰੋਡਕਟ ਉਹਨਾਂ ਨੂੰ ਦੇਤਾ ਜਾਂ ਤੁਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਨਹੀਂ ਕੀਤਾ, ਉਹ ਫਿਰ ਤੁਹਾਡੇ ਤੇ ਬੈਕਫਾਇਰ ਕਰਦਾ, ਤੇ ਵਿੱਚ ਹੀ ਐਡਵਾਈਜ਼ਰ ਵੀ ਨਾਲ ਉਹਦੇ ਰਿਸਪੌਂਸਿਬਲ ਹੁੰਦਾ। ਸੋ ਇਸ ਕਰਕੇ ਇਹਨਾਂ ਕੰਮਾਂ ਵਾਸਤੇ ਚਾਹੇ ਇੱਕ ਸੇਲ ਨੂੰ ਵੱਧ ਟਾਈਮ ਲੱਗ ਜਾਏ, ਕਿਸੇ ਨੂੰ ਸਮਝਾਉਣ ਨੂੰ ਜ਼ਿਆਦਾ ਟਾਈਮ ਲੱਗ ਜਾਏ, ਨੋ ਪ੍ਰੋਬਲਮ, ਪਰ ਕੰਮ ਜਦੋਂ ਕਰਨਾ ਜੀ ਪੱਕਾ ਕੰਮ ਕਰਨਾ। ਦੈਟਸ ਗੁੱਡ। ਅੱਛਾ ਹੁਣ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ। ਹੁਣ ਜੇ ਮੰਨ ਲਓ ਕਿ ਮੇਰੇ ਕੋਲ ਲਾਈਫ ਇੰਸ਼ੋਰੈਂਸ ਆ ਤੇ ਫਿਰ ਮੈਨੂੰ ਮੌਰਗੇਜ ਇੰਸ਼ੋਰੈਂਸ ਵੀ ਮੈਂ ਲੈ ਸਕਦੀ ਹਾਂ? ਬਿਲਕੁਲ ਜੀ। ਦੇਖੋ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਲਾਈਫ ਇੰਸ਼ੋਰੈਂਸ ਜਾਂ ਮੌਰਗੇਜ ਇੰਸ਼ੋਰੈਂਸ, ਲੋਕੀ ਕਈ ਵਾਰੀ ਕਨਫਿਊਜ਼ ਹੋ ਜਾਂਦੇ ਵੀ ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ। ਠੀਕ ਹੈ ਜੀ, ਉਹ ਅਲੱਗ-ਅਲੱਗ ਇਸ ਤਰ੍ਹਾਂ ਲੋਕਾਂ ਨੂੰ ਲੱਗਦਾ ਵੀ ਹੁਣ ਮੈਂ ਘਰ ਲਿਆ ਨਵਾਂ, ਠੀਕ ਹੈ ਜੀ, ਮੇਰੇ ਤੇ ਮੌਰਗੇਜ ਆ ਗਈ, ਮੈਂ ਮੌਰਗੇਜ ਇੰਸ਼ੋਰੈਂਸ ਕਰਾ ਲਵਾਂ। ਉਹ ਕਹਿੰਦੇ ਵੀ ਲਾਈਫ ਇੰਸ਼ੋਰੈਂਸ ਤਾਂ ਮੇਰੇ ਕੋਲ ਹੈਗੀ ਹੈ, ਮੈਂ ਮੌਰਗੇਜ ਇੰਸ਼ੋਰੈਂਸ ਵੀ ਕਰਾ ਲਵਾਂ। ਪਰ ਮਕਸਦ ਇਹ ਹੈ ਜੀ ਵੀ ਜੋ ਵੀ ਤੁਹਾਡੇ ਲੋਨ ਲਾਇਬਿਲਿਟੀਜ਼ ਨੇ, ਤੁਹਾਡਾ ਘਰ ਆ ਜਾਂ ਤੁਹਾਡਾ ਬਿਜ਼ਨਸ, ਤੁਹਾਡੀ ਕਾਰ, ਜੋ ਵੀ ਨੇ ਤੁਹਾਡੇ ਟੋਟਲ, ਜੋ ਤੁਸੀਂ ਲੈਟਸ ਸੇ ਜੀ ਕਿਸੇ ਦੇ ਟੋਟਲ ਲੋਨ $1 ਮਿਲੀਅਨ ਦਾ ਹੈਗਾ ਜੀ, ਹੁਣ ਜੇ ਉਹਨਾਂ ਨੇ $1 ਮਿਲੀਅਨ ਦੀ ਲਾਈਫ ਇੰਸ਼ੋਰੈਂਸ ਕਰਵਾਈ ਹੋਈ ਹੈ ਜਾਂ ਉਹ ਤੋਂ 12 ਲੱਖ ਦੀ 13 ਲੱਖ ਦੀ ਇੰਸ਼ੋਰੈਂਸ ਕਰਾਈ ਹੋਈ ਹੈ, ਉਹਨਾਂ ਨੂੰ ਕੋਈ ਹੋਰ ਐਕਸਟਰਾ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ ਹੈਗੀ। ਸੋ ਇਹ ਤੁਹਾਡੀ ਜ਼ਰੂਰਤ ਮੁਤਾਬਕ ਚੀਜ਼ਾਂ ਹੁੰਦੀਆਂ ਜੀ। ਇਹ ਨਹੀਂ ਗਾ ਵੀ ਓਕੇ ਵੀ ਮੈਂ ਮੌਰਗੇਜ ਦੀ ਇੰਸ਼ੋਰੈਂਸ ਅਲੱਗ ਲਾਈਫ ਕਰਾਉਣੀ ਹੈ, ਲਾਈਫ ਇੰਸ਼ੋਰੈਂਸ ਅਲੱਗ ਕਰਾਉਣੀ ਹੈ, ਕਾਰ ਵਾਸਤੇ ਜਿਹੜੀ ਮੈਂ ਉਹ ਲੋਨ ਲਿਆ ਉਹਦੀ ਮੈਂ ਲੋਨ ਦੀ ਇੰਸ਼ੋਰੈਂਸ ਅਲੱਗ ਕਰਾਉਣੀ ਹੈ। ਤੁਸੀਂ ਸਾਰੀਆਂ ਜਿਹੜੀਆਂ ਤੁਹਾਡੀ ਇੰਸ਼ੋਰੈਂਸ ਨੇ ਉਹ ਤੁਸੀਂ ਇੱਕੋ ਹੀ ਜਗ੍ਹਾ ਤੇ ਆਪਣੀ ਲਾਈਫ ਇੰਸ਼ੋਰੈਂਸ ਦੇ ਅੰਡਰ ਕਵਰ ਕਰ ਸਕਦੇ ਹੋ। ਖਾਸ ਕਰਕੇ ਜਿਹੜੀ ਮੌਰਗੇਜ ਇੰਸ਼ੋਰੈਂਸ ਹੈ ਜੀ, ਕਿਉਂਕਿ ਜੇ ਉਹ ਬੈਂਕ ਤੋਂ ਕਰਾਈ ਹੋਈ ਹੈ, ਆਪਾਂ ਅੱਗੇ ਕਾਫੀ ਵਾਰੀ ਗੱਲ ਕੀਤੀ ਹੈ ਜੀ ਇਹਦੇ 'ਚ, ਵੀ ਇੱਕ ਵਾਰੀ ਮੈਂ ਫਿਰ ਦੱਸ ਦਿੰਦਾ ਵੀ ਉੱਥੇ ਜੇ ਬੈਨੀਫਿਸ਼ਰੀ ਜਿਹੜਾ ਜੀ ਉੱਥੇ ਬੈਂਕ ਹੈ। ਸੋ ਇਸ ਕਰਕੇ ਉੱਥੇ ਤੁਸੀਂ ਆਪਣਾ ਬੈਨੀਫਿਸ਼ਰੀ ਸਿਲੈਕਟ ਨਹੀਂ ਕਰ ਸਕਦੇ, ਉੱਥੇ ਸਿਰਫ ਬੈਂਕ ਹੀ ਹੈ। ਬੈਂਕ ਨੇ ਆਪ ਹੀ ਲੋਨ ਦਿੱਤਾ, ਆਪਣੇ ਲੋਨ ਨੂੰ ਪ੍ਰੋਟੈਕਟ ਕਰਨ ਲਈ ਉਹਨਾਂ ਨੇ ਤੁਹਾਡੀ ਇੰਸ਼ੋਰੈਂਸ ਵੀ ਕਰ ਦਿੱਤੀ, ਉਹਨਾਂ ਨੇ ਆਪਦੀ ਪ੍ਰੋਟੈਕਸ਼ਨ ਕਰਨੀ ਹੈ ਜੀ। ਉੱਥੇ ਲੈਂਡਰ ਹੀ ਬੈਨੀਫਿਟ ਹੈ। ਉਹੀ ਚੀਜ਼ ਜਦੋਂ ਲਾਈਫ ਇੰਸ਼ੋਰੈਂਸ ਤੁਸੀਂ ਕਰਵਾਉਂਦੇ ਹੋ ਜੀ, ਉੱਥੇ ਤੁਸੀਂ ਆਪਣਾ ਬੈਨੀਫਿਸ਼ਰੀ ਆਪ ਸਿਲੈਕਟ ਕਰਦੇ ਹੋ, ਹਸਬੈਂਡ ਵਾਈਫ, ਕਿਉਂਕਿ ਕੱਲ ਨੂੰ ਰੱਬ ਨਾ ਕਰੇ ਜੇ ਇੱਕ ਬੰਦਾ ਪਿਕਚਰ 'ਚ ਨਹੀਂ ਰਹਿੰਦਾ, ਦੂਜੇ ਬੰਦੇ ਦੀ ਚੋਇਸ ਹੈ ਵੀ ਉਹਨੇ ਕੀ ਕਰਨਾ ਉਹ ਮਨੀ ਨਾਲ। ਜ਼ਰੂਰੀ ਨਹੀਂ ਵੀ ਤੁਸੀਂ ਘਰ ਪੇ ਆਫ ਕਰਨਾ, ਹੋ ਸਕਦਾ ਤੁਹਾਡੀ ਪੇਮੈਂਟ ਜੋ ਚੱਲ ਰਹੀ ਹੈ ਤੁਸੀਂ ਉੱਦਾਂ ਅਫੋਰਡ ਕਰ ਸਕਦੇ ਹੋ, ਤੁਸੀਂ ਬੱਚਿਆਂ ਦੇ ਫਿਊਚਰ ਬਾਰੇ ਕੋਈ ਹੋਰ ਸੋਚਣਾ, ਤੁਸੀਂ ਕੋਈ ਹੋਰ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ। ਸੋ ਉਹ ਆਪਸ਼ਨਸ ਤੁਹਾਡੇ ਕੋਲੇ ਹੋਣੀਆਂ ਚਾਹੀਦੀਆਂ, ਨਾ ਕਿ ਲੈਂਡਰ ਕੋਲੇ। ਸੋ ਇਹ ਇਸ ਚੀਜ਼ਾਂ ਦਾ ਧਿਆਨ ਹਮੇਸ਼ਾ ਰੱਖੋ। ਕੋਈ ਵੀ ਇੰਸ਼ੋਰੈਂਸ ਹੈ ਜੀ, ਖਾਸ ਕਰਕੇ ਮੌਰਗੇਜ ਇੰਸ਼ੋਰੈਂਸ ਜਦੋਂ ਵੀ ਹੁੰਦੀ ਹੈ, ਜੇ ਕਰਵਾਈ ਵੀ ਹੋਈ ਹੈ, ਕਈ ਲੋਕੀ ਵੀ ਸੋਚ ਲੈਂਦੇ ਵੀ ਯਾਰ ਹੁਣ ਕਰਵਾਈ ਹੋਈ ਹੈ, ਜੇ ਮੈਂ ਕੈਂਸਲ ਕਰਾਈ ਨਾ ਵੀ ਮੈਨੂੰ ਤਾਂ ਪੈਨਲਟੀ ਪੈ ਜਾਣੀ ਹੈ, ਜਾਂ ਮੈਨੂੰ ਬੈਂਕ ਨੇ ਇੰਟਰਸਟ ਰੇਟ ਵਧੀਆ ਨਹੀਂ ਦੇਣਾ, ਉਹਨਾਂ ਨੇ ਮੇਰਾ ਇੰਟਰਸਟ ਰੇਟ ਵਧਾਉਣਾ। ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ ਜੀ। ਤੁਸੀਂ ਜਦੋਂ ਮਰਜ਼ੀ ਕੈਂਸਲ ਕਰਾ ਸਕਦੇ ਮੌਰਗੇਜ ਇੰਸ਼ੋਰੈਂਸ, ਤੁਸੀਂ ਜਦੋਂ ਮਰਜ਼ੀ ਉਹਨੂੰ ਆਪਣੀ ਲਾਈਫ ਇੰਸ਼ੋਰੈਂਸ ਦੇ ਅੰਡਰ ਕਵਰ ਕਰਾ ਸਕਦੇ ਹੋ, ਅਤੇ ਨਾਲੇ ਆਪਣਾ ਬੈਨੀਫਿਸ਼ਰੀ ਵੀ ਸਿਲੈਕਟ ਕਰ ਸਕਦੇ ਹੋ ਜਿਹੜਾ ਮਰਜ਼ੀ, ਅਤੇ ਬੈਟਰ ਰੇਟ ਨਾਲੇ। ਜਦੋਂ ਵੀ ਤੁਸੀਂ ਇੰਸ਼ੋਰੈਂਸ ਕੰਪਨੀ ਤੋਂ ਕਰਾਓਗੇ, ਹਮੇਸ਼ਾ ਜਿਹੜੇ ਰੇਟਸ ਵੀ ਨੇ ਜੀ ਉਹ ਤੁਹਾਡੇ ਕੋਲ ਬੈਟਰ ਆਪਸ਼ਨਸ ਹੁੰਦੀਆਂ ਨੇ, ਕਿਉਂਕਿ ਉੱਥੇ ਸਿਰਫ ਤੁਸੀਂ ਇੱਕ ਬੈਂਕ ਜਾਂ ਇੱਕ ਲੈਂਡਰ ਨਾਲ ਡੀਲ ਕਰ ਰਹੇ ਹੋ। ਇੰਸ਼ੋਰੈਂਸ ਕੰਪਨੀ ਕੋਲ ਤੁਹਾਡੇ ਕੋਲ ਬੰਦੇ ਨੇ 10 ਕੰਪਨੀਆਂ ਰੱਖ ਦੇਣੀਆਂ, ਤੁਹਾਡੀ ਏਜ ਮੁਤਾਬਕ, ਤੁਹਾਡੀ ਹੈਲਥ ਮੁਤਾਬਕ ਉਹਨੂੰ ਦੱਸਣਾ ਵੀ ਆਹ ਕੰਪਨੀ ਤੁਹਾਡੇ ਵਾਸਤੇ ਬੈਟਰ ਹੈ, ਅਤੇ ਇਹਦਾ ਰੇਟ ਵੀ ਤੁਹਾਡੇ ਕੋਲ ਬੈਟਰ ਮਿਲ ਸਕਦਾ ਜੀ। ਤੇ ਹੁਣ ਜਦੋਂ ਅਸੀਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਉਹਦੇ ਨਾਲ ਹੋਰ ਕਿਹੜੀਆਂ ਅਸੀਂ ਇੰਸ਼ੋਰੈਂਸ ਲੈ ਸਕਦੇ ਹਾਂ? ਕ੍ਰਿਟੀਕਲ ਲੈ ਸਕਦੇ ਹਾਂ, ਜਾਂ ਅਸੀਂ ਡਿਸੇਬਿਲਿਟੀ ਇੱਦਾਂ ਦੀਆਂ ਹੋਰ ਵੀ ਲੈ ਸਕਦੇ ਹਾਂ? ਹਾਂਜੀ ਬਿਲਕੁਲ ਜੀ। ਜਦੋਂ ਵੀ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਜੀ, ਉਹਦੇ ਨਾਲ ਤੁਸੀਂ ਐਡੀਸ਼ਨਲ ਰਾਈਡਰਸ ਹੁੰਦੇ ਜਿੱਦਾਂ ਜਿਹਨੂੰ ਕਹਿ ਦਿੰਦੇ ਆਪਾਂ, ਵੀ ਆਪਾਂ ਜਿੱਦਾਂ ਹੁਣ ਕਾਰ ਲੈਂਦੇ ਹਾਂ ਜੀ, ਉਹ ਕਹਿੰਦਾ ਵੀ ਓਕੇ ਮੈਨੂੰ ਇਹਦੇ ਲੈਦਰ ਸੀਟਾਂ ਚਾਹੀਦੀਆਂ, ਮੈਨੂੰ ਇਹਦੇ ਕ੍ਰੋਮ ਰਿਮ ਚਾਹੀਦੇ ਨੇ, ਮੈਨੂੰ ਇਹਦੇ ਟਿੰਟਡ ਗਲਾਸ ਚਾਹੀਦੇ ਨੇ, ਸੋ ਜੋ ਵੀ ਤੁਸੀਂ ਹੈ। ਉੱਦਾਂ ਹੀ ਜਦੋਂ ਆਪਾਂ ਲਾਈਫ ਇੰਸ਼ੋਰੈਂਸ ਲੈਂਦੇ ਹਾਂ ਜੀ, ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਨਾਲ ਹੀ ਤੁਸੀਂ ਕਹਿ ਸਕਦੇ ਵੀ ਮੈਂ ਕ੍ਰਿਟੀਕਲ ਇਲਨੈਸ ਵੀ ਐਡ ਕਰਾਉਣੀ ਹੈ।
ਵੀ ਮੈਨੂੰ 10 ਸਾਲ ਦੀ, ਮੈਨੂੰ 20 ਸਾਲ ਦੀ, ਮੈਨੂੰ 75 ਸਾਲ ਦੀ ਉਮਰ ਤੱਕ ਮੈਨੂੰ ਨਾਲ ਕ੍ਰਿਟੀਕਲ ਇਲਨੈਸ ਵੀ ਐਡ ਕਰ ਦਿਓ, ਰਾਈਟ। ਸੋ ਇਦਾਂ ਦੀਆਂ ਆਪਸ਼ਨਸ ਹੁੰਦੀਆਂ ਨੇ। ਹੋਰ ਰਾਈਟਰ ਹੈਗੇ ਆ ਵੀ ਜੇ ਮੈਂ ਕਿਸੇ ਰੀਜ਼ਨ ਕਰਕੇ ਡਿਸੇਬਲ ਹੋ ਗਿਆ, ਠੀਕ ਹੈ, ਮੇਰੇ ਸੱਟ ਲੱਗ ਗਈ, ਮੈਂ ਨਹੀਂ ਪੇ ਨਹੀਂ ਕਰ ਸਕਦਾ, ਕੰਮ ਨਹੀਂ ਕਰ ਸਕਦਾ, ਮੈਂ ਪੇ ਨਹੀਂ ਕਰ ਸਕਦਾ, ਉਹ ਚੀਜ਼ ਦੀ ਕਵਰੇਜ ਤੁਸੀਂ ਕਰਾ ਸਕਦੇ ਹੋ। ਸੋ ਡਿਫਰੈਂਟ ਆਪਸ਼ਨਸ ਤੁਹਾਡੇ ਕੋਲ ਅਵੇਲੇਬਲ ਹੁੰਦੀਆਂ ਨੇ। ਅੱਗੇ ਜਦੋਂ ਵੀ ਲਾਈਫ ਇੰਸ਼ੋਰੈਂਸ ਕਰਾਉਂਦੇ ਆ ਜੀ, ਇਹ ਜਿਹੜੇ ਪਲਾਨਸ ਨੇ ਇਹ ਕਸਟਮ ਮੇਡ ਪਲਾਨ ਹੋਣੇ ਚਾਹੀਦੇ ਆ ਜੀ। ਇਹ ਤੁਹਾਡੇ ਵਾਸਤੇ, ਤੁਹਾਡੀ ਫੈਮਿਲੀ ਜਿਹੜਾ ਪਲਾਨ ਆ ਜੀ, ਉਹ ਤੁਹਾਡੇ ਵਾਸਤੇ ਫਿੱਟ ਹੋਣਾ, ਉਹ ਮੇਰੀ ਫੈਮਿਲੀ ਤੇ ਫਿੱਟ ਨਹੀਂ ਹੋਣਾ। ਜਿਹੜਾ ਪਲਾਨ ਮੇਰੀ ਫੈਮਿਲੀ ਦਾ, ਕਿਉਂਕਿ ਮੇਰੀ ਜ਼ਰੂਰਤ ਡਿਫਰੈਂਟ ਆ, ਤੁਹਾਡੀ ਜ਼ਰੂਰਤ ਡਿਫਰੈਂਟ ਆ, ਤੁਹਾਡੀ ਇਨਕਮ, ਤੁਹਾਡਾ ਹੈਲਥ, ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਇਹ ਕੰਬੀਨੇਸ਼ਨ ਹੈ ਜੀ ਇਹ ਸਾਰੀਆਂ ਚੀਜ਼ਾਂ ਦਾ। ਜਦੋਂ ਇਹਨੂੰ ਪ੍ਰੋਪਰਲੀ ਆਪਾਂ ਡਿਜ਼ਾਈਨ ਕਰਾਂਗੇ, ਉਹਦੇ ਵਿੱਚ ਫਿਰ ਤੁਸੀਂ ਜੋ ਐਡ ਕਰਾਉਣਾ ਚਾਹੋ ਐਡ ਵੀ ਕਰਾ ਸਕਦੇ ਹੋ। ਪਰ ਜੇ ਹੁਣ ਤੁਹਾਨੂੰ ਜ਼ਰੂਰਤ ਇਕੱਲੀ ਸਿਰਫ ਲਾਈਫ ਇੰਸ਼ੋਰੈਂਸ ਦੀ ਹੈ, ਤੁਸੀਂ ਉੱਦਾਂ ਹੀ ਕਹਿਣਾ ਵੀ ਨਹੀਂ ਮੈਂ ਐਕਸਟਰਾ ਲੈਣੀ ਹੈ। ਹੁਣ ਜੇ ਤੁਹਾਡੇ ਕੰਮ ਵੱਲੋਂ ਤੁਹਾਨੂੰ ਕ੍ਰਿਟੀਕਲ ਇਲਨੈਸ ਦੀ ਕਵਰੇਜ ਹੈਗੀ ਆ, ਤੁਹਾਨੂੰ ਕੰਮ ਵੱਲੋਂ ਡਿਸੇਬਿਲਿਟੀ ਦੀ ਕਵਰੇਜ ਹੈਗੀ ਆ, ਪਰ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਜਿਹੜੀ ਆ ਤੁਸੀਂ ਇਕੱਲੀ ਲੈਂਦੇ ਹੋ, ਤੁਸੀਂ ਇਕੱਲੀ ਵੀ ਲੈ ਸਕਦੇ ਹੋ। ਜੇ ਤੁਸੀਂ ਐਡ ਕਰਾਉਣਾ ਚਾਹੋ, ਤੁਹਾਡੇ ਕੋਲ ਦੋਨੋਂ ਆਪਸ਼ਨਸ ਹੁੰਦੀਆਂ ਨੇ। ਅੱਛਾ ਜੀ, ਹੁਣ ਕੰਮ ਵੱਲੋਂ ਇੰਸ਼ੋਰੈਂਸ ਵੈਸੇ ਹੁੰਦੀ ਆ, ਪਰ ਮੈਂ ਆਪਣੀ ਵੀ ਲੈ ਲਈ ਆ, ਡਿਫਰੈਂਟ ਲੈ ਲਈ, ਸੈਪਰੇਟ ਲੈ ਲਈ ਆ। ਮੈਂ ਆਪਣੀ ਡਿਸੇਬਿਲਿਟੀ ਜਾਂ ਕ੍ਰਿਟੀਕਲ ਡਿਫਰੈਂਟ ਲੈ ਲਈ ਹੈਗੀ ਆ। ਹੁਣ ਕੰਮ ਤੇ ਸੱਟ ਲੱਗੀ ਆ ਤੇ ਤੁਹਾਨੂੰ WCB ਦਿਓ ਮਨੀ ਆਉਣ ਲੱਗ ਪਈ ਆ, ਹੁਣ ਉਹ ਉਨੀ ਨਫ ਨਹੀਂ ਆ ਰਹੀ, ਤੇ ਸੇਮ ਟਾਈਮ ਹੀ ਅਸੀਂ ਇੱਧਰੋਂ ਆਪਣੀ ਡਿਸੇਬਿਲਿਟੀ ਜਾਂ ਕ੍ਰਿਟੀਕਲ ਚੋਂ ਵੀ ਅਸੀਂ ਕਰ ਸਕਦੇ ਹੈਗੇ ਕਲੇਮ। ਦੇਖੋ ਜੀ, ਜਦੋਂ ਦੋ ਪ੍ਰੋਡਕਟ ਇੰਟੀਗ੍ਰੇਟ ਕਰਦੇ, ਇਹਨੂੰ ਟੈਕਨੀਕਲ ਵਰਡ ਕਹਿੰਦੇ ਜੀ ਇੰਟੀਗ੍ਰੇਸ਼ਨ, ਠੀਕ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜੇ ਹੁਣ ਆਪਾਂ ਡਿਸੇਬਿਲਿਟੀ ਇੰਸ਼ੋਰੈਂਸ ਵੀ ਕਰਾਈ ਹੋਈ ਹੈ, ਕੰਮ ਤੋਂ ਵੀ ਆਪਾਂ ਨੂੰ ਡਿਸੇਬਿਲਿਟੀ, ਹੁਣ ਕੰਮ ਤੇ ਸੱਟ ਲੱਗੀ ਹੈ ਜੀ, ਠੀਕ ਹੈ। ਕੰਮ ਜੇ ਹੁਣ ਤੁਸੀਂ ਟੋਟਲ ਕੁਆਲੀਫਾਈ ਕਰਦੇ ਹੋ $4000 ਦੇ ਬੈਨੀਫਿਟ ਵਾਸਤੇ, ਹੁਣ ਉਹਦੇ ਚੋਂ ਜੇ ਤੁਹਾਨੂੰ $3000 ਤੁਹਾਨੂੰ ਕੰਮ ਵੱਲੋਂ ਮਿਲ ਗਿਆ, ਇੰਸ਼ੋਰੈਂਸ ਕੰਪਨੀ ਨੇ ਸਿਰਫ ਤੁਹਾਨੂੰ $1000 ਹੀ ਦੇਣਾ ਹੈ ਜੀ। ਉਹਨਾਂ ਨੇ ਤੁਹਾਨੂੰ 4000 ਨਹੀਂ ਦੇਣਾ, ਕਿਉਂਕਿ ਫਿਰ ਜੇ ਉਹਨਾਂ ਨੇ 4000 ਦੇਤਾ, ਕੰਮ ਵੱਲੋਂ 3000 ਮਿਲ ਗਿਆ, ਤੇ ਤੁਹਾਨੂੰ ਤਾਂ $7000 ਮਿਲ ਗਿਆ। ਬੰਦਾ ਕਹਿੰਦਾ ਵੀ ਆਰਾਮ ਨਾਲ ਬੈਠੇ ਮੈਂ ਹੁਣ ਕੰਮ ਤੇ ਜਾਣ ਦੀ ਵੀ ਕੀ ਲੋੜ ਹੈ। ਸੋ ਇਸ ਕਰਕੇ ਜਦੋਂ ਵੀ ਆਪਾਂ ਕੋਈ ਵੀ ਡਿਸੇਬਿਲਿਟੀ ਦਾ ਪਲਾਨ ਲੈਂਦੇ ਆ, ਪਹਿਲਾਂ ਹੀ ਚੰਗੀ ਤਰ੍ਹਾਂ ਸਮਝ ਲਓ ਕਿ ਇੰਟੀਗ੍ਰੇਸ਼ਨ ਜੇ ਹੈਗੀ ਹੈ ਵੀ ਕਿੰਨੀ ਅਮਾਊਂਟ ਮੈਨੂੰ ਮਿਲੂਗੀ ਜੇ ਮੈਨੂੰ ਕੰਮ ਤੇ ਸੱਟ ਲੱਗੀ, ਜੇ ਮੇਰੇ ਕੋਲ ਕੰਮ ਤੇ WCB ਜਾਂ ਮੈਨੂੰ ਕੋਈ ਹੋਰ ਕਵਰੇਜ ਹੈਗੀ ਹੈ, ਮੇਰੇ ਕੋਲ EI ਮੈਨੂੰ ਮਿਲ ਰਹੀ ਹੈ, ਜਾਂ ਮੈਨੂੰ ਕੋਈ ਹੋਰ ਆਪਸ਼ਨਸ ਹੈਗੀਆਂ ਨੇ, ਉਹ ਮੇਰੇ ਪਲਾਨ ਤੇ ਕੀ ਇਫੈਕਟ ਪਾਉਣਗੀਆਂ। ਸੋ ਇਹ ਨਾ ਸੋਚੋ ਵੀ ਜੇ ਮੈਂ 4000 ਦੀ ਡਿਸੇਬਿਲਿਟੀ ਇੰਸ਼ੋਰੈਂਸ ਕਰਾ ਲਈ ਹੈ ਵੀ ਉਹ ਕੰਪਨੀ ਨੇ ਮੈਨੂੰ 4000 ਦੇਣਾ ਹੀ ਦੇਣਾ ਆ। ਜੇ ਉਧਰਲੇ ਪਾਸਿਓਂ ਕੋਈ ਵੀ ਇਦਾਂ ਦਾ ਇਸ਼ੂ ਹੋ ਗਿਆ ਜੀ, ਜੇ ਉਧਰੋਂ ਪੈਸੇ ਮਿਲ ਰਹੇ ਆ ਤੁਹਾਨੂੰ, ਤੇ ਉਹ ਨਹੀਂ ਇੰਸ਼ੋਰੈਂਸ ਕੰਪਨੀ ਨੇ ਪੈਸੇ ਕੱਟ ਵੀ ਲੈਣੇ ਆ। ਸੋ ਇਸ ਕਰਕੇ ਬਹੁਤ ਸਾਰੀ ਮੈਨੂੰ ਕਾਲਾਂ ਵੀ ਆਉਂਦੀਆਂ ਜੀ, ਸਾਡੇ ਐਡਵਾਈਜ਼ਰ ਨੇ ਤਾਂ ਸਾਨੂੰ ਆਹ ਦੱਸਿਆ ਸੀਗਾ ਜੀ ਵੀ ਸਾਡੀ 4000 ਦੀ ਕਵਰੇਜ ਆ, 5000 ਦੀ ਕਵਰੇਜ ਆ, ਮੇਰੇ ਸੱਟ ਲੱਗੀ ਮੈਨੂੰ ਤਾਂ ਸਿਰਫ $1000 ਮਿਲਿਆ, ਜਾਂ ਮੈਨੂੰ ਤਾਂ ਸਿਰਫ 500 ਮਿਲਿਆ, ਜਾਂ 1500 ਮਿਲਿਆ। ਫਿਰ ਜਦੋਂ ਪੁੱਛੀਦਾ ਜੀ ਉਹਨਾਂ ਤੋਂ ਵੀ ਓਕੇ ਤੁਹਾਨੂੰ ਕੋਈ ਤਾਂ ਹੋਰ ਵੀ ਮਿਲੇ ਸੀ, ਕਹਿੰਦੇ ਹਾਂ ਸਾਨੂੰ ਕੰਮ ਤੋਂ ਕਵਰੇਜ ਸੀਗੀ, ਉਹਨਾਂ ਨੇ ਦਿੱਤੇ ਸੀ, ਪਰ ਸਾਨੂੰ ਇਹਨਾਂ ਨੇ ਕਿਉਂ ਨਹੀਂ ਦਿੱਤੇ। ਸੋ ਉਹ ਚੀਜ਼ ਜਿਹੜੀ ਹੈ ਜੀ, ਤਾਂ ਫਿਰ ਉਸ ਕਰਕੇ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ। ਕਾਫੀ ਲੋਕੀ ਕਹਿੰਦੇ ਆ ਵੀ ਮੇਰਾ ਕਲੇਮ ਨਹੀਂ ਪ੍ਰੋਸੈਸ ਹੋਇਆ। ਉਹ ਕਲੇਮ ਇਸੇ ਕਰਕੇ ਨਹੀਂ ਪ੍ਰੋਸੈਸ ਹੋਇਆ ਕਿਉਂਕਿ ਤੁਹਾਡੇ ਕਿਤੋਂ ਹੋਰ ਤੁਹਾਨੂੰ ਜਿਹੜੀ ਉਹ ਕਵਰੇਜ ਮਿਲ ਰਹੀ ਸੀ, ਇਸ ਕਰਕੇ ਇੰਸ਼ੋਰੈਂਸ ਕੰਪਨੀ ਨੇ ਤੁਹਾਨੂੰ ਉਹ ਕਵਰੇਜ ਨਹੀਂ ਦਿੱਤੀ। ਸੋ ਅਗੇਨ ਆਪਣੇ ਐਡਵਾਈਜ਼ਰ ਨਾਲ ਬੈਠ ਕੇ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਕਲੀਅਰ ਤੁਹਾਨੂੰ ਹੋਣਗੀਆਂ ਜੀ ਬਿਗਿਨਿੰਗ ਤੋਂ, ਓਨਾ ਹੀ ਸੌਖਾ ਹੈ। ਜੇ ਕੱਲ੍ਹ ਨੂੰ ਕਲੇਮ ਹੋਊਗਾ ਫਿਰ ਤੁਹਾਨੂੰ ਇੱਧਰ ਉੱਧਰ ਦੇਖਣ ਦੀ ਲੋੜ ਨਹੀਂ ਪੈਂਦੀ ਜੀ। ਤੇ ਹੁਣ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਕਿ ਪਾਲਿਸੀ ਲੈ ਲਈ ਆ, ਮੈਂ ਕੋਈ ਇੰਸ਼ੋਰੈਂਸ ਲੈ ਲਈ ਆ, ਹਾਂਜੀ, ਚੱਲਦੀ ਪਾਲਿਸੀ ਦੇ ਵਿੱਚ ਕੋਈ ਅਸੀਂ ਚੇਂਜਸ ਕਰਨੀ ਆ, ਅਸੀਂ ਐਨੀ ਟਾਈਮ ਕਰ ਸਕਦੇ ਹਾਂ, ਕੋਈ ਪੈਨਲਟੀ ਵਗੈਰਾ ਤਾਂ ਨਹੀਂ ਇਹਦੇ ਤੇ ਲੱਗਦੀ? ਨਹੀਂ ਜੀ, ਇਹਦੇ ਚ ਪੈਨਲਟੀ ਕੋਈ ਨਹੀਂ ਹੁੰਦੀ ਜੀ। ਪਰ ਦੇਖੋ ਜਦੋਂ ਵੀ ਕੋਈ ਚੀਜ਼ ਆਪਾਂ ਐਡ ਕਰਦੇ ਆ ਜਾਂ ਕੋਈ ਆਪਾਂ ਕਹਿੰਦੇ ਵੀ ਆ ਕਢਾਣੀ ਹੈ ਜਾਂ ਕਰਨੀ ਹੈ, ਬੇਸਡ ਔਨ ਜੇ ਹੁਣ ਤੁਸੀਂ ਕੋਈ ਸੇਵਿੰਗ ਵਾਲਾ ਪਲਾਨ ਸੀਗਾ ਜੀ ਤੁਹਾਡੇ ਕੋਲ, ਠੀਕ ਹੈ, ਹੁਣ ਤੁਸੀਂ ਸੇਵਿੰਗ ਵਾਲਾ ਪਲਾਨ ਤੁਸੀਂ 15 ਸਾਲ ਜਾਂ 18 ਸਾਲ ਦੇਈ ਜਾਂਦੇ ਹੋ, 10 ਸਾਲ 12 ਸਾਲ ਜਿਹਨੇ ਵੀ ਦੇ ਰਹੇ ਹੋ, ਉਸ ਤੋਂ ਬਾਅਦ ਤੁਸੀਂ ਡਿਸਾਈਡ ਕੀਤਾ ਯਾਰ ਹੁਣ ਅਸੀਂ ਨਹੀਂ ਅਫੋਰਡ ਕਰਦੇ ਜਾਂ ਅਸੀਂ ਨਹੀਂ ਰੱਖਣਾ ਚਾਹੁੰਦੇ, ਅਸੀਂ ਕੈਂਸਲ ਕਰਨਾ। ਹੁਣ ਉਹਦੇ 'ਚ ਨੁਕਸਾਨ ਇਹ ਹੋ ਸਕਦਾ ਜੀ, ਹੋ ਸਕਦਾ ਤਦ ਤੱਕ ਜਿੰਨੇ ਤੁਸੀਂ ਪੈਸੇ ਦੇ ਚੁੱਕੇ ਹੋ ਉਹ ਉਨੀ ਅਮਾਊਂਟ ਐਕਚੁਅਲੀ ਤੁਹਾਡੀ ਸੇਵਿੰਗਸ ਵਿੱਚ ਨਾ ਜੁੜੀ ਹੋਵੇ। ਫੋਰ ਐਗਜ਼ਾਮਪਲ ਜੇ ਕਿਸੇ ਨੇ $20000 ਦੇ ਦਿੱਤਾ ਤਾਂ ਉੱਥੇ ਜੁੜਿਆ ਸਿਰਫ $10000 ਹੀ ਹੈ। ਕੰਪਨੀ ਨੇ ਕੋਈ ਐਕਸਟਰਾ ਪੈਸੇ ਨਹੀਂ ਕੱਟਣੇ, ਪਰ ਤੁਹਾਨੂੰ ਉੱਦਾਂ $10000 ਦਾ ਨੁਕਸਾਨ ਹੋ ਜਾਂਦਾ। ਸੋ ਇਹ ਚੀਜ਼ਾਂ ਦਾ ਹਮੇਸ਼ਾ ਧਿਆਨ ਰੱਖੋ। ਦੇਖੋ ਜਿੱਦਾਂ ਆਪਾਂ ਸ਼ੁਰੂ 'ਚ ਦੱਸਿਆ ਸੀ ਵੀ ਕੋਈ ਕੰਟਰੈਕਟ ਤਾਂ ਹੈ ਨਹੀਂ ਗਾ ਜੀ, ਜਦੋਂ ਮਰਜ਼ੀ ਤੁਸੀਂ ਚੇਂਜ ਕਰ ਸਕਦੇ ਹੋ, ਕੈਂਸਲ ਕਰ ਸਕਦੇ ਹੋ, ਜੋ ਮਰਜ਼ੀ ਕਰ ਸਕਦੇ ਹੋ। ਪਰ ਕੋਈ ਵੀ ਚੀਜ਼ ਐਡ ਕਰਨ ਤੋਂ ਪਹਿਲਾਂ, ਡਿਲੀਟ ਕਰਨ ਤੋਂ ਪਹਿਲਾਂ, ਕੋਈ ਹੋਰ ਚੇਂਜਸ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਐਡਵਾਈਜ਼ਰ ਨਾਲ ਚੰਗੀ ਤਰ੍ਹਾਂ ਬੈਠ ਕੇ ਸਮਝ ਲਓ ਵੀ ਇਹਦਾ ਮੈਨੂੰ ਫਾਇਦਾ ਤੇ ਨੁਕਸਾਨ ਚੰਗੀ ਤਰ੍ਹਾਂ ਦੱਸੋ। ਵੀ ਜੇ ਕੋਈ ਮੇਰਾ ਹੁਣ ਪਲਾਨ 20 ਸਾਲ ਤੋਂ ਪਹਿਲਾਂ ਚੱਲ ਰਿਹਾ, ਵੀ ਅੱਜ ਕਿਸੇ ਨਵੇਂ ਮੇਰੇ ਰਿਸ਼ਤੇਦਾਰ ਨੇ ਲਾਇਸੈਂਸ ਲੈ ਲਿਆ, ਕਹਿੰਦੇ ਵੀ ਭਾਜੀ ਛੱਡੋ ਇਹ ਪਲਾਨ ਨੂੰ, ਤੁਹਾਨੂੰ ਨਵਾਂ ਪਲਾਨ ਦਿੰਦੇ ਹਾਂ, ਵਧੀਆ ਪਲਾਨ ਦਿੰਦੇ ਹਾਂ। ਪਹਿਲਾਂ ਇਹ ਚੈੱਕ ਕਰ ਲਓ ਵੀ ਓਕੇ ਜਿਹੜਾ 20 ਸਾਲ ਪਹਿਲਾਂ ਲਿਆ ਸੀ ਉਦੋਂ ਤੁਹਾਡੀ ਏਜ ਵੀ ਘੱਟ ਸੀ, ਤੁਸੀਂ ਹੈਲਦੀ ਵੀ ਸੀਗੇ, ਤੁਹਾਨੂੰ ਪ੍ਰੀਮੀਅਮ ਵੀ ਘੱਟ ਮਿਲਿਆ ਹੋਇਆ ਸੀ ਉਦੋਂ। ਸੋ ਉਸੇ ਪਲਾਨ ਦੇ ਵਿੱਚ ਜੇ ਤੁਸੀਂ ਕੁਝ ਐਡ ਕਰਾਉਣਾ ਚਾਹੁੰਦੇ ਹੋ ਜ਼ਰੂਰ ਕਰਾ ਲਓ, ਪਰ ਇਹ ਨਾ ਕਰੋ ਵੀ ਉਹਨੂੰ ਰਾਈਟ ਅਵੇ ਕੈਂਸਲ ਕਰਕੇ ਤੇ ਨਵੇਂ ਸਿਰੇ ਤੋਂ ਜੋ ਸ਼ੁਰੂ ਕਰੋਗੇ ਉਹ ਹਮੇਸ਼ਾ ਤੁਹਾਨੂੰ ਮਹਿੰਗਾ ਪੈਣਾ ਤੇ ਕੱਲ੍ਹ ਨੂੰ ਨੁਕਸਾਨ ਵੀ ਦਿੰਦਾ ਤੁਹਾਨੂੰ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਿੰਨੀ ਕਲੈਰਿਟੀ ਨਾਲ ਤੁਸੀਂ ਪਹਿਲਾਂ ਤੁਹਾਨੂੰ ਪਤਾ ਹੋਊਗਾ ਵੀ ਮੈਂ ਕਿੱਦਾਂ ਕੈਂਸਲ ਕਰਨਾ, ਮੈਂ ਕੀ ਚੇਂਜਸ ਕਰਨੀਆਂ ਨੇ, ਚੰਗੇ ਐਡਵਾਈਜ਼ਰ ਨਾਲ ਬੈਠ ਕੇ ਸਮਝ ਕੇ ਫਿਰ ਤੁਸੀਂ ਆਪਣਾ ਪਲਾਨ ਜਿਹੜਾ ਜੀ ਉਹਨੂੰ ਡਿਜ਼ਾਈਨ ਕਰਾਓ। ਜੀ,
ਤੇ ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰੋਸੈਸਿੰਗ ਟਾਈਮ ਦੀ, ਹੁਣ ਕਿਸੇ ਨੇ ਕਲੇਮ ਲੈਣਾ, ਕਿਸੇ ਨੂੰ ਕੋਈ ਇਹੋ ਜਿਹੀ ਪ੍ਰੋਬਲਮ ਆ ਗਈ ਆ, ਹਾਂਜੀ ਸੋ ਕੰਪਨੀ ਦਾ ਵੀ ਫਰਕ ਆ ਕਿ ਕਈਆਂ ਕੰਪਨੀਆਂ ਦਾ ਛੇਤੀ ਫਾਸਟ ਪ੍ਰੋਸੈਸਿੰਗ ਹੁੰਦੀ ਆ, ਕਈਆਂ ਇਦਾਂ ਵੀ ਹੁੰਦਾ, ਤੁਸੀਂ ਇਹ ਵੀ ਗਾਈਡ ਕਰਦੇ ਹੈਗੇ? ਬਿਲਕੁਲ ਜੀ, ਬਿਲਕੁਲ ਇਦਾਂ ਹੁੰਦਾ, ਖਾਸ ਕਰਕੇ ਜੀ ਜਿਹੜੇ ਹੁਣ ਵਿਜ਼ਟਰ ਵੀਜ਼ੇ ਤੇ ਜਾਂ ਸੁਪਰ ਵੀਜ਼ਾ ਤੇ ਆਉਂਦੇ ਨੇ, ਹੁਣ ਕਈ ਕੰਪਨੀ ਨੇ ਤੇ ਆਪਣੇ ਉਹ ਪਾਲਿਸੀ ਤੇ ਲਿਖ ਕੇ ਰੱਖਿਆ ਹੋਇਆ ਜੀ ਵੀ 60 ਦਿਨ ਸਾਨੂੰ ਪੁੱਛਿਓ ਵੀ ਨਾ, ਵੀ ਜੇ ਕਲੇਮ ਹੋ ਗਿਆ 60 ਦਿਨ ਤੱਕ ਸਾਡੇ ਕੋਲ ਆਉਣ ਦੀ ਵੀ ਲੋੜ ਨਹੀਂ ਹੈਗੀ, ਵੀ ਨਾ ਹੀ ਸਾਨੂੰ ਇਹੀ ਕੋਈ ਤੁਹਾਨੂੰ ਫੋਨ ਕਰਨਾ ਨਾ ਕੁਝ ਕਰਨਾ। ਸੋ ਉਹ ਇਹ ਚੀਜ਼ਾਂ ਵੀ ਇਦਾਂ ਦੀਆਂ, ਫਿਰ ਕਈ ਵਾਰੀ ਲੋਕੀ ਕਹਿੰਦੇ ਆ ਵੀ ਇਹਨਾਂ ਨੇ ਤਾਂ ਸਾਹਮਣੇ ਲਿਖਿਆ। ਮੈਂ ਕਿਹਾ ਜੀ ਬਿਲਕੁਲ, ਕਈ ਉਸੇ ਰੀਜ਼ਨ ਕਰਕੇ ਪ੍ਰਾਈਸ ਵੀ ਘੱਟ ਹੋ ਸਕਦੀ ਉਹਨਾਂ ਚੀਜ਼ਾਂ ਦੀ। ਹੁਣ ਕਈ ਕੰਪਨੀਆਂ ਕਹਿੰਦੀਆਂ ਵੀ ਅਸੀਂ ਕਲੇਮ ਹੈਂਡਲਿੰਗ ਜਿਹੜੀ ਆ ਰਾਈਟ ਵੇ ਕਰਾਂਗੇ, ਜਿੰਨੀ ਫਾਸਟ ਤੋਂ ਫਾਸਟ ਪ੍ਰੋਸੈਸਿੰਗ ਆ, ਹੋ ਸਕਦਾ ਉਹਨਾਂ ਦੀ ਕਾਸਟ ਜਿਹੜੀ ਹੈ ਥੋੜੀ ਬਹੁਤ ਜ਼ਿਆਦਾ ਵੀ ਹੋ ਸਕਦੀ ਹੈ। ਸੋ ਡਿਪੈਂਡਿੰਗ ਅਪੋਨ ਜਦੋਂ ਵੀ ਆਪਾਂ ਕਲੇਮ ਦੀ ਗੱਲ ਕਰਦੇ ਹਾਂ ਜੀ, ਬਿਲਕੁਲ ਕੰਪਨੀ ਟੂ ਕੰਪਨੀ ਇਹ ਚੀਜ਼ਾਂ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ ਨੇ। ਕਿਸੇ ਦੀ ਕਾਸਟ ਜਿਹੜੇ ਪਲਾਨ ਦੀ ਕਾਸਟ ਵੀ ਹੈ ਉਹ ਵੀ ਇਹ ਕਈ ਵਾਰੀ ਇਸੇ ਬੇਸ ਤੇ ਡਿਟਰਮਿਨ ਹੋ ਜਾਂਦੀ ਹੈ ਵੀ ਓਕੇ ਇਹਦੇ 'ਚ ਤੁਹਾਨੂੰ ਫੈਸਿਲਿਟੀਜ਼ ਕੀ ਦੇ ਰਹੇ ਨੇ, ਉਹ ਕਿਹੜੀ ਚੀਜ਼ ਦੀ ਕਵਰੇਜ ਦੇ ਰਹੇ ਆ। ਸਿਰਫ ਜਦੋਂ ਆਪਾਂ ਗੱਲ ਕਰਦੇ ਹਾਂ ਜੀ ਵਿਜ਼ਟਰ ਜਾਂ ਸੁਪਰ ਵੀਜ਼ੇ ਦੀ, ਆਪਾਂ ਇੱਕ ਅਮਾਊਂਟ ਤਾਂ ਦੇਖ ਲਈ ਵੀ ਓਕੇ ਹੈਲਥ ਇੰਸ਼ੋਰੈਂਸ 50,000 ਦੀ ਕਰਾ ਲਈ ਜਾਂ $1,00,000 ਦੀ ਕਰਾ ਲਈ, ਪਰ ਉਸ ਤੋਂ ਇਲਾਵਾ ਕੰਪਨੀਆਂ ਹੋਰ ਵੀ ਬਹੁਤ ਬੈਨੀਫਿਟ ਦਿੰਦੀਆਂ ਜੀ। ਫੋਰ ਐਗਜ਼ਾਮਪਲ ਜੇ ਕਿਸੇ ਨੇ ਸਾਈਡ ਟ੍ਰਿਪ ਲਾਣਾ ਆ, ਕੋਈ ਇੱਥੇ ਕੈਨੇਡਾ ਆਏ ਆ, ਕਿਹਾ ਵੀ ਸਾਡੇ ਰਿਸ਼ਤੇਦਾਰ ਅਮਰੀਕਾ ਰਹਿੰਦੇ ਆ, ਚਲੋ 2 ਹਫ਼ਤੇ ਉੱਥੇ ਲਾਏ ਜੀ, ਉਦੋਂ ਜਦੋਂ ਉੱਥੇ ਜਾਂਦੇ ਹੋ ਜੀ ਉਸ ਚੀਜ਼ ਦੀ ਵੀ ਕਵਰੇਜ ਉਹਦੇ ਵਿੱਚ ਹੈਗੀ ਹੈ। ਓਕੇ, ਆਟੋਮੈਟਿਕਲੀ ਕਵਰ ਨਾ, ਤੁਹਾਨੂੰ ਐਕਸਟਰਾ ਕਰਾਉਣ ਦੀ ਕੋਈ ਲੋੜ ਨਹੀਂ ਹੈਗੀ ਇੰਸ਼ੋਰੈਂਸ। ਉਸ ਤੋਂ ਬਾਅਦ ਜੀ ਕੋਈ ਤੁਹਾਡੀ ਰੱਬ ਨਾ ਕਰੇ ਐਕਸੀਡੈਂਟ ਹੋ ਜਾਂਦਾ ਜੀ, ਕਿਤੇ ਐਕਸੀਡੈਂਟ ਦੇ ਵਿੱਚ ਤੁਹਾਡਾ ਕੋਈ ਬਾਹਲੀ ਹੱਥ ਪੈਰ ਵੱਢਿਆ ਗਿਆ ਜਾਂ ਕੋਈ ਅੱਖਾਂ ਦੀ ਰੋਸ਼ਨੀ ਚਲੀ ਗਈ, ਕੋਈ ਜ਼ਿਆਦਾ ਸੀਰੀਅਸ ਹੋ ਜਾਂਦਾ, ਜਿੰਨੇ ਅਮਾਊਂਟ ਦੀ ਤੁਸੀਂ ਇੰਸ਼ੋਰੈਂਸ ਕਰਾਈ ਹੈ ਜੀ ਉਹਨੇ ਦੇ ਉਹਨੇ ਤੁਹਾਨੂੰ ਕੰਪਨੀ, ਜੇ $1,00,000 ਦੀ ਕਰਾਈ ਹੈ $1,00,000 ਹੀ ਤੁਹਾਨੂੰ ਕੰਪਨੀ ਦੇ ਦਿੰਦੀ ਹੈ। ਸੋ ਉੱਦਾਂ ਡੈਂਟਲ ਐਮਰਜੈਂਸੀ ਹੋ ਗਈ, ਕੋਈ ਫਿਜ਼ੀਓਥੈਰੇਪਿਸਟ, ਕੋਈ ਕਾਇਰੋਪ੍ਰੈਕਟਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਇਹ ਪਲਾਨ ਦੇ ਵਿੱਚ ਬਿਲਟ ਇਨ ਹੁੰਦੀਆਂ ਨੇ। ਸੋ ਅਗੇਨ ਕੰਪਨੀ ਟੂ ਕੰਪਨੀ ਜ਼ਰੂਰ ਚੈੱਕ ਕਰੋ ਕਿਹੜੀ ਕੰਪਨੀ ਕਿਹੜੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਾ ਰਹੀਆਂ ਨੇ। ਖਾਸ ਕਰਕੇ ਜੇ ਕੋਈ ਵਿਜ਼ਟਰ ਜਾਂ ਸੁਪਰ ਵੀਜ਼ਾ ਤੇ ਆ ਰਹੇ ਨੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਇਹ ਚੀਜ਼ਾਂ ਦਾ ਧਿਆਨ ਰੱਖੋ, ਕਿਉਂਕਿ ਇੱਥੇ ਆ ਕੇ ਪਤਾ ਨਹੀਂ ਲੱਗਣਾ ਜੀ ਕਿਹੜੀ ਚੀਜ਼ ਦਾ ਕਦੋਂ ਲੋੜ ਪੈ ਜਾਣੀ ਹੈ। ਸੋ ਜਿੰਨੀ ਤੁਹਾਨੂੰ ਕਲੈਰਿਟੀ ਹੋਊਗੀ, ਜਿੰਨਾ ਤੁਸੀਂ ਵਧੀਆ ਡਿਜ਼ਾਈਨ ਕਰਾਇਆ ਹੋਊਗਾ ਪਲਾਨ, ਉਹਨਾਂ ਹੀ ਤੁਹਾਡੇ ਵਾਸਤੇ ਬਾਅਦ 'ਚ ਸੌਖਾ ਹੈ। ਅੱਛਾ, ਕਈ ਵਾਰੀ ਹੁਣ ਲੋਕਾਂ ਨੂੰ ਲੋੜ ਪੈ ਜਾਂਦੀ, ਜਿਵੇਂ ਤੁਸੀਂ ਦੱਸਿਆ ਕਿ ਜੇ ਅਸੀਂ ਪਹਿਲਾਂ ਹੀ ਸਾਰੇ ਸਵਾਲ ਜਵਾਬ ਕੀਤੇ ਆ, ਸਾਨੂੰ ਪਹਿਲਾਂ ਹੀ ਪਤਾ ਮੇਰੇ ਕਿਹੜੀ ਪਾਲਿਸੀ ਲਈ, ਕਿਉਂ ਲਈ ਆ, ਕੀ ਮੈਨੂੰ ਇਹਦੇ ਬੈਨੀਫਿਟ ਆ, ਪਰ ਹੁਣ ਕੋਈ ਸੁਪਰ ਵੀਜ਼ੇ ਤੇ ਜਾਂ ਵਿਜ਼ਟਰ ਕੋਈ ਆਇਆ ਹੈਗਾ, ਉਹਨਾਂ ਨੂੰ ਕਈ ਕੰਪਨੀਆਂ ਕਹਿੰਦੀਆਂ ਕਿ 60 ਦਿਨ ਸਾਨੂੰ ਬੁਲਾਓ ਹੀ ਨਾ। ਹਾਂਜੀ, ਤੇ ਕਈ ਜਿੱਦਾਂ ਲੋਕ ਆ ਉਹਨਾਂ ਨੂੰ ਕਿਤੇ ਜ਼ਰੂਰਤ ਪੈ ਜਾਂਦੀ ਆ ਖੜੇ ਪੈਰ, ਹਾਂਜੀ, ਤੇ ਫਿਰ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਪਾਲਿਸੀ ਲੈਣ ਵੇਲੇ? ਇਹ ਸਵਾਲ ਟੱਚ ਕਰਨੇ ਚਾਹੀਦੇ ਆ ਕਿ ਕੱਲ ਨੂੰ ਮੈਨੂੰ ਲੋੜ ਪਈ ਆ ਤੇ ਇਹ ਕੰਪਨੀ ਕਿੰਨੇ ਦਿਨ ਮੈਨੂੰ ਹੋਲਡ ਤੇ ਰੱਖੂਗੀ, ਕਿੰਨਾ ਟਾਈਮ ਪ੍ਰੋਸੈਸਿੰਗ ਦਾ ਲਾਊਗੀ, ਉਹ ਪਹਿਲਾਂ ਤੁਹਾਨੂੰ ਪੁੱਛ ਸਕਦੇ ਆ, ਤੁਸੀਂ ਦੱਸ ਸਕਦੇ ਆ? ਬਿਲਕੁਲ ਪੁੱਛ ਸਕਦੇ ਆ ਜੀ, ਬਿਲਕੁਲ ਦੱਸ ਵੀ ਸਕਦੇ ਆ। ਤੇ ਸਾਡੇ ਐਜ਼ ਅ ਐਡਵਾਈਜ਼ਰ ਤੁਹਾਡੀ ਰਿਸਪੌਂਸਿਬਿਲਟੀ ਵੀ ਹੈ ਜੀ ਇਹ ਸਾਡਾ ਫਰਜ਼ ਬਣਦਾ ਵੀ ਅਸੀਂ ਉਹਨੂੰ ਚੰਗੀ ਤਰ੍ਹਾਂ ਗਾਈਡ ਕਰੀਏ ਵੀ ਓਕੇ ਆ ਫਲਾਣੀ ਕੰਪਨੀ ਦਾ ਇੰਨਾ ਵੇਟ ਟਾਈਮ ਆ, ਫਲਾਣੀ ਕੰਪਨੀ ਦਾ ਇੰਨਾ ਵੇਟ ਟਾਈਮ ਆ। ਨਾਲੇ ਜਦੋਂ ਵੀ ਕਲੇਮ ਦੀ ਗੱਲ ਆਉਂਦੀ ਹੈ ਜੀ, ਦੇਖੋ ਇੱਕ ਤਾਂ ਹੁੰਦਾ ਨਾ 1-800 ਨੰਬਰ ਸਾਰੀਆਂ ਕੰਪਨੀਆਂ ਦੇ ਦਿੰਦੀਆਂ ਵੀ ਜੇ ਕੋਈ ਕਲੇਮ ਹੋਇਆ ਤੁਸੀਂ ਸਾਨੂੰ ਇਸ ਨੰਬਰ ਤੇ ਕਾਲ ਕਰ ਲੈਣਾ, ਪਰ ਕਈ ਵਾਰੀ ਹੁਣ ਲੋਕੀ ਜਦੋਂ ਇੰਨੀ ਐਮਰਜੈਂਸੀ ਹੁੰਦੀ ਹੈ ਜੀ, ਲੋਕਾਂ ਨੂੰ ਨਹੀਂ ਸਮਝ ਲੱਗਦਾ। ਸੋ ਉੱਥੇ ਫਿਰ ਉਹਨਾਂ ਨੂੰ ਹਮੇਸ਼ਾ ਗਾਈਡ ਕਰੀਦਾ ਜੀ ਪਲਾਨ ਇੰਸ਼ੋਰੈਂਸ ਵੱਲੋਂ ਵੀ ਤੁਸੀਂ ਸਾਨੂੰ ਵੀ ਕਾਲ ਕਰ ਸਕਦੇ ਹੋ, ਅਸੀਂ ਤੁਹਾਨੂੰ ਦੱਸਾਂਗੇ ਵੀ ਕਿਹੜੇ ਪੇਪਰ, ਜੇ ਤੁਹਾਨੂੰ ਹੈਲਪ ਚਾਹੀਦੀ ਪੇਪਰ ਭਰਨ 'ਚ, ਅਸੀਂ ਉਹ ਵੀ ਕਰ ਸਕਦੇ ਹਾਂ। ਗੱਲ ਇਹ ਹੈ ਜੀ ਵੀ ਉਹਨਾਂ ਨੇ ਕੰਪਨੀ ਨੇ ਗੱਲ ਤੁਹਾਡੇ ਨਾਲ ਕਰਨੀ ਹੈ, ਉਹਨਾਂ ਨੇ ਤੁਹਾਡੇ ਤੋਂ ਪੁੱਛਣਾ ਓਕੇ ਕੀ ਇੰਸੀਡੈਂਟ ਹੋਇਆ, ਕਿੱਥੇ ਹੋਇਆ, ਸਾਰੀ ਰਿਪੋਰਟ ਸਾਨੂੰ ਦੱਸੋ, ਕਿਹੜੇ ਹਸਪੀਟਲ ਲੈ ਕੇ ਗਏ, ਫਿਰ ਉਸ ਤੋਂ ਬਾਅਦ ਕਈ ਵਾਰੀ ਤੁਸੀਂ ਜੇ ਕੋਈ ਡਿਸੇਬਿਲਿਟੀ ਦਾ ਕਲੇਮ ਹੈ ਜਾਂ ਕੋਈ ਹੋਰ, ਡਿਪੈਂਡਿੰਗ ਔਨ ਕਿਹੜੇ ਕਲੇਮ ਦੀ ਆਪਾਂ ਗੱਲ ਕਰਦੇ ਹਾਂ, ਉਹਦੇ 'ਚ ਉਹ ਤੁਹਾਡੀ ਇਨਕਮ ਮੰਗਦੇ ਆ ਵੀ ਓਕੇ ਤੁਸੀਂ ਸਾਨੂੰ ਇਨਕਮ ਦੱਸੋ ਤੁਹਾਡੀ ਕੀ ਸੀਗੀ, ਜੇ ਤੁਸੀਂ ਕਲੇਮ ਕੀਤਾ ਹੈ ਓਕੇ ਡਾਕਟਰ ਤੋਂ ਲਿਖਵਾ ਕੇ ਲਿਆਓ, ਤੁਹਾਡਾ ਡਾਕਟਰ ਕੀ ਲਿਖ ਕੇ ਦਿੰਦਾ ਆ। ਸੋ ਇਹ ਸਾਰੀਆਂ ਚੀਜ਼ਾਂ ਮਾਇਨੇ ਰੱਖਦੀਆਂ ਨੇ। ਸੋ ਕਈ ਵਾਰੀ ਜਦੋਂ ਕਾਫੀ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਜੀ, ਕਲਾਇੰਟ ਕਈ ਵਾਰੀ ਘਬਰਾ ਜਾਂਦੇ ਆ ਵੀ ਓਕੇ ਵੀ ਇੰਨੀ ਹੁਣ ਯਾਰ ਇੰਨੀ ਇਨਫੋਰਮੇਸ਼ਨ ਕਿੱਥੋਂ ਹੋਊਗੀ, ਕਿੱਦਾਂ ਕਰਾਂਗੇ। ਸੋ ਉਹ ਐਜ਼ ਐਨ ਐਡਵਾਈਜ਼ਰ ਤੁਹਾਡੀ ਵੀ ਰਿਸਪੌਂਸਿਬਿਲਿਟੀ ਬਣਦੀ ਹੈ ਵੀ ਤੁਸੀਂ ਪ੍ਰੋਪਰਲੀ ਉਹਨਾਂ ਨੂੰ ਗਾਈਡ ਕਰੋ, ਚੰਗੀ ਤਰ੍ਹਾਂ ਉਹਨਾਂ ਨੂੰ ਸਟੈਪ ਬਾਏ ਸਟੈਪ ਸਮਝਾਓ ਕਿ ਇੱਦਾਂ ਪ੍ਰੋਸੈਸ ਵਰਕ ਕਰਦਾ। ਸੋ ਇਸੇ ਕਰਕੇ ਜਦੋਂ ਤੁਸੀਂ ਪਾਲਿਸੀ ਲੈਂਦੇ ਹੋ ਜੀ, ਦੈਟ ਇਜ਼ ਦਾ ਮੋਸਟ ਇੰਪੋਰਟੈਂਟ ਟਾਈਮ ਵੀ ਤੁਸੀਂ ਜਿੰਨੇ ਕੁਐਸਚਨ ਪੁੱਛ ਸਕਦੇ ਹੋ ਪੁੱਛੋ। ਕੋਈ ਕੁਐਸਚਨ ਗਲਤ ਜਾਂ ਸਹੀ ਨਹੀਂ ਹੈ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਵੀ ਓਕੇ ਯਾਰ ਮੈਂ ਸਟੂਪਿਡ ਕੁਐਸਚਨ ਤਾਂ ਨਹੀਂ ਮੈਂ ਇੱਦਾਂ ਦਾ ਪੁੱਛ ਰਿਹਾ ਕੁਛ। ਮੈਂ ਹਮੇਸ਼ਾ ਹਰੇਕ ਨੂੰ ਇਨਕਰੇਜ ਕਰਦਾ ਵੀ ਦੇयर इज नो ਸਟੂਪਿਡ ਕੁਐਸਚਨ। ਜਦੋਂ ਤੁਸੀਂ ਇੰਸ਼ੋਰੈਂਸ ਲੈ ਰਹੇ ਹੋ, ਕੋਈ ਵੀ ਪ੍ਰੋਡਕਟ ਲੈ ਰਹੇ ਹੋ, ਜਿਵੇਂ ਦਾ ਮਰਜ਼ੀ ਪੁੱਛ ਲਓ, ਚਾਹੇ $50 ਦਾ ਪ੍ਰੋਡਕਟ ਆ ਚਾਹੇ 5 ਲੱਖ ਦਾ ਪ੍ਰੋਡਕਟ ਆ, ਕੁਐਸਚਨ ਸਾਰੇ ਜੈਨੂਇਨ ਨੇ। ਤੁਸੀਂ ਆਪਣੀ ਤਸੱਲੀ ਕਰੋ ਜਦੋਂ ਤੁਸੀਂ ਕੁਐਸਚਨ ਪੁੱਛਦੇ ਹੋ। ਜੇ ਐਡਵਾਈਜ਼ਰ ਤੁਹਾਨੂੰ ਸਹੀ ਆਨਸਰ ਨਹੀਂ ਦਿੰਦਾ, ਤੁਹਾਨੂੰ ਉਦੋਂ ਪਤਾ ਲੱਗ ਜਾਣਾ ਚਾਹੀਦਾ ਵੀ ਓਕੇ ਇੱਥੇ ਮੇਰੀ ਦਾਲ ਨਹੀਂ ਗਲਣੀ, ਵੀ ਇਹ ਮੈਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲ ਰਹੀ। ਸੋ ਹਮੇਸ਼ਾ ਐਕਸਪੀਰੀਅੰਸ ਐਡਵਾਈਜ਼ਰ ਨਾਲ ਬੈਠ ਕੇ ਸਹੀ ਜਿਹੜੇ ਆਪਣੇ ਪਲਾਨ ਨੇ ਉਹਨਾਂ ਨੂੰ ਡਿਜ਼ਾਈਨ ਕਰਵਾਓ ਜੀ। ਅੱਛਾ, ਲਾਈਫ ਇੰਸ਼ੋਰੈਂਸ ਜਦੋਂ ਕਿਸੇ ਵੀ ਇਨਸਾਨ ਨੇ ਲੈਣੀ ਆ, ਉਹਨੂੰ ਕਿਵੇਂ ਪਤਾ ਲੱਗਦਾ ਆ, ਕਿਵੇਂ ਤੁਸੀਂ ਉਹਨੂੰ ਗਾਈਡ ਕਰਦੇ ਆ ਕਿ ਉਹਦੇ ਲਈ ਕਿਹੜੀ ਇੰਸ਼ੋਰੈਂਸ ਜਿਹੜੀ ਸੈੱਟ ਆ, ਕਿਹੜੀ ਉਹਦੇ ਲਈ ਸੂਟੇਬਲ ਆ? ਹਾਂਜੀ, ਜਦੋਂ ਵੀ ਆਪਾਂ ਗੱਲ ਕਰਦੇ ਹਾਂ, ਦੇਖੋ ਪਹਿਲੀ ਗੱਲ ਤਾਂ ਤੁਹਾਨੂੰ ਆਪਣਾ ਹੋਮਵਰਕ ਆਪ ਕਰਨਾ ਚਾਹੀਦਾ ਜੀ। ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਓਕੇ ਵੀ ਮੇਰੇ ਇੰਨੇ ਕੁ ਲੋਨ ਨੇ, ਜਾਂ ਮੇਰੀ ਹੈਲਥ ਕੰਡੀਸ਼ਨ ਇੰਨੀ ਹੈ, ਜਾਂ ਮੇਰੀ ਏਜ ਇੰਨੀ ਹੈ, ਜਾਂ ਮੇਰੀ ਇਨਕਮ ਇੰਨੀ ਹੈ। ਸੋ ਬੇਸਿਕਲੀ ਪਹਿਲਾਂ ਹੋਮਵਰਕ ਤਾਂ ਤੁਹਾਡਾ ਆਪਦਾ ਬਣਦਾ ਜੀ।
ਜੇ ਕਿਸੇ ਰੀਜ਼ਨ ਕਰਕੇ ਤੁਸੀਂ ਨਹੀਂ ਹੋਮਵਰਕ ਕਰ ਪਾਏ, ਤੁਸੀਂ ਕਹਿੰਦੇ ਯਾਰ ਇੰਸ਼ੋਰੈਂਸ ਵਾਲੇ ਕੋਲ ਚੱਲਦੇ ਆ, ਉਹਨਾਂ ਦੇ ਪੁੱਛ ਲੈਂਦੇ ਵੀ ਕੀ ਕਹਿੰਦੇ। ਸੋ ਫਿਰ ਸਾਡੇ ਕੋਲ ਇਦਾਂ ਦੇ ਟੂਲਸ ਹੁੰਦੇ ਆ ਜੀ, ਉਹਨਾਂ ਨੂੰ ਕਹਿੰਦੇ ਨੀਡ ਐਨਾਲਿਸਿਸ, ਵੀ ਅਸੀਂ ਤੁਹਾਡੇ ਤੋਂ ਇਦਾਂ ਦੇ ਕੁਐਸਚਨ ਪੁੱਛ ਕੇ ਓਕੇ ਜੀ ਤੁਸੀਂ ਇਹ ਦੱਸੋ ਵੀ ਤੁਸੀਂ ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ, ਤੁਹਾਡੇ ਕੀ ਲੋਨ ਨੇ, ਕੀ ਲਾਇਬਿਲਿਟੀਜ਼ ਨੇ, ਕੋਈ ਬੈਂਕਰਪਸੀ ਤਾਂ ਨਹੀਂ, ਤੁਹਾਡੀ ਹੈਲਥ ਦਾ ਕੋਈ ਕੰਡੀਸ਼ਨ ਤਾਂ ਨਹੀਂ, ਕੋਈ ਦਵਾਈਆਂ ਤਾਂ ਨਹੀਂ ਖਾਂਦੇ, ਕੋਈ ਸਰਜਰੀ ਤਾਂ ਨਹੀਂ। ਸੋ ਪੂਰੀ ਡਿਟੇਲ ਜੀ ਅਸੀਂ ਦੇਖ ਕੇ ਉਹਨਾਂ ਦਾ ਅੱਗੇ 5 ਸਾਲ 10 ਸਾਲ 15 ਸਾਲ ਦਾ ਕੀ ਪਲਾਨ ਆ। ਸੋ ਇੱਕ ਕੁਐਸਚਨੇਅਰ ਹੁੰਦਾ ਜੀ। ਕੋਈ ਮੈਡੀਕਲ ਐਗਜ਼ਾਮ ਵੀ ਹੁੰਦੇ ਆ? ਹਾਂਜੀ, ਮੈਡੀਕਲ ਐਗਜ਼ਾਮ ਵੀ ਹੁੰਦੇ ਆ। ਸੋ ਸਟੈਪ ਬਾਏ ਸਟੈਪ ਜਿੱਦਾਂ ਪਹਿਲਾਂ ਨੀਡ ਐਨਾਲਿਸਿਸ ਕਰਕੇ ਜੀ ਉਹਨਾਂ ਦੀ ਵੀ ਓਕੇ ਵੀ ਇਹਨਾਂ ਦੀ ਲੋੜ ਮੁਤਾਬਕ ਇਹਨਾਂ ਨੂੰ ਹੁਣ 5 ਲੱਖ ਦੀ ਇੰਸ਼ੋਰੈਂਸ ਚਾਹੀਦੀ ਹੈ, $1 ਮਿਲੀਅਨ ਦੀ ਚਾਹੀਦੀ ਹੈ, ਜਾਂ ਨਾਲ ਇਹਨਾਂ ਨੂੰ ਕ੍ਰਿਟੀਕਲ ਇਲਨੈਸ ਵੀ ਚਾਹੀਦੀ ਹੈ। ਪਹਿਲਾ ਸਟੈਪ ਤਾਂ ਇਹ ਹੁੰਦਾ ਜੀ ਡਿਟਰਮਨ ਕਰਨਾ। ਉਸ ਤੋਂ ਬਾਅਦ ਫਿਰ ਉਹਨੂੰ ਦੱਸੀਦਾ ਵੀ ਓਕੇ ਜੀ ਆ ਸਾਰੀਆਂ ਕੰਪਨੀਆਂ ਦੇ ਡਿਫਰੈਂਟ ਕੰਪਨੀ ਦਾ ਰੇਟਸ ਨੇ, ਤੁਹਾਡੇ ਵਾਸਤੇ ਆ ਜਿਹੜੀ ਕੰਪਨੀ ਦਾ ਪ੍ਰੋਡਕਟ ਆ ਇਹ ਤੁਹਾਡੇ ਵਾਸਤੇ ਬੈਸਟ ਰਹੇਗਾ। ਫਿਰ ਉਸ ਤੋਂ ਬਾਅਦ ਜੀ ਮੈਡੀਕਲ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਬਿਲਕੁਲ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹੁੰਦਾ ਵੀ ਲੋਕਾਂ ਦਾ ਮੈਡੀਕਲ ਜ਼ਰੂਰ ਕਰਵਾਇਆ ਜਾਵੇ। ਇੱਕ ਤਾਂ ਜੀ ਮੈਡੀਕਲ ਵੈਸੇ ਫ੍ਰੀ ਹੈ ਕੰਪਨੀ ਵੱਲੋਂ, ਠੀਕ ਹੈ। ਸੋ ਤੁਸੀਂ ਉਹ ਨਾਲੇ ਸਾਰੀ ਤਸੱਲੀ ਕਰ ਲੈਂਦੇ ਆ, ਤੁਹਾਨੂੰ ਪਤਾ ਵੀ ਲੱਗ ਜਾਂਦਾ। ਕਈ ਵਾਰੀ ਮੈਨੂੰ ਜਦੋਂ ਰਿਪੋਰਟ ਆਉਂਦੀ ਹੈ, ਬੰਦਾ ਕਹਿੰਦਾ ਵੀ ਮੈਂ ਤਾਂ ਹੈਲਦੀ ਹਾਂ, ਮੈਨੂੰ ਤਾਂ ਕੁਝ ਵੀ ਨਹੀਂ ਹੋਇਆ, ਬਾਅਦ 'ਚ ਉੱਥੇ ਨਿਕਲ ਜਾਂਦਾ ਜੀ ਓਕੇ ਤੁਹਾਡਾ ਤਾਂ ਬਲੱਡ ਪ੍ਰੈਸ਼ਰ ਹਾਈ ਸੀ, ਜਾਂ ਤੁਹਾਡਾ ਕੋਲੈਸਟਰੋਲ ਹਾਈ ਆਇਆ, ਜਾਂ ਤੁਹਾਡਾ ਆਹ ਨਿਕਲਿਆ। ਫਿਰ ਜਦੋਂ ਉਹਨੂੰ ਦੱਸੀਦਾ ਕਹਿੰਦਾ ਯਾਰ ਮੈਂ ਤਾਂ ਕਦੇ ਧਿਆਨ ਨਹੀਂ ਦਿੱਤਾ ਇਸ ਪਾਸੇ, ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ। ਸੋ ਵਧੀਆ ਕੀਤਾ ਤੁਸੀਂ ਮੈਨੂੰ ਦੱਸ ਦਿੱਤਾ ਵੀ ਹੁਣ ਮੈਂ ਇਸ ਪਾਸੇ ਧਿਆਨ ਰੱਖੂੰਗਾ। ਸੋ ਇੱਕ ਤਾਂ ਇਹ ਗੱਲ ਬਹੁਤ ਜ਼ਰੂਰੀ ਹੈ ਵੀ ਤੁਸੀਂ ਮੈਡੀਕਲ ਜ਼ਰੂਰ ਕਰਵਾਓ ਆਪਣਾ, ਉਹਦੇ ਤੁਹਾਨੂੰ ਆਪ ਹੀ ਪਤਾ ਲੱਗ ਜਾਂਦਾ ਵੀ ਓਕੇ ਕਿਹੜੀਆਂ ਚੀਜ਼ਾਂ ਨੇ। ਨਾਲੇ ਫਿਰ ਵੀ ਅਗੇਨ ਮੈਡੀਕਲ ਤੋਂ ਬਾਅਦ ਵੀ ਤੁਹਾਡੇ ਕੋਲ ਆਪਸ਼ਨਸ ਹੁੰਦੀਆਂ ਜੀ। ਇਹ ਨਹੀਂ ਕਿ ਵੀ ਹੁਣ ਮੈਂ ਮੈਡੀਕਲ ਕਰਾ ਲਿਆ ਵੀ ਹੁਣ ਤਾਂ ਮੈਨੂੰ ਇੰਸ਼ੋਰੈਂਸ ਕਰਾਉਣੀ ਹੀ ਪੈਣੀ ਹੈ। ਸੋ ਇਦਾਂ ਦੀ ਵੀ ਕੋਈ ਗੱਲ ਨਹੀਂ ਹੁੰਦੀ। ਮੈਡੀਕਲ ਤੋਂ ਬਾਅਦ ਵੀ ਜੇ ਤੁਸੀਂ ਕੋਈ ਵਧਾਉਣੀ ਹੈ, ਘਟਾਉਣੀ ਹੈ, ਕੁਝ ਵੀ ਕਰਨਾ ਹੈ, ਆਪਣੇ ਕੋਲ ਸਾਰੀਆਂ ਆਪਸ਼ਨਸ ਹੁੰਦੀਆਂ ਨੇ। ਕਿਸੇ ਵੀ ਸਟੇਜ ਤੇ ਜਾ ਕੇ ਤੁਸੀਂ ਇੰਸ਼ੋਰੈਂਸ ਜਿਹੜਾ ਵੀ ਪਲਾਨ ਡਿਜ਼ਾਈਨ ਕਰਾਉਂਦੇ ਹੋ, ਜੋ ਮਰਜ਼ੀ ਉਹਦੇ ਚੇਂਜਸ ਕੀਤੀਆਂ ਜਾ ਸਕਦੀਆਂ। ਇਹ ਕਦੀ ਨਹੀਂ ਹੁੰਦਾ ਵੀ ਓਕੇ ਹੁਣ ਮੈਂ ਇੱਕ ਇੰਸ਼ੋਰੈਂਸ ਲੈ ਲਈ ਵੀ ਦੈਟਸ ਇਟ ਯਾਰ ਹੁੰਦਾ ਮੈਂ ਫਸ ਗਿਆ ਵੀ ਮੈਨੂੰ ਇੰਨੀ ਅਫੋਰਡ ਕਰਨੀ ਪੈਣੀ ਹੈ ਜਿੱਦਾਂ ਮਰਜ਼ੀ ਕਰਾਂ। ਇਦਾਂ ਦੀ ਕੋਈ ਗੱਲ ਨਹੀਂ, ਤੁਸੀਂ ਜਦੋਂ ਮਰਜ਼ੀ ਆਪਣੀ ਜ਼ਰੂਰਤ ਮੁਤਾਬਕ ਉਦਾਂ ਦੇ ਪਲਾਨ ਡਿਜ਼ਾਈਨ ਕਰਵਾ ਸਕਦੇ ਹੋ। ਅੱਛਾ, ਹੁਣ ਕਿਸੇ ਨੇ ਇੰਸ਼ੋਰੈਂਸ ਲੈ ਲਈ, ਲਾਈਫ ਇੰਸ਼ੋਰੈਂਸ ਲੈ ਲਈ ਹੈ, ਹਾਂਜੀ, ਕਿੰਨਾ ਕੁ ਟਾਈਮ ਲੱਗਦਾ ਉਹਦੀ ਪ੍ਰੋਸੈਸਿੰਗ ਨੂੰ? ਹੁਣ ਮੰਨ ਲਓ ਕਿ ਅੱਜ ਕਿਸੇ ਨੇ ਡਿਸਾਈਡ ਕੀਤਾ ਕਿ ਮੈਂ ਅੱਜ ਇੰਸ਼ੋਰੈਂਸ ਲੈਣੀ ਹੈ, ਹਾਂਜੀ, ਤੇ ਕਿੰਨਾ ਕੁ ਟਾਈਮ ਲੱਗਦਾ ਉਹਦੀ ਉਹ ਪ੍ਰੋਸੈਸ ਹੋਣ ਨੂੰ, ਸਾਰਾ ਪ੍ਰੋਸੀਜਰ? ਦੇਖੋ ਜੀ ਕਈ ਕੰਪਨੀਆਂ ਦਾ ਇਦਾਂ ਹੈ ਜਿਹੜੀ ਵਿਦਨ 24 to 48 ਆਵਰਸ ਹੀ ਤੁਹਾਡੀ ਹੋ ਜਾਂਦੀ ਹੈ ਜੀ। ਹਾਂਜੀ, ਬਿਲਕੁਲ ਬਹੁਤ ਫਾਸਟ ਨੇ। ਆਨਲਾਈਨ ਹੀ ਐਪਲੀਕੇਸ਼ਨ ਕੀਤੀ, ਆਨਲਾਈਨ ਸਬਮਿਟ ਕੀਤਾ, ਆਨਲਾਈਨ ਹੀ ਸਾਰਾ ਕੁਝ ਠਾਠਾ ਕਰਕੇ ਮਿੰਟੋ ਮਿੰਟੀ ਸਾਰਾ ਕੁਝ ਹੋ ਜਾਂਦਾ। ਕਈ ਵਾਰੀ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਜੀ ਉਹ 2-3 ਹਫ਼ਤੇ ਤਾਂ ਲੱਗ ਜਾਂਦਾ ਜੇ ਹੁਣ ਤੁਹਾਡਾ ਜਦੋਂ ਮੈਡੀਕਲ ਕਰਾਉਂਦੇ ਆ, ਹੁਣ ਤੁਹਾਡਾ ਮੈਡੀਕਲ ਹੋਇਆ ਜੀ, ਉਹਦੇ ਵਿੱਚ ਕੋਈ ਉਹਨਾਂ ਨੂੰ ਲੱਗਿਆ ਵੀ ਓਕੇ ਕੋਈ ਚੀਜ਼ ਵੱਧ ਘੱਟ ਆਈ ਹੈ, ਉਹ ਕਹਿੰਦੇ ਵੀ ਅਸੀਂ ਤੁਹਾਡੇ ਡਾਕਟਰ ਤੋਂ ਰਿਪੋਰਟ ਲੈਣੀ ਹੈ ਇੱਕ। ਉਹ ਹੁਣ ਜਦੋਂ ਡਾਕਟਰ ਨੂੰ ਰਿਪੋਰਟ ਭੇਜਦੇ ਆ ਜੀ, ਕਈ ਵਾਰੀ ਡਾਕਟਰ ਇੰਨੇ ਬਿਜ਼ੀ ਨੇ ਜਿਹੜਾ ਕੰਮ 2 ਦਿਨ ਦਾ ਉਹਨੂੰ 2-3 ਹਫ਼ਤੇ ਆਰਾਮ ਨਾਲ ਹੀ ਲਾ ਦਿੰਦੇ ਆ, ਉਹ ਚੀਜ਼ ਭੇਜਦੇ ਹੀ ਨਹੀਂ। ਸੋ ਮੈਂ ਹਮੇਸ਼ਾ ਜਦੋਂ ਵੀ ਕੋਈ ਇੱਦਾਂ ਰਿਕੁਐਸਟ ਆਉਂਦੀ ਜੇ ਮੈਂ ਕਲਾਇੰਟ ਨੂੰ ਕਹਿੰਦਾ ਵੀ ਤੁਸੀਂ ਇੱਕ ਵਾਰੀ ਆਪਣੇ ਡਾਕਟਰ ਨੂੰ ਫੋਨ ਕਰ ਦਿਓ ਵੀ ਇੰਸ਼ੋਰੈਂਸ ਕੰਪਨੀ ਵੱਲੋਂ ਤੁਹਾਨੂੰ ਫੋਨ ਆਏਗਾ, ਉਹਨਾਂ ਨੂੰ ਆਹ ਇਨਫੋਰਮੇਸ਼ਨ ਤੁਹਾਡੇ ਤੋਂ ਚਾਹੀਦੀ ਹੈ ਵੀ ਉਹ ਰੈਡੀ ਕਰ ਲੈਣ। ਸੋ ਮੋਸਟਲੀ ਕੇਸਿਸ ਦੇ ਵਿੱਚ ਜਦੋਂ ਕਲਾਇੰਟ ਆਪ ਫੋਨ ਕਰ ਦਿੰਦਾ ਜੀ ਉਦੋਂ ਪ੍ਰੋਸੈਸ ਸਪੀਡ ਅਪ ਹੋ ਜਾਂਦਾ। ਪਰ ਕਈ ਕਲਾਇੰਟ ਹੁਣ ਬਹੁਤ ਬਿਜ਼ੀ ਹੁੰਦੇ ਆ ਜੀ। ਹੁਣ ਟਰੱਕਿੰਗ ਇੰਡਸਟਰੀ ਮੇਰੇ ਕਾਫੀ ਕਲਾਇੰਟ ਨੇ ਜਾਂਦੇ ਕਹਿੰਦੇ ਯਾਰ ਸਾਡੇ ਕੋਲ ਟਾਈਮ ਨਹੀਂ ਫੋਨ ਕਰਨ ਦਾ, ਵੀ ਅੱਗੇ ਦਿਮਾਗ 'ਚ ਬਹੁਤ ਬੋਝ ਹੁੰਦਾ। ਸੋ ਉਹ ਕੇਸਿਸ ਦੇ ਵਿੱਚ ਕਈ ਵਾਰੀ ਫਿਰ ਜਦੋਂ ਡਾਕਟਰ ਆਪਣਾ ਟਾਈਮ ਲਾਉਂਦੇ ਆ ਉਹ 2 ਹਫ਼ਤੇ 3 ਹਫ਼ਤੇ 4 ਹਫ਼ਤੇ ਵੀ ਲਾ ਸਕਦੇ। ਪਰ ਰੈਗੂਲਰ ਪ੍ਰੋਸੈਸਿੰਗ ਟਾਈਮ ਐਨੀਵੇਅਰ ਬਿਟਵੀਨ 24 ਆਵਰਸ ਤੋਂ ਲੈ ਕੇ 2 ਹਫ਼ਤੇ ਦੇ ਵਿੱਚ ਜਿਹੜੀ ਹੈ ਜੀ ਪਾਲਿਸੀ ਹੋ ਜਾਂਦੀ ਹੈ। ਉਸ ਤੋਂ ਬਾਅਦ ਜਿਹੜਾ ਟਾਈਮ ਆ ਜੀ ਉਹਦੇ ਫਿਰ ਸਪੈਸੀਫਿਕ ਰੀਜ਼ਨ ਹੁੰਦੇ ਨੇ ਵੀ ਕੋਈ ਰਿਪੋਰਟ ਡਿਲੇ ਹੋ ਗਈ ਹੈ, ਜਾਂ ਤੁਹਾਡਾ ਡਾਕਟਰ ਨਹੀਂ ਦੇ ਰਿਹਾ, ਜਾਂ ਤੁਸੀਂ ਕੋਈ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕਰਾ ਰਹੇ ਟਾਈਮ ਤੇ। ਜਿਹੜੀ ਕ੍ਰਿਟੀਕਲ ਇਲਨੈਸ ਹੁੰਦੀ ਆ ਉਹ ਕਿੰਨੀ ਕੁ ਛੋਟੀ ਏਜ ਦੇ ਵਿੱਚ ਲੈਣੀ ਜ਼ਿਆਦਾ ਬੈਨੀਫਿਟ ਰਹਿੰਦੀ ਹੈਗੀ ਹੈ? ਹਾਂਜੀ, ਜਦੋਂ ਆਪਾਂ ਕ੍ਰਿਟੀਕਲ ਦੀ ਗੱਲ ਕਰਦੇ ਹਾਂ ਜੀ, ਦੇਖੋ ਇਹ ਵੀ ਇਹੀ ਹੈ ਵੀ ਜਿੰਨੀ ਅਰਲੀ ਏਜ ਤੁਸੀਂ ਲੈ ਲਓਗੇ। ਹੁਣ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈ ਜੀ, ਇਹਨੂੰ ਲਿਵਿੰਗ ਬੈਨੀਫਿਟ ਕਹਿੰਦੇ ਆ। ਕਹਿਣ ਦਾ ਮਤਲਬ ਹੈ ਵੀ ਜਿੰਦੇ ਜੀ ਤੁਹਾਨੂੰ ਹੁਣ ਜੇ ਕੋਈ ਰੱਬ ਨਾ ਕਰੇ ਕੋਈ ਇੱਕ ਵੀ ਬਿਮਾਰੀ ਡਾਇਗਨੋਸ ਹੋ ਜਾਂਦੀ ਹੈ, ਜਿਹੜੀਆਂ ਮੇਜਰ ਬਿਮਾਰੀਆਂ ਕੰਪਨੀ ਕਵਰ ਕਰਦੀ ਹੈ ਉਹਦੇ ਵਿੱਚੋਂ ਜੇ ਫੋਰ ਐਗਜ਼ਾਮਪਲ ਕਿਸੇ ਨੇ $1 ਲੱਖ ਦੀ ਕਰਵਾਈ ਸੀ ਇੰਸ਼ੋਰੈਂਸ, ਉਹਨੂੰ $1 ਕੰਪਨੀ ਨੇ ਲੰਮਸਮ ਦੇ ਦੇਣਾ। ਸੋ ਇਹ ਚੀਜ਼ ਜਿੰਨੀ ਅਰਲੀ ਏਜ, ਹੁਣ ਇਦਾਂ ਦੇ ਪਲਾਨਸ ਨੇ ਜੀ ਬੱਚਿਆਂ ਵਾਸਤੇ ਵੀ, ਛੋਟੇ ਬੱਚੇ ਤੋਂ ਹੀ ਲਾਈਕ ਤੁਸੀਂ ਜਿਹੜੀ ਹੈ ਕ੍ਰਿਟੀਕਲ ਇਲਨੈਸ ਕਰਵਾ ਸਕਦੇ ਹੋ। ਪਲਾਨ ਇਦਾਂ ਦੇ ਨਹੀਂ ਵੀ ਜੇ ਤੁਸੀਂ 15 ਸਾਲ ਜਾਂ 20 ਸਾਲ ਤੁਸੀਂ ਕੋਈ ਕੋਈ ਤੁਹਾਨੂੰ ਬਿਮਾਰੀ ਨਹੀਂ ਲੱਗਦੀ, ਤੁਸੀਂ ਜਿੰਨੀ ਮਨੀ ਦਿੱਤੀ ਹੈ ਉਹ ਸਾਰੀ ਦੀ ਸਾਰੀ ਵਾਪਸ ਵੀ ਲੈ ਸਕਦੇ ਹੋ। ਸੋ ਜਿਹੜੇ ਕੋਈ ਬਿਜ਼ਨਸ ਵਾਲੇ ਬੰਦੇ ਨੇ ਜੀ, ਕੋਈ ਬਿਜ਼ਨਸ ਪੀਪਲ ਨੇ, ਉਹਨਾਂ ਕੋਲ ਹੋਰ ਵੀ ਲੁਕਰੇਟਿਵ ਨੇ ਵੀ ਤੁਸੀਂ ਆਪਣੇ ਬਿਜ਼ਨਸ ਦੇ ਵਿੱਚੋਂ ਤੁਸੀਂ ਪੈਸੇ ਪਾ ਸਕਦੇ ਹੋ। ਤੁਸੀਂ ਆਪਣੀ ਜੋ ਤੁਹਾਡੀ ਬਿਜ਼ਨਸ ਇਨਕਮ ਆ ਤੁਸੀਂ ਉਹਦੇ ਵਿੱਚੋਂ ਇੱਦਾਂ ਦੇ ਪ੍ਰੋਡਕਟ ਲੈ ਸਕਦੇ ਹੋ। ਸੋ ਅਲੱਗ-ਅਲੱਗ ਆਪਸ਼ਨਸ ਹੁੰਦੀਆਂ ਨੇ ਕ੍ਰਿਟੀਕਲ ਇਲਨੈਸ ਦੀ। ਪਰ ਜਿੱਦਾਂ ਤੁਸੀਂ ਪੁੱਛਿਆ ਵੀ ਜਿੰਨੀ ਅਰਲੀ ਏਜ ਆਪਾਂ ਕਰਦੇ ਹਾਂ ਜੀ, ਉਹਦਾ ਫਾਇਦਾ ਇਹੀ ਹੈ ਵੀ ਜਿਹੜੀ ਇੱਕ ਤਾਂ ਤੁਹਾਡੀ ਪੇਮੈਂਟ ਜਿਹੜੀ ਹੈ ਜੀ ਉਹ ਤੁਹਾਡੀ ਘੱਟ ਬਣਦੀ ਹੈ, ਤੁਸੀਂ ਕਵਰੇਜ ਨਾਲੇ ਜ਼ਿਆਦਾ ਲੈ ਸਕਦੇ ਹੋ। ਨਾਲੇ ਉਦੋਂ ਇੰਨੀ ਪੁੱਛ ਪੜਤਾਲ ਕੰਪਨੀ ਨੂੰ ਇੰਨਾ ਜ਼ਿਆਦਾ ਹੁੰਦਾ ਨਹੀਂ, ਕਿਉਂਕਿ ਉਹਨੂੰ ਪਤਾ ਵੀ ਯੰਗ ਨੇ, ਹੈਲਦੀ ਨੇ, ਕੋਈ ਇਸ਼ੂ ਨਹੀਂ ਹੈਗਾ ਇਹਨਾਂ ਦੀ ਹੈਲਥ ਦੇ ਵਿੱਚ। ਉਹ ਤੁਹਾਨੂੰ ਵਧੀਆ ਤੋਂ ਵਧੀਆ ਡਿਫਰੈਂਟ ਕੰਪਨੀਆਂ ਅਲੱਗ ਤੋਂ ਅਲੱਗ ਤੁਹਾਨੂੰ ਪ੍ਰੋਡਕਟ ਪ੍ਰੋਵਾਈਡ ਕਰਾਉਂਦੀਆਂ ਨੇ। ਸੋ ਇਸ ਕਰਕੇ ਜਦੋਂ ਵੀ ਕੋਈ ਵੀ ਚਾਹੇ ਕ੍ਰਿਟੀਕਲ ਇਲਨੈਸ ਆ ਜਾਂ ਕੋਈ ਲਾਈਫ ਇੰਸ਼ੋਰੈਂਸ ਆ, ਜਿੰਨੀ ਅਰਲੀ ਏਜ ਆਪਾਂ ਉਹਨਾਂ ਦਾ ਪਲਾਨ ਡਿਜ਼ਾਈਨ ਕਰਾਵਾਂਗੇ ਜੀ ਉਨਾ ਹੀ ਲੌਂਗ ਰਨ ਦੇ ਵਿੱਚ ਸਾਡੇ ਵਾਸਤੇ ਬੈਨੀਫੀਸ਼ੀਅਲ ਹੁੰਦੇ ਜੀ। ਅੱਛਾ ਅਮਰਿੰਦਰ, ਇੱਕ ਹੋਰ ਮਨ ਦੇ ਵਿੱਚ ਸਵਾਲ ਵੈਸੇ ਵੀ ਆਉਂਦਾ ਹੈ, ਜਿੱਦਾਂ ਹੁਣ ਕਿਸੇ ਨੇ ਲਾਈਫ ਇੰਸ਼ੋਰੈਂਸ ਲਈ ਆ,
ਮੰਨ ਲਓ ਕਿ ਉਹਨਾਂ ਨੇ ਲਾਈਫ ਇੰਸ਼ੋਰੈਂਸ ਲਈ ਆ, ਹਲੇ 4 ਕੁ ਮਹੀਨੇ ਹੋਏ ਉਹਨਾਂ ਨੂੰ ਲਾਈਫ ਇੰਸ਼ੋਰੈਂਸ ਲਈ ਨੂੰ, ਹਾਂਜੀ ਰੱਬ ਨਾ ਕਰੇ ਕੋਈ ਇਹੋ ਜਿਹਾ ਇਨਸੀਡੈਂਟ ਹੋ ਗਿਆ ਹਾਂਜੀ ਕਿ ਉਹ ਹੁਣ ਪਿਕਚਰ ਦੇ ਵਿੱਚ ਨਹੀਂ ਗਏ, ਹਾਂਜੀ। ਫਿਰ ਕਿੰਨਾ ਕੁ ਹਾਰਡ ਹੁੰਦਾ ਉਸ ਮਨੀ ਨੂੰ ਕਲੇਮ ਕਰਨਾ ਕੰਪਨੀ ਤੋਂ? ਦੇਖੋ ਜੀ, ਜਦੋਂ ਵੀ ਕਲੇਮ ਦੀ ਗੱਲ ਆਉਂਦੀ ਹੈ, ਐਜ਼ ਲੌਂਗ ਐਜ਼ ਜੇ ਆਪਾਂ ਉਹਨਾਂ ਨੂੰ ਸਾਰੇ ਪੇਪਰ ਵਰਕ ਪ੍ਰੋਪਰ ਟਾਈਮ ਤੇ ਭੇਜ ਦਿੰਦੇ ਆ। ਹੁਣ ਜੇ ਕੋਈ ਡੈਥ ਦੇ ਕੇਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ, ਡੈਥ ਸਰਟੀਫਿਕੇਟ ਜਾਂ ਜੇ ਕੋਈ ਕੰਪਨੀ ਕੋਈ ਡਾਕੂਮੈਂਟ ਮੰਗ ਰਹੀ ਹੈ, ਕੋਈ ਡਾਕਟਰ ਦੀ ਸਟੇਟਮੈਂਟ ਮੰਗ ਰਹੀ ਹੈ, ਕੁਝ ਵੀ ਚੀਜ਼ਾਂ ਨੇ, ਜੇ ਆਪਾਂ ਟਾਈਮਲੀ ਮੈਨਰ ਦੇ ਵਿੱਚ ਪਹੁੰਚਾ ਦਿੰਦੇ ਆ ਜੀ, ਜਿਹੜੇ ਕਲੇਮ ਪ੍ਰੋਸੈਸਿੰਗ ਆ ਵਿਦਿਨ 2 to 3 ਵੀਕਸ ਦੇ ਵਿੱਚ ਉਹ ਕਲੇਮ ਵੀ ਪ੍ਰੋਸੈਸ ਹੁੰਦੇ ਆ। ਹੁਣ ਅਗੇਨ ਡਿਪੈਂਡਿੰਗ ਅਪੋਨ ਜਦੋਂ ਦਾ ਕੋਵਿਡ ਆਇਆ ਜੀ, ਉਸ ਤੋਂ ਬਾਅਦ 'ਚ ਜਿਹੜੇ ਵੇਟਿੰਗ ਟਾਈਮ ਹੈ ਜੀ ਉੱਪਰ ਥੱਲੇ ਹੁੰਦੇ ਹੀ ਰਹਿੰਦੇ ਆ। ਸੋ ਇਹ ਨਹੀਂ ਮੈਂ ਕਹਿੰਦਾ ਵੀ ਐਗਜ਼ੈਕਟਲੀ 2 ਹਫ਼ਤੇ 'ਚ ਹੋਊਗਾ ਜਾਂ 3 ਹਫ਼ਤੇ 'ਚ ਹੋਊਗਾ, ਹੋ ਸਕਦਾ ਕਿਸੇ ਦਾ ਮਹੀਨਾ ਲੱਗ ਜਾਏ, ਕਿਸੇ ਦਾ 1.5 ਮਹੀਨਾ ਲੱਗ ਜਾਏ, ਪਰ ਅਗੇਨ ਜਿੰਨਾ ਤੁਸੀਂ ਪ੍ਰੋਪਰਲੀ ਪੇਪਰ ਵਰਕ ਪ੍ਰੋਵਾਈਡ ਕਰਾ ਸਕਦੇ ਹੋ ਜੀ, ਚਾਹੇ ਕੋਈ ਡਿਸੇਬਿਲਿਟੀ ਕਲੇਮ ਹੈ, ਚਾਹੇ ਕੋਈ ਕ੍ਰਿਟੀਕਲ ਇਲਨੈਸ ਹੈ, ਚਾਹੇ ਕੋਈ ਵਿਜ਼ਟਰ ਸੁਪਰ ਵੀਜ਼ਾ, ਚਾਹੇ ਕੋਈ ਡੈਥ ਕਲੇਮ ਹੈ, ਜਿਹੜਾ ਪੇਪਰ ਵਰਕ ਹੈ ਜੀ ਉਹ ਜਿੰਨਾ ਤੁਸੀਂ ਈਜ਼ੀਲੀ ਤੇ ਪ੍ਰੋਪਰਲੀ ਉਹਨਾਂ ਨੂੰ ਪ੍ਰੋਵਾਈਡ ਕਰਾਓਗੇ। ਹੁਣ ਕਈ ਵਾਰੀ ਕੀ ਹੁੰਦਾ ਜੀ, ਆਪਣੀ ਆ ਤਾਂ ਚਲ ਅੱਜ ਇੱਕ ਪੇਪਰ ਆ ਭੇਜ ਦਿੰਦੇ ਆ, ਉਹ ਦੂਜਾ ਪੇਪਰ ਕੱਲ ਨੂੰ ਲੈ ਕੇ ਆਵਾਂਗੇ, ਰਿਪੋਰਟ ਤੀਜੇ ਦਿਨ ਉੱਥੋਂ ਡਾਕਟਰ ਤੋਂ ਚੱਕਣੀ ਹੈ, ਉਹ ਚੌਥੇ ਦਿਨ ਆਪਾਂ ਜਿਹੜੇ ਉਹ ਇਨਸੀਡੈਂਟ ਰਿਪੋਰਟ ਆਪਾਂ ਉਦੋਂ ਭਰ ਦਾਂਗੇ। ਜੋ ਹੁਣ ਤੁਸੀਂ ਸਾਰਾ ਕੁਝ ਅਲੱਗ-ਅਲੱਗ ਕਰਕੇ ਕਰਦੇ ਆ, ਉਹ ਫਿਰ ਜਦੋਂ ਪਹੁੰਚਣਾ ਜੀ, ਜਦੋਂ ਉਹਨਾਂ ਨੇ ਸੌਰਟ ਆਊਟ ਕਰਨਾ, ਉਹ ਐਕਸਟਰਾ ਟਾਈਮ ਵੀ ਲੱਗ ਸਕਦਾ। ਸੋ ਜੇ ਉਹੀ ਚੀਜ਼ਾਂ ਤੁਸੀਂ ਪਹਿਲਾਂ ਹੀ ਬੈਠ ਕੇ ਚੰਗੀ ਤਰ੍ਹਾਂ ਜਿਹੜੀ ਰਿਕੁਆਇਰਮੈਂਟਸ ਹੈਗੀਆਂ ਨੇ ਸਾਰੀਆਂ ਇਕੱਠੀਆਂ ਕਰਕੇ ਇੱਕੋ ਵਾਰੀ ਉਹਨੂੰ ਪ੍ਰੋਪਰ ਜਦੋਂ ਪੈਕੇਜ ਭੇਜਦੇ ਆ, ਨਾਲ ਦੀ ਨਾਲ ਤੁਸੀਂ ਆਪਣੇ ਐਡਵਾਈਜ਼ਰ ਨੂੰ ਵੀ ਦੱਸ ਦਿੰਦੇ ਵੀ ਓਕੇ ਜੀ ਆਹ ਚੀਜ਼ ਇੱਦਾਂ ਹੋਈ ਹੈ, ਜੇ ਕੋਈ ਤੁਸੀਂ ਵੀ ਐਡਵਾਈਜ਼ਰ ਦੀ ਕੋਈ ਰਿਪੋਰਟ ਭੇਜਣੀ ਹੈ ਉਹ ਵੀ ਤੁਹਾਡੀ ਹੈਲਪ ਕਰ ਸਕਦੇ ਆ। ਸੋ ਜਿੰਨਾ ਤੁਸੀਂ ਆਰਗੇਨਾਈਜ਼ ਤਰੀਕੇ ਨਾਲ ਕਰੋਗੇ ਜੀ, ਓਨਾ ਹੀ ਛੇਤੀ ਤੁਹਾਡਾ ਕਲੇਮ ਪ੍ਰੋਸੈਸ ਹੁੰਦਾ। ਜਿੰਨਾ ਆਪਾਂ ਇਹਨੂੰ ਇੱਧਰ ਉੱਧਰ ਖੱਬੇ ਸੱਜੇ ਕਰਾਂਗੇ ਜੀ, ਓਨਾ ਹੀ ਜਿਹੜੀ ਤੁਹਾਡੀ ਹੈ ਉਹ ਡਿਲੇ ਹੋ ਜਾਂਦਾ ਜੀ। ਅੱਛਾ, ਹੁਣ ਕਿਸੇ ਨੇ ਆਪਣੀ ਲਾਈਫ ਇੰਸ਼ੋਰੈਂਸ ਲੈ ਲਈ, ਸਪੋਜ਼ ਆਪਾਂ ਇੱਕ ਉਦਾਹਰਨ ਦਿੰਦੇ ਆ, ਐਗਜ਼ਾਮਪਲ, ਹਾਂਜੀ ਮੈਂ ਆਪਣੀ ਲਾਈਫ ਇੰਸ਼ੋਰੈਂਸ ਲੈ ਲਈ ਹੈ, ਠੀਕ ਹੈ ਜੀ। ਪਰ ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਮੇਰਾ ਬੈਨੀਫੀਸ਼ੀਅਰੀ ਕੌਣ ਹੈ, ਹਾਂਜੀ ਮੈਂ ਆਪਣੇ ਬੱਚਿਆਂ ਨੂੰ ਨਹੀਂ ਦੱਸਿਆ, ਆਪਣੇ ਪਤੀ ਨੂੰ ਨਹੀਂ ਦੱਸਿਆ, ਪਰ ਮੈਂ ਆਪਣੀ ਮਰਜ਼ੀ ਨਾਲ ਆਪਣੇ ਬੈਨੀਫੀਸ਼ੀਅਰ ਚੁਣ ਲਏ ਆ। ਹਾਂਜੀ ਹੁਣ ਮੈਂ ਪਿਕਚਰ 'ਚ ਨਹੀਂ ਗਈ, ਹਾਂਜੀ ਮੇਰਾ ਹਸਬੈਂਡ ਕਲੇਮ ਕਰੂ ਜਾਂ ਮੇਰੇ ਬੱਚੇ ਭਾਲਣਗੇ, ਪੇਪਰ ਵਰਕ ਦੇਖ ਕੇ ਵੀ ਸਾਡੀ ਮਾਂ ਦੀ ਤਾਂ ਇੰਸ਼ੋਰੈਂਸ ਵੀ ਸੀ, ਹਾਂਜੀ ਪਰ ਫਿਰ ਉਹ ਜਿਹੜੇ ਵਿੱਚ ਬੈਨੀਫੀਸ਼ੀਅਰੀ ਦਾ ਨਾਂ ਲਿਖਿਆ ਆ, ਮੈਂ ਡਿਸਾਈਡ ਕੀਤਾ ਆ, ਉਹਨਾਂ ਨੂੰ ਫਿਰ ਕੰਪਨੀ ਕੰਟੈਕਟ ਕਰਦੀ ਆ ਕਿ ਜਾਂ ਐਡਵਾਈਜ਼ਰ ਉਹਨਾਂ ਨੂੰ ਪਹਿਲਾਂ ਹੀ ਈਮੇਲਾਂ ਜਾਂਦੀਆਂ ਕਿ ਜਾਂ ਉਹ ਪਰਸਨ ਦੀ ਰਿਸਪੌਂਸਿਬਿਲਟੀ ਆ ਕਿ, ਪਰ ਉਹ ਦੱਸਣਾ ਨਹੀਂ ਚਾਹੁੰਦਾ, ਉਹ ਚਾਹੁੰਦਾ ਕਿ ਮੇਰੇ ਪਿਕਚਰ 'ਚੋਂ ਜਾਣ ਤੋਂ ਬਾਅਦ ਇਹ ਲੜੀ ਜਾਣ, ਮੇਰੇ ਹੁੰਦੇ ਆ ਇੱਦਾਂ ਦਾ ਨਾ ਕੁਛ ਹੋਵੇ ਨਾ। ਸੋ ਉਹ ਫਿਰ ਕੰਪਨੀ ਉਹਨਾਂ ਨਾਲ ਕੰਟੈਕਟ ਕਰਦੀ ਆ, ਉਹਨੂੰ ਲੈ ਕੇ ਕਦੀ ਕੋਈ ਇੱਦਾਂ ਡਿਸਪਿਊਟ ਵਗੈਰਾ ਤਾਂ ਨਹੀਂ ਆਫਟਰ ਹੁੰਦੇ ਆ ਜੀ, ਕਈ ਵਾਰੀ ਉਹਨੂੰ ਵੀ ਡਿਸਪਿਊਟ ਹੁੰਦੇ। ਦੇਖੋ ਇਹਦੇ ਵਿੱਚ ਹੁਣ ਮਲਟੀਪਲ ਸਿਨੈਰੀਓ ਨੇ ਜਿਹੜੇ ਆਪਾਂ ਗੱਲ ਕਰ ਰਹੇ ਹਾਂ, ਰਾਈਟ। ਹੁਣ ਜੇ ਤਾਂ ਲੈਟਸ ਸੇ ਜਿਹੜਾ ਬੰਦਾ ਹੁਣ ਪਿਕਚਰ 'ਚ ਨਹੀਂ ਰਿਹਾ ਜੀ, ਠੀਕ ਹੈ, ਮੈਂ ਮਾਫੀ ਚਾਹੁੰਦੀ ਕਿਉਂਕਿ ਮੇਰੇ ਦਿਮਾਗ 'ਚ ਚੱਲਦਾ ਹੀ ਰਹਿੰਦਾ ਕੁਛ ਨਾ ਕੁਛ ਨਾ, ਮੈਨੂੰ ਹੁੰਦਾ ਕਿ ਮੈਂ ਇਹੋ ਜਿਹੇ ਸਵਾਲ ਪੁੱਛਾਂ ਜਿਹੜੇ ਲੋਕਾਂ ਦੇ ਮਨਾਂ ਵਿੱਚ ਆ। ਬਿਲਕੁਲ ਜੀ, ਬਿਲਕੁਲ ਜੈਨੂਇਨ ਕੁਐਸਚਨ ਹੈ ਨਾਲੇ। ਦੇਖੋ ਇਹਦੇ ਵਿੱਚ ਬਹੁਤ ਸਾਰੇ ਸਿਨੈਰੀਓ ਇਦਾਂ ਹੋ ਜਾਂਦੇ। ਦੇਖੋ ਜੇ ਹੁਣ ਤੁਸੀਂ ਜਿਹਦੀ ਵੀ ਇੰਸ਼ੋਰੈਂਸ ਕੀਤੀ ਹੈ, ਜੇ ਉਹ ਪਿਕਚਰ 'ਚ ਨਹੀਂ ਰਿਹਾ, ਹੁਣ ਬਿਲਕੁਲ ਜੀ ਉਹ ਤੁਹਾਡੀ ਮਨੀ ਕਿਤੇ ਨਹੀਂ ਗਈ। ਕਈ ਲੋਕੀ ਸੋਚਦੇ ਜੀ ਕੰਪਨੀ ਕੰਟੈਕਟ ਕਰਦੀ ਹੈ, ਪਰ ਹੁਣ ਜਿਹੜੀ ਇਨਫੋਰਮੇਸ਼ਨ ਤੁਸੀਂ ਦੱਸੀ ਹੋਈ ਸੀ, ਜੋ ਵੀ ਤੁਸੀਂ ਡਿਸਕਲੋਜ਼ ਕੀਤਾ ਸੀ ਆਪਣੀ ਐਪਲੀਕੇਸ਼ਨ ਦੇ ਵਿੱਚ, ਜਿਹੜੇ ਵੀ ਬੈਨੀਫੀਸ਼ੀਅਰੀ ਸੀਗੇ, ਜੇ ਹੁਣ ਕਿਤੇ ਉਹ ਨਹੀਂ ਕਲੇਮ ਕੁਝ ਹੋ ਰਿਹਾ, ਤੁਹਾਡੀ ਮਨੀ ਸਟੇਟ 'ਚ ਚਲੇ ਜਾਂਦੀ ਹੈ ਜੀ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਤੁਹਾਡਾ ਨੈਕਸਟ ਇਨ ਲਾਈਨ ਹੈ, ਜੇ ਹੁਣ ਤੁਸੀਂ ਕੋਈ ਵਿਲ ਦੇ ਵਿੱਚ ਲਿਖਾਇਆ ਹੋਇਆ ਸੀਗਾ ਵੀ ਮੈਂ ਇੰਸ਼ੋਰੈਂਸ ਫਲਾਨੀ ਕਰਾਈ ਸੀਗੀ, ਉਹਦੇ ਵਿੱਚ ਇੰਨੇ ਪੈਸੇ ਇਹਨਾਂ ਨੂੰ ਮਿਲ ਜਾਣ, ਉਹ ਜਿਹੜੇ ਉੱਥੇ ਉਹ ਵੀ ਕੁਆਲੀਫਾਈ ਕਰ ਸਕਦੇ ਆ। ਕਹਿਣ ਦਾ ਮਤਲਬ ਇਹ ਹੈ ਜੀ, ਕੰਪਨੀ ਟਰੇਸ ਵੀ ਕਰਦੀ ਹੈ, ਠੀਕ ਹੈ, ਤੁਸੀਂ ਆਪ ਵੀ ਜਾ ਕੇ ਚੈੱਕ ਕਰ ਸਕਦੇ ਹੋ, ਪੜਤਾਲ ਵੀ ਕਰ ਸਕਦੇ ਹੋ, ਪਰ ਹੁਣ ਅਗੇਨ ਕੰਪਨੀ ਐਡਵਾਈਜ਼ਰ ਨੂੰ ਵੀ ਇਨਵੋਲਵ ਕਰ ਲੈਂਦੀ ਹੈ ਵਿੱਚ, ਠੀਕ ਹੈ। ਉਹਨਾਂ ਜੇ ਹੁਣ ਤੁਸੀਂ ਤੁਹਾਡੀ ਪੇਮੈਂਟ ਬੰਦ ਹੋ ਚੁੱਕੀ ਹੈ, ਹੁਣ ਜੇ ਮੈਨੂੰ ਪਤਾ ਤੁਹਾਡੀ ਡੈਥ ਹੋ ਚੁੱਕੀ ਹੈ, ਕਿਉਂਕਿ ਮੈਂ ਐਜ਼ ਐਨ ਐਡਵਾਈਜ਼ਰ ਮੈਨੂੰ ਪਤਾ ਵੀ ਓਕੇ ਕੰਪਨੀ ਮੈਨੂੰ ਨੋਟੀਫਿਕੇਸ਼ਨ ਆ ਜਾਣੀ ਵੀ ਆਪ ਪੇਮੈਂਟ ਕਿਉਂ ਨਹੀਂ ਜਾ ਰਹੀ, ਚੈੱਕ ਕਰੋ ਕੀ ਹੋਇਆ। ਉੱਥੇ ਮੈਨੂੰ ਪਤਾ ਲੱਗ ਗਿਆ ਜੀ ਕਲਾਇੰਟ ਨਹੀਂ ਰਹੇ, ਰਾਈਟ। ਹੁਣ ਮੇਰੇ ਕੋਲ ਵੀ ਉਹ ਇਨਫੋਰਮੇਸ਼ਨ ਹੈਗੀ ਹੈ, ਮੈਂ ਵੀ ਸਿਸਟਮ 'ਚ ਜਾ ਕੇ ਦੇਖ ਸਕਦਾ ਕੌਣ ਬੈਨੀਫੀਸ਼ੀਅਰੀ ਹੈ, ਕਿੱਦਾਂ ਆ। ਪਰ ਐਂਡ ਆਫ ਦਾ ਡੇ ਇਹ ਚੀਜ਼ਾਂ ਪਰ ਜਿੰਨੀਆਂ ਜੇ ਤੁਸੀਂ ਪ੍ਰੋਪਰਲੀ ਡਿਸਕਲੋਜ਼ ਕਰਦੇ ਹੋ ਜੀ, ਜੇ ਤੁਸੀਂ ਦੱਸਦੇ ਹੋ, ਜੇ ਆਪਣੀ ਫੈਮਿਲੀ ਨੂੰ ਨਹੀਂ ਦੱਸਣਾ, ਤੁਸੀਂ ਵਿਲ ਜੇ ਬਣਾਈ ਹੋਈ ਹੈ, ਵਿਲ ਦੇ ਵਿੱਚ ਜੇ ਡਿਸਕਲੋਜ਼ ਕੀਤਾ ਹੋਇਆ, ਤਾਂ ਵੀ ਉਹ ਬਹੁਤ ਜਿੰਨੀ ਇਨਫੋਰਮੇਸ਼ਨ ਤੁਸੀਂ ਦੇ ਕੇ ਜਾਓਗੇ ਜੀ, ਉਹਨਾਂ ਵਾਸਤੇ ਸੌਖਾ ਹੈ। ਜੇ ਤੁਸੀਂ ਇਨਫੋਰਮੇਸ਼ਨ ਨਹੀਂ ਦਿੰਦੇ, ਨਿਕਲ ਫਿਰ ਵੀ ਆਣੇ ਪੈਸੇ, ਇਹ ਨਹੀਂ ਵੀ ਪੈਸੇ ਨਹੀਂ ਮਿਲਦੇ ਕੁਛ ਵੀ, ਪਰ ਓਨਾ ਹੀ ਫਿਰ ਜੀ ਉਹ ਕੰਪਲੀਕੇਟਡ ਪ੍ਰੋਸੈਸ ਹੋ ਜਾਂਦੀ ਹੈ ਵੀ ਓਕੇ ਹੁਣ ਤੁਸੀਂ ਆਹ ਚੀਜ਼ਾਂ ਇਕੱਠੀਆਂ ਕਰੋ ਜੀ, ਸਾਨੂੰ ਆਹ ਫਾਰਮ ਲੱਭ ਕੇ ਦਿਓ ਜੀ, ਬੈਨੀਫੀਸ਼ੀਅਰੀ ਪ੍ਰੂਵ ਕਰੋ ਜੀ, ਤੁਸੀਂ ਐਗਜ਼ੈਕਟ ਉਹ ਬੰਦੇ ਜਿਨ੍ਹਾਂ ਦਾ ਨਾਮ ਮੈਂਸ਼ਨ ਕੀਤਾ ਗਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੀ, ਇਹ ਬਹੁਤ ਮੈਂ ਹਮੇਸ਼ਾ ਹਰੇਕ ਨੂੰ ਰਿਕਮੈਂਡ ਕਰਦਾ ਹੁੰਦਾ ਵੀ ਜੇ ਤੁਸੀਂ ਆਪਣੇ ਫੈਮਿਲੀ ਇਹ ਘਰੇ ਨਹੀਂ ਦੱਸਣਾ ਚਾਹੁੰਦੇ, ਜਿਹੜੇ ਤੁਸੀਂ ਵਿਲ ਜ਼ਰੂਰ ਬਣਾਓ, ਆਪਣੇ ਲਾਇਰ ਨੂੰ ਜ਼ਰੂਰ ਡਿਸਕਲੋਜ਼ ਕਰਕੇ ਦਿਓ ਵੀ ਓਕੇ ਆਹ ਚੀਜ਼ ਮੈਂ ਕਰਾਈ ਹੋਈ ਹੈ। ਕਿਸੇ ਨਾ ਕਿਸੇ ਨੂੰ ਜ਼ਰੂਰ ਦੱਸੋ, ਜਿਹਨੂੰ ਤੁਸੀਂ ਆਪਣਾ ਜੇ ਬੈਨੀਫੀਸ਼ੀਅਰੀ ਨੂੰ ਨਹੀਂ ਦੱਸਣਾ ਚਾਹੁੰਦੇ, ਕਿਸੇ ਨਾ ਕਿਸੇ ਨੂੰ ਜ਼ਰੂਰ ਨੌਲੇਜ ਜ਼ਰੂਰ ਦੇ ਕੇ ਜਾਓ। ਤੁਸੀਂ ਆਪਣੇ ਐਡਵਾਈਜ਼ਰ ਨੂੰ ਵੀ ਦੱਸ ਸਕਦੇ ਹੋ, ਤੁਸੀਂ ਆਪਣੀ ਕੰਪਨੀ ਨੂੰ ਵੀ ਨੋਟੀਫਾਈ ਕਰ ਸਕਦੇ ਹੋ, ਕਿਸੇ ਨਾ ਕਿਸੇ ਕੋਲ ਇਨਫੋਰਮੇਸ਼ਨ ਜ਼ਰੂਰ ਹੋਣੀ ਚਾਹੀਦੀ। ਸੋ ਜਿਹੜੇ ਬੈਨੀਫੀਸ਼ੀਅਰੀ ਇੱਕ ਵਾਰੀ ਕਿਸੇ ਨੇ ਲਿਖ ਦਿੱਤੇ ਆ ਇੰਸ਼ੋਰੈਂਸ ਆਪਣੀ ਫਾਈਲ ਦੇ ਵਿੱਚ ਕਿ ਮੇਰੇ ਆਹ ਹੀ ਬੈਨੀਫੀਸ਼ੀਅਰੀ ਆ, ਉਹਨੂੰ ਉਸ ਬੰਦੇ ਦੇ ਪਿਕਚਰ 'ਚ ਜਾਣ ਤੋਂ ਬਾਅਦ ਫੈਮਿਲੀ ਡਿਨਾਈ ਨਹੀਂ ਕਰ ਸਕਦੀ, ਕਹਿ ਨਹੀਂ ਸਕਦੀ ਕਿ ਤੁਹਾਨੂੰ ਨਹੀਂ ਪੈਸੇ ਮਿਲਣੇ। ਜੇ ਉਹ ਪਰਸਨ ਆਪਣੀ ਆਇਡੈਂਟੀਫਾਈ ਕਰ ਦਿੰਦਾ ਹੈਗਾ ਕਿ ਮੈਂ ਹੀ ਉਹ ਪਰਸਨ ਹਾਂ ਜਿਹਦਾ ਨਾਂ ਲਿਖਿਆ,
ਸੋ ਫੈਮਿਲੀ ਕੋਈ ਉਹਦੇ ਅਗੇਂਸਟ ਨਹੀਂ ਜਾ ਸਕਦੀ ਵੀ ਅਸੀਂ ਇਹਨੂੰ ਪੈਸੇ ਨਹੀਂ ਦੇਣੇ, ਉਹ ਕੰਪਨੀ ਨੇ ਦੇਣੇ, ਉਹ ਕੰਪਨੀ ਦੇਣੇ ਜੀ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਤੇ ਇਹਦਾ ਇੱਕ ਬਹੁਤ ਕੇਸ ਵੀ ਹੋਇਆ ਸੀਗਾ ਜੀ, ਦੋ ਬ੍ਰਦਰ ਦਾ ਹੀ, ਆਪਣੀ ਪੰਜਾਬੀ ਕਮਿਊਨਿਟੀ 'ਚ ਸੀਗੇ ਜੀ। ਉਹਨਾਂ ਨੇ ਜਿੱਦਾਂ ਜਦੋਂ ਯੰਗ ਸੀ ਦੋਨੋਂ, ਉਦੋਂ ਮੈਰਿਡ ਮੂਰਿਡ ਵੀ ਨਹੀਂ ਸੀ, ਉਹਨਾਂ ਨੇ ਆਪਣੀ ਲਾਈਫ ਇੰਸ਼ੋਰੈਂਸ ਕਰਾਈ ਸੀ। ਬੈਨੀਫਿਸ਼ਰੀ ਜੀ ਉਹਨਾਂ ਨੇ ਇੱਕ ਦੂਜੇ ਬ੍ਰਦਰ ਨੂੰ ਆਪਣੇ ਬੈਨੀਫਿਸ਼ਰੀ ਬਣਾ ਦਿੱਤਾ। ਉਸ ਤੋਂ ਬਾਅਦ ਜੀ ਉਹਨਾਂ ਦੇ ਵਿਆਹ ਵੀ ਹੋ ਗਏ, ਬੱਚੇ ਵੀ ਹੋ ਗਏ, ਭੁੱਲ ਗਏ ਵੀ ਉਹ ਇੰਸ਼ੋਰੈਂਸ ਚੱਲ ਰਹੀ ਹੈ। ਜਦੋਂ ਇੱਕ ਬ੍ਰਦਰ ਦੀ ਡੈਥ ਹੋਈ ਜੀ, ਹੁਣ ਫੈਮਿਲੀ ਆਟੋਮੈਟਿਕਲੀ ਅਸਿਊਮ ਕਰ ਰਹੀ ਸੀ ਵੀ ਸਾਡੇ ਕੋਲ ਹੀ ਆਣੇ ਆ ਪੈਸੇ। ਉਹ ਪਤਾ ਲੱਗਿਆ ਜੀ ਉਹ ਪੈਸੇ ਤਾਂ ਭਰਾ ਕੋਲ ਜਾਣੇ ਨੇ। ਜਦੋਂ ਉਹਨਾਂ ਨੇ ਕੇਸ ਕੀਤਾ ਜੀ, ਕੇਸ ਉਹ ਹਾਰ ਗਏ ਜਾ ਕੇ ਕੇਸ, ਕਿਉਂਕਿ ਕੰਪਨੀ ਨੇ ਸਿੱਧਾ ਇਹ ਦੱਸਿਆ ਵੀ ਓਕੇ ਅਸੀਂ ਤਾਂ ਜਿਹੜਾ ਬੈਨੀਫਿਸ਼ਰੀ ਉਹਦੇ ਤੇ ਲਿਖਿਆ ਸੀ ਅਸੀਂ ਤਾਂ ਉਹਨੂੰ ਪੈਸੇ ਦੇਣੇ ਆ, ਡਜ਼ਨਟ ਮੈਟਰ ਜੇ ਉਹਦੇ ਤੇ ਕੋਈ ਚੈਰਿਟੀ ਦਾ ਵੀ ਨਾਮ ਲਿਖ ਦਿੰਦਾ ਅਸੀਂ ਤਾਂ ਪੈਸੇ ਉਹਨਾਂ ਨੂੰ ਦੇ ਦੇਣੇ ਸੀ। ਸੋ ਇਸ ਕਰਕੇ ਬੈਨੀਫਿਸ਼ਰੀ ਦੀ ਇਨਫੋਰਮੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਚੇਂਜ ਜਦੋਂ ਮਰਜ਼ੀ ਕਰ ਸਕਦੇ ਹੋ ਬਲਜਿੰਦਰ ਜੀ। ਸੋ ਇਹ ਵੀ ਨਹੀਂ ਹੁੰਦਾ ਵੀ ਓਕੇ ਮੈਂ ਇੱਕ ਅੱਜ ਬੈਨੀਫਿਸ਼ਰੀ ਬਣਾ ਦਿੱਤਾ ਵੀ ਇਹ ਹੀ ਹੁਣ ਤਾਂ ਮੈਂ ਚੇਂਜ ਨਹੀਂ ਕਰ ਸਕਦਾ। ਹੁਣ ਬਹੁਤ ਕੇਸਾਂ ਦੇ ਵਿੱਚ ਦੇਖੀਦਾ ਜੀ, ਪਹਿਲਾਂ ਹਸਬੈਂਡ ਵਾਈਫ ਨੇ, ਉਸ ਤੋਂ ਬਾਅਦ ਕਿਸੇ ਰੀਜ਼ਨ ਕਰਕੇ ਸੈਪਰੇਟ ਹੋ ਗਏ, ਜਾਂ ਸੈਕਿੰਡ ਮੈਰਿਜ ਹੋ ਗਈ ਜਾਂ ਥਰਡ ਮੈਰਿਜ ਹੋ ਗਈ। ਤੁਸੀਂ ਜੇ ਓਨਰ ਹੈਗੇ ਹੋ, ਤੁਹਾਡੇ ਕੋਲ ਪੂਰੀ ਅਥਾਰਟੀ ਹੁੰਦੀ ਹੈ, ਤੁਸੀਂ ਜਿਹਨੂੰ ਮਰਜ਼ੀ ਐਡ ਕਰ ਸਕਦੇ ਹੋ, ਜਿਹਨੂੰ ਮਰਜ਼ੀ ਡਿਲੀਟ ਕਰ ਸਕਦੇ ਹੋ, ਤੁਹਾਡੀ ਆਪਣੀ ਚੋਇਸ ਹੈ ਜੀ ਇਹ। ਸੋ ਹਮੇਸ਼ਾ ਜਦੋਂ ਵੀ ਬੈਨੀਫਿਸ਼ਰੀ ਦੀ ਆਪਾਂ ਗੱਲ ਕਰਦੇ ਹਾਂ, ਪ੍ਰੋਪਰਲੀ ਜੇ ਕੋਈ ਵੀ ਚੇਂਜਸ ਕਰਨੀਆਂ ਨੇ ਜ਼ਰੂਰ ਦੱਸੋ ਕੰਪਨੀ ਨੂੰ, ਐਡਵਾਈਜ਼ਰ ਨੂੰ ਜ਼ਰੂਰ ਦੱਸੋ। ਰਾਈਟਿੰਗ ਦੇ ਵਿੱਚ ਉਹ ਤੁਹਾਡੇ ਤੋਂ ਪੁੱਛਦੇ ਆ ਵੀ ਕਿਹਨੂੰ ਐਡ ਕਰਨਾ, ਕਿਹਨੂੰ ਡਿਲੀਟ ਕਰਨਾ। ਹਮੇਸ਼ਾ ਜਿਹੜੀ ਉਹ ਇਨਫੋਰਮੇਸ਼ਨ ਆ ਅਪ ਟੂ ਡੇਟ ਜ਼ਰੂਰ ਰੱਖੋ ਜੀ। ਸੋ ਬਹੁਤ ਗੁੱਡ ਹੈ, ਕਿਉਂਕਿ ਕਈ ਵਾਰੀ ਇੰਜ ਹੁੰਦਾ ਕਿ ਬਾਅਦ ਵਿੱਚ ਇਹਨਾਂ ਗੱਲਾਂ ਦੀ ਆ ਕੇ ਫੈਮਿਲੀ ਦੇ ਵਿੱਚ ਬਹੁਤ ਕੰਪਲਿਕੇਸ਼ਨਸ ਆਉਂਦੀਆਂ ਹੈਗੀਆਂ। ਮੈਂ ਵੀ ਇੱਕ ਫੈਮਿਲੀ ਨੂੰ ਜਾਣਦੀ ਆ, ਉਹ ਹੁਣ ਕੇਸ ਕੋਰਟ 'ਚ ਗਿਆ ਆ, ਤੇ ਜਿਹੜਾ ਬੈਨੀਫਿਸ਼ਰੀ ਆ ਉਹ ਜਿੱਦਾਂ ਉਸ ਇਨਸਾਨ ਦੀ ਕੋਈ ਬੈਸਟ ਫਰੈਂਡ ਸੀਗੀ, ਔਰ ਉਹਨੇ ਹੁਣ ਕੇਸ ਕੀਤਾ ਕਿ ਮੈਨੂੰ ਬੈਨੀਫਿਸ਼ਰੀ 25% ਰੱਖਿਆ ਗਿਆ ਸੀ, ਫੈਮਿਲੀ ਕਹਿੰਦੀ ਦੇਣਾ ਨਹੀਂ, ਪਰ ਉਹ ਹੁਣ ਕੰਪਨੀ ਨੇ ਤੁਹਾਨੂੰ ਦੇਣਾ ਹੀ ਦੇਣਾ ਹੈਗਾ ਜੀ। ਬਿਲਕੁਲ। ਔਰ ਇਹ ਚੰਗੀ ਗੱਲ ਆ ਕਿ ਪਹਿਲਾਂ ਕਲੀਅਰ ਕਰ ਲੈਣੀਆਂ ਚਾਹੀਦੀਆਂ, ਕਿਤੇ ਨਾ ਕਿਤੇ ਤੁਹਾਨੂੰ ਕਿਸੇ ਨਾ ਕਿਸੇ ਨੂੰ ਦੱਸ ਦੇਣਾ ਚਾਹੀਦਾ ਹੈਗਾ, ਤਾਂ ਕਿ ਪਤਾ ਹੋਵੇ ਕਿਸੇ ਬੰਦੇ ਨੂੰ ਕਿ ਹਾਂ ਇਹਨਾਂ ਨੇ ਆਹ ਕੀਤਾ। ਤੇ ਹੁਣ ਅਸੀਂ ਟਰੈਵਲ ਦੀ ਗੱਲ ਕਰਦੇ ਹਾਂ। ਟਰੈਵਲ ਇੰਸ਼ੋਰੈਂਸ ਦੇ ਵਿੱਚ ਜਿਹੜੇ ਕੈਨੇਡੀਅਨ ਆ, ਹੁਣ ਸਮਰ ਆ ਗਈ ਆ, ਛੁੱਟੀਆਂ ਬੱਚਿਆਂ ਨੂੰ ਹੋ ਜਾਣੀਆਂ, ਸੋ ਅਸੀਂ ਛੋਟੇ ਛੋਟੇ ਟ੍ਰਿਪ ਤੇ ਵੀ ਜਾਂਦੇ ਰਹਿੰਦੇ ਹਾਂ। ਮੰਨ ਲਓ ਕਿ ਅਸੀਂ ਕ੍ਰਾਸ ਦਾ ਬਾਰਡਰ ਹੀ ਚਲੇ ਗਏ ਹਾਂ, ਜਾਂ ਅਸੀਂ ਡਿਜ਼ਨੀਲੈਂਡ ਤੱਕ 3-4 ਦਿਨ ਦਾ ਟ੍ਰਿਪ ਚੱਲ ਗਏ, ਅਸੀਂ ਕਹਿੰਦੇ ਆ ਕਿ ਛੱਡੋ ਪਰੇ, ਇੱਥੇ ਤੱਕ ਤਾਂ ਜਾਣਾ ਹੈ, ਇੰਸ਼ੋਰੈਂਸ ਦੀ ਤਾਂ ਕੋਈ ਲੋੜ ਹੀ ਨਹੀਂ। ਸੋ ਕਿੰਨਾ ਕੁ ਜ਼ਰੂਰੀ ਆ ਸਾਨੂੰ, ਜਦੋਂ ਅਸੀਂ ਆਪਣੀ ਕੰਟਰੀ ਤੋਂ ਜਿੱਥੇ ਰਹਿ ਰਹੇ ਹਾਂ ਬਾਹਰ ਜਾਣਾ, ਇੰਸ਼ੋਰੈਂਸ ਕਿੰਨਾ ਕੁ ਜ਼ਰੂਰੀ ਹੈ? ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਦੇਖੋ ਤੁਸੀਂ ਆਪਾਂ ਤਾਂ ਕੰਟਰੀ ਤੋਂ ਬਾਹਰ ਗੱਲ ਕਰ ਰਹੇ ਜੀ, ਮੈਂ ਤਾਂ ਪ੍ਰੋਵਿੰਸ ਟੂ ਪ੍ਰੋਵਿੰਸ ਵੀ ਜਦੋਂ ਜਾਂਦੇ ਨਾ ਤੁਸੀਂ, ਮੈਂ ਉਦੋਂ ਵੀ ਰਿਕਮੈਂਡ ਕਰਦਾ ਵੀ ਤੁਹਾਡੇ ਕੋਲ ਇੰਸ਼ੋਰੈਂਸ ਹੋਣੀ ਚਾਹੀਦੀ ਹੈ। ਦੇਖੋ ਗੱਲ ਕੀ ਹੈ ਕਿ ਹੁਣ ਤਾਂ ਇਦਾਂ ਦੇ ਕੰਪਨੀਜ਼ ਦੇ ਪਲਾਨ ਆ ਗਏ ਜੀ ਬਲਜਿੰਦਰ ਜੀ, ਕਿ ਸਿਰਫ ਆਪਾਂ ਇਹ ਨਾ ਪੁੱਛੀਏ ਜਾਂ ਸੋਚੀਏ ਵੀ ਓਕੇ ਵੀ ਇਹਦੇ 'ਚ ਤਾਂ ਸਿਰਫ ਹੈਲਥ ਵਾਲੀ ਹੀ ਕਵਰੇਜ ਆ। ਪਲਾਨ ਤਾਂ ਇਦਾਂ ਦਾ ਜੀ, ਉਹਨੂੰ ਆਲ ਇਨਕਲੂਸਿਵ ਪਲਾਨ ਕਹਿੰਦੇ ਆ ਜੀ। ਉਹਦੇ 'ਚ ਤੁਹਾਡੇ ਲਗੇਜ ਤੋਂ ਲੈ ਕੇ ਤੁਹਾਡਾ ਟ੍ਰਿਪ ਇੰਟਰਪਸ਼ਨ, ਤੁਹਾਡੀ ਟ੍ਰਿਪ ਕੈਂਸਲੇਸ਼ਨ, ਤੁਹਾਡੀ ਹੈਲਥ, ਕੁਛ ਵੀ ਜੇ ਕੋਈ ਚੀਜ਼ਾਂ, ਸਾਰੀਆਂ ਦੀ ਸਾਰੀਆਂ ਚੀਜ਼ਾਂ ਕਵਰ ਹੋ ਜਾਂਦੀਆਂ। ਸੋ ਕਿਸੇ ਦਾ ਟ੍ਰਿਪ ਕੈਂਸਲ ਹੋ ਗਿਆ, ਸੋ ਵੀ ਤੁਹਾਡੀ ਸਾਰੀ ਕਵਰੇਜ ਉਹਦੇ ਵਿੱਚ ਵੀ, ਕਿਸੇ ਐਮਰਜੈਂਸੀ ਕਰਕੇ, ਤੁਹਾਡੇ ਰਸ਼ ਕਰਕੇ ਉੱਥੇ ਕੋਈ ਫਲਾਈਟ ਕੈਂਸਲ ਹੋ ਗਈ, ਤੇ 에ਅਰਪੋਰਟ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਜੀ, ਰੋਜ਼ ਹੀ ਸੁਣੀਦਾ ਵੀ ਹੁਣ ਬਹੁਤ ਜ਼ਿਆਦਾ ਰਸ਼ ਆ, ਫਲਾਈਟਾਂ ਡਿਲੇ ਹੋ ਰਹੀਆਂ ਨੇ, ਜਾਂ ਲਾਈਨਅਪ ਲੱਗੀਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਗੱਲ ਕਰਦੇ ਹਾਂ ਜੀ, ਪਹਿਲੀ ਗੱਲ ਤਾਂ ਜਿੱਥੋਂ ਤੁਸੀਂ ਟਿਕਟ ਲੈ ਰਹੇ ਹੋ ਜੀ, ਉਹ ਤੁਹਾਨੂੰ ਕਾਫੀ ਵਧੀਆ ਕਵਰੇਜਸ ਪ੍ਰੋਵਾਈਡ ਕਰਾ ਸਕਦੇ ਆ। ਜੇ ਨਹੀਂ ਵੀ ਫਿਰ ਵੀ ਹੁੰਦੀ ਜੀ, ਡੈਫੀਨਿਟਲੀ ਪਲਾਨ ਇੰਸ਼ੋਰੈਂਸ ਨੂੰ ਕਾਲ ਕੀਤੀ ਜਾ ਸਕਦੀ ਹੈ। ਆਲ ਇਨਕਲੂਸਿਵ ਪਲਾਨ ਜਿਹੜੇ ਨੇ ਬਿਲਕੁਲ ਅਵੇਲੇਬਲ ਨੇ। ਜੇ ਤੁਸੀਂ ਕ੍ਰਾਸ ਦਾ ਬਾਰਡਰ ਵੀ ਜਾਂਦੇ ਹੋ, ਚਾਹੇ ਇੱਕ ਦਿਨ ਲਈ ਜਾਂਦੇ ਹੋ, ਚਾਹੇ ਘੰਟੇ ਲਈ ਜਾਂਦੇ ਹੋ, ਚਾਹੇ ਮਹੀਨੇ ਲਈ ਜਾਂਦੇ ਹੋ, ਇੰਸ਼ੋਰੈਂਸ ਜ਼ਰੂਰ ਤੁਸੀਂ ਲੈ ਕੇ ਜਾਓ। ਇੱਦਾਂ ਦੇ ਵੀ ਪਲਾਨ ਹੈਗੇ ਆ ਬਲਜਿੰਦਰ ਜੀ, ਵੀ ਜੇ ਤੁਸੀਂ ਕੋਈ ਜਿੱਦਾਂ ਟਰੱਕਿੰਗ ਇੰਡਸਟਰੀ ਵਾਲੇ ਨੇ ਜੀ, ਉਹ 3-4 ਦਿਨ ਲਈ ਜਾਂ ਹਫ਼ਤੇ ਲਈ ਜਾਂ 10 ਦਿਨ ਲਈ ਜਾਂਦੇ ਨੇ, ਉਸ ਚੀਜ਼ ਦੀ ਵੀ ਕਵਰੇਜ ਤੁਹਾਡੇ ਕੋਲ ਹੈਗੀ ਹੈ। $10 ਮਿਲੀਅਨ ਦੀ ਕਵਰੇਜ ਆ। ਜੇ ਤੁਸੀਂ ਸਰਟਨ ਟਾਈਮ ਫਰੇਮ ਦੀ ਜਾਂਦੇ ਰਹੇ ਹੋ, ਸਾਲ 'ਚ ਚਾਹੇ ਤੁਸੀਂ 10 ਵਾਰੀ, 20 ਵਾਰੀ, 30 ਵਾਰੀ ਚਲੇ ਜਾਂਦੇ ਹੋ, ਤੁਹਾਡੇ ਕੋਲ ਹਮੇਸ਼ਾ ਉਹ ਕਵਰੇਜ ਆ। ਤੇ ਪੂਰੇ ਸਾਲ ਦੀ ਕੋਸਟ $50, $70, $100 ਮੈਕਸਿਮਮ ਪੂਰੇ ਸਾਲ ਦੀ ਕੋਸਟ ਹੈ ਜੀ। ਸੋ ਇਹਨਾਂ ਚੀਜ਼ਾਂ ਕਰਕੇ ਹਮੇਸ਼ਾ ਮੈਂ ਗਾਈਡ ਕਰਦਾ ਕਿ ਚਾਹੇ ਤੁਸੀਂ ਐਜ਼ ਅ ਫੈਮਿਲੀ ਜਾ ਰਹੇ ਹੋ, ਚਾਹੇ ਤੁਸੀਂ ਇਕੱਲੇ ਜਾ ਰਹੇ ਹੋ, ਚਾਹੇ ਇੱਕ ਦਿਨ ਲਈ, ਚਾਹੇ ਮਹੀਨੇ ਲਈ, ਹਮੇਸ਼ਾ ਇੰਨੀ ਕੁ ਪ੍ਰੋਟੈਕਸ਼ਨ ਲੈ ਕੇ ਚੱਲੋ। ਕਿਉਂਕਿ ਜਦੋਂ ਕੋਸਟ ਆਪਾਂ ਕੰਪੇਅਰ ਕਰਦੇ ਹਾਂ ਨਾ ਜੀ, ਜਿਹੜੀ ਕੋਸਟ ਆ ਪੂਰੀ ਫੈਮਿਲੀ ਦੀ ਵੀ ਕੁਛ ਨਹੀਂ ਹੈਗੀ, ਪਰ ਜਦੋਂ ਉੱਥੇ ਜੇ ਰੱਬ ਨਾ ਕਰੇ ਕੋਈ ਐਮਰਜੈਂਸੀ ਪੈ ਗਈ ਜੀ, ਉੱਥੇ ਹਜ਼ਾਰਾਂ ਲੱਖਾਂ 'ਚ ਖਰਚੇ ਨੇ। ਇਸੇ ਕਰਕੇ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਕੈਨੇਡਾ 'ਚ ਜੀ, ਜਦੋਂ ਤੁਹਾਨੂੰ ਉੱਥੇ ਤੁਸੀਂ ਕਵਰੇਜ ਲੈਂਦੇ ਹੋ, ਘੱਟੋ ਘੱਟ ਕਵਰੇਜ ਜਿਹੜੀ ਆ $5 ਮਿਲੀਅਨ ਦੀ ਹੈ। ਸੋ $10 ਮਿਲੀਅਨ ਦੀ ਕਵਰੇਜ ਆ। ਇਨਫ ਕਵਰੇਜ ਹੁੰਦੀ ਹੈ ਤੁਹਾਡੇ ਲਈ ਵੀ ਉੱਥੇ ਰੱਬ ਨਾ ਕਰੇ ਕੋਈ ਵੀ ਇੱਦਾਂ ਦੀ ਇਸ਼ੂ ਹੁੰਦਾ ਆ, ਤੇ ਤੁਹਾਡੀ ਫੈਮਿਲੀ ਤੁਹਾਡੀ ਪੂਰੀ ਪ੍ਰੋਟੈਕਟਡ ਆ। ਉਹਦੇ ਨਾਲ ਜੇ ਤੁਸੀਂ ਚਾਹੁੰਦੇ ਵੀ ਹਾਂ ਯਾਰ ਮੈਂ ਤਾਂ ਬਿਲਕੁਲ ਸਟ੍ਰੈਸ ਫ੍ਰੀ ਟ੍ਰਿਪ ਤੇ ਜਾਣਾ ਆ, ਵੀ ਹੁਣ ਮੈਂ 2-3 ਸਾਲ ਬਾਅਦ ਚੱਲਾਂ ਆ, ਮਤਲਬ ਸਾਰਾ ਕੁਝ ਕਵਰ ਹੋਵੇ, ਆਲ ਇਨਕਲੂਸਿਵ ਟ੍ਰਿਪ ਤੁਸੀਂ ਕਰਵਾ ਸਕਦੇ ਹੋ, ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਦੇ ਵਿੱਚ ਤੁਹਾਡੀ ਹਰ ਚੀਜ਼ ਦੀ, ਤੁਹਾਡੀ ਲਗੇਜ, ਤੁਹਾਡੇ ਟ੍ਰਿਪ ਇੰਟਰਪਸ਼ਨ, ਕੈਂਸਲੇਸ਼ਨ, ਹੈਲਥ, ਸਾਰਾ ਕੁਝ ਹੀ ਕਵਰ ਹੋ ਜਾਂਦਾ ਜੀ ਉਹਦੇ 'ਚ।
ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਆ, ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਆ, ਡਿਸੇਬਿਲਿਟੀ ਆ, ਟਰੈਵਲ ਇੰਸ਼ੋਰੈਂਸ ਆ, ਸੁਪਰ ਵੀਜ਼ਾ ਇੰਸ਼ੋਰੈਂਸ ਆ, ਸੋ ਬਹੁਤ ਸਾਰੀਆਂ ਪਾਲਿਸੀਜ਼ ਹੈਗੀਆਂ ਆ। ਸੋ ਕੀ ਮੈਸੇਜ ਹੋਊਗਾ ਲਾਸਟ ਦੇ ਵਿੱਚ ਕਿ ਕੀ ਸਾਨੂੰ ਕਿਵੇਂ ਆਪਣੇ ਆਪ ਨੂੰ ਅਸੀਂ ਬਚਾ ਕੇ ਰੱਖ ਸਕਦੇ ਹਾਂ, ਕਿ ਅਸੀਂ ਲਾਈਫ ਇੰਸ਼ੋਰੈਂਸ ਵੀ ਸਾਡੇ ਲਈ ਜ਼ਰੂਰੀ ਆ, ਕ੍ਰਿਟੀਕਲ ਜਾਂ ਡਿਸੇਬਿਲਿਟੀ ਜਾਂ ਟਰੈਵਲ, ਸੋ ਕੀ ਮੈਸੇਜ ਹੋਊਗਾ ਆਲ ਓਵਰ ਸਾਰਿਆਂ ਦੇ ਲਈ ਜਾਣ ਤੋਂ ਪਹਿਲਾਂ? ਹਾਂਜੀ, ਇਹੀ ਹੈ ਜੀ। ਦੇਖੋ, ਇਹ ਜ਼ਰੂਰਤ ਮੁਤਾਬਕ ਹੈ ਤੁਹਾਡੇ, ਇਹ ਕੋਈ ਲਗਜ਼ਰੀ ਪ੍ਰੋਡਕਟ ਨਹੀਂ ਹੈਗੇ। ਸੋ ਮੈਂ ਹਮੇਸ਼ਾ ਹਰੇਕ ਨੂੰ ਇਹ ਗਾਈਡ ਕਰਦਾ ਵੀ ਜੇ ਤੁਹਾਨੂੰ ਅੱਜ ਜ਼ਰੂਰਤ ਆ, ਵੀ ਤੁਹਾਨੂੰ ਪਤਾ ਵੀ ਮੇਰੇ ਕੰਮ ਤੇ ਜਿਹੜੇ ਸੱਟ ਲੱਗਣ ਦੇ ਚਾਂਸ ਜ਼ਿਆਦਾ ਨੇ, ਤੁਹਾਡੀ ਪਹਿਲੀ ਪ੍ਰਾਇੋਰਟੀ ਡਿਸੇਬਿਲਿਟੀ ਇੰਸ਼ੋਰੈਂਸ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਪਤਾ ਹੈ ਵੀ ਹੁਣ ਮੇਰੇ ਤੇ ਲੋਨ ਲਾਇਬਿਲਿਟੀਜ਼ ਨੇ, ਮੇਰੀ ਯੰਗ ਫੈਮਿਲੀ ਹੈ, ਵੀ ਜੇ ਮੈਂ ਪਿਕਚਰ 'ਚ ਨਾ ਰਿਹਾ ਵੀ ਉਹਨਾਂ ਦਾ ਘਰ ਹੈ, ਉਹਨਾਂ ਦੇ ਖਰਚੇ ਕਿੱਦਾਂ ਚੱਲਣਗੇ, ਉਹਨਾਂ ਵਾਸਤੇ ਜਿਹੜੀ ਟਰਮ ਇੰਸ਼ੋਰੈਂਸ ਹੈ, ਲਾਈਫ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ ਜੀ। ਸੋ ਇੱਦਾਂ ਦੀਆਂ ਇਹ ਹਮੇਸ਼ਾ ਤੁਹਾਡੀ ਜ਼ਰੂਰਤ ਮੁਤਾਬਕ ਹੋਣਾ ਚਾਹੀਦਾ। ਜੇ ਕੋਈ ਵਿਜ਼ਟਰ ਆ ਰਿਹਾ ਜਾਂ ਕੋਈ ਸੁਪਰ ਵੀਜ਼ਾ 'ਤੇ ਆ ਰਿਹਾ, ਤੁਹਾਨੂੰ ਪਤਾ ਵੀ ਕੋਈ ਢਿੱਲ ਮੱਠ ਹੈਗੀ ਹੈ, ਤੁਸੀਂ ਕਵਰੇਜ ਪ੍ਰੋਪਰ ਜ਼ਿਆਦਾ ਕਰਵਾ ਸਕਦੇ ਹੋ। ਦੇਖੋ, ਕਈ ਵਾਰੀ ਇਹ ਵੀ ਹੁੰਦਾ, ਵਿਜ਼ਟਰ ਆਉਂਦਾ ਹੈ, ਉਹ ਕਹਿੰਦਾ ਵੀ ਮੈਂ 3 ਮਹੀਨੇ ਹੀ ਰਹਿਣਾ, ਇੱਥੇ ਆ ਕੇ ਬੰਦਾ ਕਹਿੰਦਾ ਨਹੀਂ ਯਾਰ ਮੈਨੂੰ ਵਧੀਆ ਲੱਗ ਰਿਹਾ, ਮੈਂ 6 ਮਹੀਨੇ ਸਾਲ ਰਹਿਣਾ। ਸੋ ਤੁਸੀਂ ਜੇ ਪਹਿਲਾਂ ਤੋਂ ਐਕਸਟੈਂਡ ਵੀ ਕਰਵਾਉਣੀ ਹੈ, ਜੇ ਕੋਈ ਐਕਸਪਾਇਰ ਵੀ ਹੋ ਚੁੱਕੀ ਹੈ, ਉਹ ਵੀ ਤੁਸੀਂ ਐਕਸਟੈਂਡ ਵੀ ਕਰਾ ਸਕਦੇ ਹੋ। ਇਦਾਂ ਦੀ ਕੋਈ ਗੱਲ ਨਹੀਂ ਵੀ ਹੁਣ ਤੁਸੀਂ ਇੱਕ ਵਾਰੀ 3 ਮਹੀਨੇ ਦੀ ਕਰਾਈ ਸੀ, ਹੁਣ ਤੁਹਾਨੂੰ ਕੰਪਨੀ ਨੇ ਦੇਣੀ ਨਹੀਂ ਇੰਸ਼ੋਰੈਂਸ। ਸੋ ਕੋਈ 3 ਮਹੀਨੇ ਲਈ ਕਰਾ ਕੇ ਆਇਆ ਸੀ, ਉਹਨੂੰ ਹੁਣ 2 ਮਹੀਨੇ ਹੋ ਗਏ ਆ, ਦੂਜੇ ਮਹੀਨੇ 'ਚ ਉਹਨੂੰ ਲੱਗਦਾ ਕਿ ਮੈਂ 2 ਮਹੀਨੇ ਹਲੇ ਹੋਰ ਰਹਿਣਾ, ਸੋ ਉਹਨੂੰ ਉਦੋਂ ਹੀ ਐਕਸਟੈਂਡ ਕਰਾ ਲੈਣੀ? ਕਿ ਕਈ ਲੋਕ ਜਿਵੇਂ ਵੇਟ ਕਰ ਲੈਂਦੇ ਕਿ 3 ਮਹੀਨੇ ਐਕਸਪਾਇਰ ਹੋ ਗਈ ਫਿਰ ਹੀ ਨਹੀਂ, ਤੁਸੀਂ ਉਦੋਂ ਹੀ ਕਰਵਾ ਸਕਦੇ ਜੀ, ਕਿਉਂਕਿ ਸ਼ੁਰੂ ਉਦੋਂ ਹੀ ਹੋਣੀ ਹੈ ਜਦੋਂ ਤੁਹਾਡੀ ਪਹਿਲੀ ਐਕਸਪਾਇਰ ਹੋਣੀ ਹੈ। ਸੋ ਇਹ ਨਹੀਂ ਹੈਗਾ ਵੀ ਜੇ ਅੱਜ ਮੈਂ ਫੋਨ ਕਰ ਦਿੱਤਾ ਵੀ ਮੇਰੀ ਰਿਨਿਊ ਤਾਂ ਅਗਲੇ ਮਹੀਨੇ ਹੋਣੀ ਸੀ, ਵੀ ਅੱਜ ਤੋਂ ਦੁਬਾਰਾ ਮੈਨੂੰ ਮਹੀਨਾ ਐਕਸਟਰਾ ਕਾਸਟ ਦੇਣੀ ਪੈ ਜਾਣੀ ਹੈ। ਇਦਾਂ ਦਾ ਕੁਝ ਨਹੀਂ, ਉਹ ਸ਼ੁਰੂ ਉਦੋਂ ਹੀ ਹੋਣੀ ਹੈ ਜਦੋਂ ਇਹ ਵਾਲੀ ਐਕਸਪਾਇਰ ਹੋਈ, ਜਦੋਂ ਪਹਿਲੀ ਐਕਸਪਾਇਰ ਹੁੰਦੀ ਹੈ। ਸੋ ਹਮੇਸ਼ਾ ਇਹੀ ਗੱਲ ਹੁੰਦੀ ਹੈ ਜੀ, ਜਦੋਂ ਵੀ ਇੰਸ਼ੋਰੈਂਸ ਬਾਰੇ ਕੋਈ ਵੀ ਕੁਐਸਚਨ ਆ, ਸੈਕੰਡ ਓਪੀਨੀਅਨ ਜ਼ਰੂਰ ਲਓ। ਜੇ ਤੁਹਾਡਾ ਕੋਈ ਆਪਣਾ ਕੋਈ ਐਡਵਾਈਜ਼ਰ ਹੈਗਾ ਜਿਹਦੇ ਨਾਲ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ, ਜ਼ਰੂਰ ਉਹਨਾਂ ਤੋਂ ਪੁੱਛੋ, ਪਰ ਸੈਕੰਡ ਓਪੀਨੀਅਨ ਵਾਸਤੇ ਜ਼ਰੂਰ ਪਲਾਨ ਇੰਸ਼ੋਰੈਂਸ ਨੂੰ ਫੋਨ ਕਰ ਸਕਦੇ ਹੋ, ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਜਾਏਗਾ। ਤੇ ਜੇ ਫਿਰ ਵੀ ਕੋਈ ਕੁਐਸਚਨ ਰਹਿ ਜਾਂਦਾ ਜੀ, planinsurance.ca ਦੀ ਵੈਬਸਾਈਟ ਹੈਗੀ ਹੈ, ਜਾਂ ਮੈਨੂੰ ਫੋਨ ਵੀ ਸਿੱਧਾ ਕੀਤਾ ਜਾ ਸਕਦਾ ਜੀ 6043632200 ਤੇ ਮੈਨੂੰ ਸਿੱਧਾ ਫੋਨ ਕਰਕੇ ਸਾਰੀ ਇਨਫੋਰਮੇਸ਼ਨ ਲਈ ਜਾ ਸਕਦੀ ਹੈ। ਬਹੁਤ ਧੰਨਵਾਦ ਤੁਹਾਡਾ ਅਮਰਿੰਦਰ, ਤੁਸੀਂ ਆਏ, ਸਮਾਂ ਕੱਢਿਆ ਆਪਣਾ, ਬੜੀ ਵਧੀਆ ਜਾਣਕਾਰੀ ਤੁਸੀਂ ਦਿੱਤੀ। ਚਾਹਾਂਗੇ ਕਿ ਟਾਈਮ ਟੂ ਟਾਈਮ ਜ਼ਰੂਰ ਆਉਂਦੇ ਰਿਹਾ ਕਰੋ। ਸੋ ਵਨਸ ਅਗੇਨ ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਆਲਵੇਜ਼ ਪਲੇਜ਼ਰ ਟੂ ਬੀ ਔਨ ਯੂਰ ਸ਼ੋ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਬਿਲਕੁਲ ਜੀ, ਬਹੁਤ ਜ਼ਰੂਰੀ ਹੈਗੀ ਆ ਲਾਈਫ ਇੰਸ਼ੋਰੈਂਸ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਸਾਡਾ ਫਰਜ਼ ਵੀ ਬਣਦਾ ਕਿ ਕਮਿਊਨਿਟੀ ਦੇ ਵਿੱਚ ਅਸੀਂ ਲੋਕਾਂ ਨੂੰ ਅਗਾਹ ਕਰੀਏ। ਬਹੁਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ, ਅਸੀਂ ਸੋਚਦੇ ਹਾਂ ਕਿ ਅਸੀਂ ਕੈਨੇਡਾ 'ਚ ਰਹਿ ਰਹੇ ਹੈਗੇ ਆ, ਕੰਮ ਕਰਦੇ ਹਾਂ, ਕੰਮ ਤੇ ਸਾਡੀ ਇੰਸ਼ੋਰੈਂਸ ਆ, WC ਵੀ ਸਾਨੂੰ ਪੈਸੇ ਦੇ ਦਊਗੀ, ਪਰ ਲੰਬੇ ਸਮੇਂ ਦੇ ਲਈ ਕਿਤੇ ਅਸੀਂ ਡਿਸੇਬਲ ਹੋ ਜਾਂਦੇ ਹਾਂ ਕੰਮ ਤੋਂ ਤੇ ਬਹੁਤ ਘੱਟ ਤੁਹਾਨੂੰ ਮੰਥ ਦੇ ਪੈਸੇ ਮਿਲਦੇ ਆ। ਕਾਫੀ ਲੋਕ ਇਹਨਾਂ ਗੱਲਾਂ ਨੂੰ ਲੈ ਕੇ ਸਟ੍ਰੈਸ 'ਚ ਆ। ਜੇ ਅਸੀਂ ਆਪਣੀ ਪੂਰੀ ਪਲੈਨਿੰਗ ਦੇ ਨਾਲ ਇਹਨਾਂ ਮੁਲਕਾਂ ਦੇ ਵਿੱਚ ਚੱਲਦੇ ਹਾਂ ਤੇ ਅਸੀਂ ਕਦੇ ਵੀ ਕਿਸੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਦੇ। ਸੋ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਫੋਨ ਕਰ ਸਕਦੇ ਹੋ ਅਮਰਿੰਦਰ ਸਿੰਘ ਨੱਡਾ ਹੋਣਾ ਨੂੰ 6043632200। ਸੋ ਇਸ ਤੋਂ ਇਲਾਵਾ ਤੁਸੀਂ www.planinsurance.ca ਤੇ ਜਾ ਕੇ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਤੇ ਮੈਂ ਹਮੇਸ਼ਾ ਇੱਕ ਗੱਲ ਕਹਿੰਦੀ ਹੁੰਦੀ ਹਾਂ ਕਿ ਜਿਨ੍ਹਾਂ ਬਿਜ਼ਨੈਸਿਸ ਦੇ ਵਿੱਚ ਮੇਰਾ ਵਾਹ ਵਾਸਤਾ ਰਹਿੰਦਾ ਆ, ਮੈਂ ਆਪ ਜਿਨ੍ਹਾਂ ਦੇ ਕੋਲੋਂ ਪ੍ਰੋਡਕਟ ਲਏ ਹੁੰਦੇ ਆ, ਜਿੱਥੇ ਮੈਂ ਆਪ ਸੈਟਿਸਫਾਈ ਹੁੰਦੀ ਆ, ਮੈਨੂੰ ਲੱਗਦਾ ਕਿ ਹਾਂ ਇਹਨਾਂ ਦੇ ਕੋਲੋਂ ਪ੍ਰੋਡਕਟ ਹੈ ਜਿਹੜੇ ਮੈਨੂੰ ਚਾਹੀਦੇ ਆ, ਤੇ ਮੇਰਾ ਪਰਿਵਾਰ ਜਿਹਦੇ ਨਾਲ ਸੁਰੱਖਿਅਤ ਆ, ਮੇਰੇ ਪਰਿਵਾਰ ਦੀ ਪ੍ਰੋਟੈਕਸ਼ਨ ਦੇ ਲਈ ਮੈਨੂੰ ਕੀ ਚਾਹੀਦਾ, ਜਿਹੜੇ ਮੈਨੂੰ ਲੱਗਦਾ ਕਿ ਕਮਿਊਨਿਟੀ ਦੇ ਵਿੱਚ, ਬਿਜ਼ਨਸ ਕਮਿਊਨਿਟੀ ਦੇ ਵਿੱਚ ਲੋਕ ਸਹੀ ਸਲਾਹ ਕਮਿਊਨਿਟੀ ਨੂੰ ਦਿੰਦੇ ਆ, ਤੇ ਮੈਂ ਹਮੇਸ਼ਾ ਐਪਰੀਸ਼ੀਏਟ ਕਰਦੀ ਆ ਉਹਨਾਂ ਨੂੰ ਆਪਣੇ ਪ੍ਰੋਗਰਾਮਾਂ ਦੇ ਵਿੱਚ ਲਿਆ ਕੇ ਤੁਹਾਡੇ ਰੂਬਰੂ ਕਰਦੀ ਆ। ਸੋ ਤੁਹਾਡਾ ਕੋਈ ਵੀ ਸਵਾਲ ਆ, ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਫ੍ਰੀ ਆਫ ਕਾਸਟ। ਤੁਸੀਂ ਇੱਕ ਵਾਰੀ ਫੋਨ ਕਰੋ, 2 ਵਾਰੀ ਕਰੋ, ਜਾ ਕੇ ਮਿਲ ਲਓ। ਸੋ ਫ੍ਰੀ ਐਡਵਾਈਸ ਜਾ ਕੇ ਲੈ ਸਕਦੇ ਹੋ। ਜਿੰਨਾ ਚਿਰ ਤੁਹਾਡੇ ਦਿਲ ਦੀ ਤਸੱਲੀ ਨਹੀਂ ਹੁੰਦੀ, ਉਹਨਾਂ ਚਿਰ ਤੁਸੀਂ ਜਿਹੜਾ ਵੀ ਸਵਾਲ ਹੈ, ਜਿਵੇਂ ਹੁਣ ਮੈਂ ਕਈ ਸਵਾਲ ਆਪਣੇ ਕੋਲੋਂ ਬਹੁਤ ਪੁੱਛਦੀ ਹਾਂ ਕਿਉਂਕਿ ਇਹ ਮੇਰੇ ਤੱਕ ਆਏ ਹੁੰਦੇ ਆ ਸਵਾਲ, ਔਰ ਇਹ ਕਈ ਸਾਡੇ ਪਰਿਵਾਰ ਨਹੀਂ ਫੋਨ ਦੇ ਰਾਹੀਂ ਸਵਾਲ ਪੁੱਛਦੇ ਆ, ਸੋ ਮੇਰੇ ਤੱਕ ਲਿਖ ਕੇ ਭੇਜ ਦਿੰਦੇ ਆ। ਧੰਨਵਾਦ ਤੁਹਾਡਾ ਸਾਰਿਆਂ ਦਾ। ਮੇਰਾ ਫਰਜ਼ ਆ ਤੁਹਾਡੇ ਸਵਾਲ ਅੱਗੇ ਲੈ ਕੇ ਆਉਣਾ, ਔਰ ਤੁਸੀਂ ਕੁਝ ਵੀ ਖਰੀਦ ਰਹੇ ਹੋ, ਕੋਈ ਵੀ ਪ੍ਰੋਡਕਟ ਲੈ ਰਹੇ ਹੋ, ਤਾਂ ਤੁਹਾਡਾ ਜਿਹੜਾ ਹੱਕ ਬਣਦਾ ਕਿ ਤੁਸੀਂ ਆਪਣੀ ਮਿਹਨਤ ਦੀ ਕਮਾਈ ਲਾ ਰਹੇ ਹੋ, ਤੇ ਜਿੰਨੇ ਸਵਾਲ ਦਿਲ ਦੇ ਵਿੱਚ ਆ ਸਾਰੇ ਕਰ ਦਿਆ ਕਰੋ। ਸੋ ਕੋਈ ਵੀ ਤੁਹਾਡਾ ਸਵਾਲ ਆ, ਪਲਾਨ ਇੰਸ਼ੋਰੈਂਸ ਨੂੰ ਕੰਟੈਕਟ ਕਰ ਸਕਦੇ ਹੋ। ਅਮਰਿੰਦਰ ਨੱਡਾ ਹੋਣਾ ਤੋਂ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਦੱਸਦੇ ਆ, 12 ਜੂਨ ਦਾ ਦਿਨ ਖਾਸ ਕਰਕੇ ਭੈਣਾਂ ਦੇ ਲਈ ਮੇਲਾ ਲੈ ਕੇ ਆ ਰਹੇ ਹਾਂ ਤੁਹਾਡੇ ਲਈ, ਮੇਲਾ ਮਜਾਜਣਾ ਦਾ। ਇਸ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਤਵਿੰਦਰ ਬਿੱਟੀ, ਭੁਪਿੰਦਰ ਜੀ ਆ ਰਹੇ ਨੇ, ਇਸ ਤੋਂ ਇਲਾਵਾ ਵਰਿੰਦਰ, ਵਿੱਕੀ ਤੇ ਨਵਨੀਤ ਬਹੁਤ ਹੀ ਵਧੀਆ ਆਰਟਿਸਟ ਆ, ਤੇ ਹੋਰ ਵੀ ਬਹੁਤ ਸਾਰੇ ਸਰਪ੍ਰਾਈਜ਼ ਆਰਟਿਸਟ ਤੁਹਾਡੇ ਲਈ ਉੱਥੇ ਹੋਣਗੇ। ਸਟਾਲ ਦੀ ਬੁਕਿੰਗ ਲਈ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ, ਮੇਰੇ ਨੰਬਰ ਤੇ ਫੋਨ ਕਰ ਸਕਦੇ ਹੋ। ਕਬੀਰ ਧਾਲੀਵਾਲ ਜਾਂ ਹਰਪ੍ਰੀਤ ਧਾਲੀਵਾਲ ਉਹਨਾਂ ਨੂੰ ਤੁਸੀਂ ਫੋਨ ਕਰ ਸਕਦੇ ਹੋ।
ਸੋ ਬਹੁਤ ਫਾਸਟ ਇਹਦੀਆਂ ਟਿਕਟਾਂ ਜਾ ਰਹੀਆਂ। ਜੇ ਹਾਲੇ ਤੱਕ ਤੁਸੀਂ ਆਪਣੀਆਂ ਟਿਕਟਾਂ ਨਹੀਂ ਲਈਆਂ ਤੇ ਤੁਸੀਂ ਜ਼ਰੂਰ ਜਿਹੜਾ QR ਕੋਡ ਦਿੱਤਾ ਇਹਨੂੰ ਸਕੈਨ ਕਰਕੇ ਆਪਣੀਆਂ ਟਿਕਟਾਂ ਬੁੱਕ ਕਰ ਸਕਦੇ ਹੋ। ਸੋ ਥੈਂਕ ਯੂ ਟੂ ਸਾਂਝਾ TV FYI ਮੀਡੀਆ, ਸਾਡੇ ਮੀਡੀਆ ਸਪਾਂਸਰ ਨੇ। ਸੋ ਮਿਲਾਂਗੇ ਤੁਹਾਨੂੰ 12 ਜੂਨ ਨੂੰ ਮੇਲੇ ਤੇ। ਪਰ ਅੱਜ ਮੈਂ ਤੁਹਾਨੂੰ ਦੱਸ ਦਿਆਂ ਕਿ ਹੁਣ ਬੇਸ਼ੱਕ ਮੇਰੇ ਸਮੇਂ ਨੇ ਜਿਹੜੀ ਮੈਨੂੰ ਕਹਿ ਦਿੱਤਾ ਕਿ ਇਜਾਜ਼ਤ ਲੈਣੀ ਪੈਣੀ ਤੁਹਾਡੇ ਤੋਂ, ਪਰ ਕੱਲ ਸ਼ਾਮੀ ਇਮੀਗ੍ਰੇਸ਼ਨ ਦਾ ਕੋਈ ਵੀ ਤੁਹਾਡਾ ਸਵਾਲ ਆ ਨਾ, ਤੁਹਾਨੂੰ ਲੱਗਦਾ ਕਿ ਇਮੀਗ੍ਰੇਸ਼ਨ ਦੇ ਰਿਲੇਟਡ ਕੋਈ ਸਵਾਲ ਆ, ਕੰਸਲਟੈਂਟ ਦੇ ਕੋਲ ਤੁਸੀਂ ਜਾਂਦੇ ਹੋ, ਤੁਹਾਨੂੰ ਫੀਸ ਦੇਣੀ ਪੈਂਦੀ ਆ, ਫਿਰ ਜਾ ਕੇ ਕਿਤੇ ਤੁਹਾਨੂੰ ਸਲਾਹ ਮਿਲਦੀ ਆ। ਪਰ ਕੱਲ ਤੁਹਾਡੇ ਕੋਲ ਚਾਂਸ ਆ, ਤੁਸੀਂ 4 ਤੋਂ 5 ਵਜੇ ਇਸੇ ਸ਼ੋਅ ਵਿੱਚ ਆ ਜਿਹੜੇ ਨੰਬਰ ਸਕਰੀਨ ਤੇ ਆ ਰਹੇ ਆ ਇਹਨਾਂ ਦੇ ਉੱਤੇ ਫੋਨ ਕਰਕੇ ਕੋਈ ਵੀ ਇਮੀਗ੍ਰੇਸ਼ਨ ਦਾ ਸਵਾਲ ਸਾਨੂੰ ਕਰ ਸਕਦੇ ਹੋ ਤੇ ਸਿੱਧਾ ਹੀ ਜਵਾਬ ਤੁਹਾਨੂੰ ਸਕਰੀਨ ਤੇ ਹੀ ਮਿਲ ਜਾਵੇਗਾ। ਕੱਲ ਤੱਕ ਤੁਸੀਂ ਰੱਖਿਓ ਖਿਆਲ। ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਹੁਤ ਹੀ ਪਿਆਰ, ਸਿਹਤ, ਸਤਿ ਸ਼੍ਰੀ ਅਕਾਲ ਜੀ।